हाँ जी, लेट्स स्टार्ट। गुड मॉर्निंग जी साਰਿਆਂ ਨੂੰ। आवाज आई जी कि नहीं? जी, गुड मॉर्निंग सर जी। हाँ, गुड मॉर्निंग। गुड मॉर्निंग। ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ ਸਾਰਿਆਂ ਨੂੰ। ਅੱਜ ਅਸੀਂ ਸਟੱਡੀ ਕਰਾਂਗੇ ਐਜ਼ ਪਰ ਆਵਰ ਸ਼ਡਿਊਲ ਆਫ ਦਿਸ ਵੀਕ ਪੇਪਰ ਨੰਬਰ 5 ਇੰਡੀਅਨ ਪੀਨਲ ਕੋਡ 1860 ਇੰਡੀਅਨ ਪੀਨਲ ਕੋਡ ਫਰੋਮ ਜਿਹੜਾ ਹੈਗਾ ਸਾਡਾ ਸੈਕਸ਼ਨਸ 312 312 ਜਿੱਥੇ ਆਪਾਂ ਛੋੜਿਆ ਸੀ ਪਿਛਲਾ ਲੈਕਚਰ 312 ਤੁਸੀਂ ਛੱਡਿਆ ਸੀਗਾ ਮਿਸਕੈਰੇਜ ਤੋਂ ਕਾਜ਼ਿੰਗ ਆਫ ਮਿਸਕੈਰੇਜ। ਇਹ ਚੈਪਟਰ ਦਾ ਨਾਮ ਹੈਗਾ ਕਾਜ਼ਿੰਗ ਆਫ ਮਿਸਕੈਰੇਜ ਆਫ ਇੰਜਰੀਜ਼ ਆਫ ਅਨਬੋਰਨ ਚਾਈਲਡ। ਅਨਬੋਰਨ ਚਾਈਲਡ ਨੂੰ ਕੋਈ ਇੰਜਰੀ ਹੋਣੀ ਜਾਂ ਫਿਰ ਐਕਸਪੋਜ਼ਰ ਆਫ ਇਨਫੈਂਟਸ ਐਂਡ ਦਾ ਕੰਸੀਲਮੈਂਟ ਆਫ ਬਰਥ। ਕਿਸੇ ਬੱਚੇ ਦੀ ਬਰਥ ਹੋਈ ਹੈ, ਕਿਸੇ ਨਿਊਬੋਰਨ ਬੱਚੇ ਦੀ ਬਰਥ ਹੋਈ ਹੈ, ਉਹਦੀ ਕੋਈ ਡੈਥ ਹੋ ਜਾਂਦੀ ਹੈ, ਉਹਨੂੰ ਅਸੀਂ ਕੰਸੀਲ ਕਰਦੇ ਹਾਂ। ਇਹਦੇ ਰਿਗਾਰਡਿੰਗ ਕੀ ਅਸੀਂ ਜਿਹੜੇ ਹੈਗੇ ਆ ਅਫੈਂਸ ਕਮਿਟ ਹੁੰਦੇ ਆ ਉਹਦੇ ਰਿਗਾਰਡਿੰਗ ਅਸੀਂ ਡਿਸਕਸ ਕਰਾਂਗੇ। ਸੈਕਸ਼ਨ 312 ਕਾਜ਼ਿੰਗ ਆਫ ਮਿਸਕੈਰੇਜ। whoever voluntarily causes a woman with child, ਕੋਈ ਵੂਮਨ ਹੈਗੀ ਹੈ, ਉਹਦੇ ਕੋਖ ਦੇ ਵਿੱਚ ਬੱਚਾ ਹੈਗਾ, ਪ੍ਰੈਗਨੈਂਟ ਹੈਗੀ ਹੈ, ਠੀਕ ਹੈ, voluntarily ਆਪਣੀ ਮਰਜ਼ੀ ਦੇ ਨਾਲ if such miscarriage be done, miscarriage be not caused in good faith, ਗੁੱਡ ਫੇਥ 'ਚ ਨਾ ਕੀਤੀ ਗਈ ਹੋਵੇ। ਗੁੱਡ ਫੇਥ ਦੇਖੋ ਇੱਦਾਂ ਹੁੰਦਾ ਹੈ, ਬੱਚੇ ਮੰਨ ਲਓ ਲੇਡੀ ਦੀ ਡਿਲੀਵਰੀ ਹੋਣੀ ਹੈ, ਲੇਡੀ ਦੀ ਜਾਨ ਨੂੰ ਖਤਰਾ ਹੈਗਾ, ਉਸ ਵੇਲੇ ਲੱਗਦਾ ਹੈਗਾ ਵੀ ਇਹ ਇਸ ਵੇਲੇ ਜੋ ਗੁੱਡ ਕਾਜ਼ ਹੈਗਾ ਇਹੀ ਹੈਗਾ ਵੀ ਇਹ ਜਿਹੜੀ ਮਿਸਕੈਰੇਜ ਜੇ ਹੋਏਗੀ ਤਾਂ ਜਿਹੜੀ ਵੂਮਨ ਹੈਗੀ ਇਹਦੀ ਲਾਈਫ ਬਚ ਸਕਦੀ ਹੈਗੀ ਹੈ, ਠੀਕ ਹੈ। ਕੋਈ ਇੱਦਾਂ ਦੀ ਕੋਈ ਪ੍ਰੋਬਲਮ ਕ੍ਰੀਏਟ ਹੋ ਗਈ ਇਨ ਗੁੱਡ ਫੇਥ ਆਫ ਦਾ ਵੂਮਨ, ਜੇਕਰ ਇੱਦਾਂ ਦੀ ਕੋਈ ਮਿਸਕੈਰੇਜ ਹੁੰਦੀ ਹੈ, ਠੀਕ ਹੈ, ਉਹ ਗੱਲ ਵੱਖਰੀ ਹੈਗੀ ਹੈ। ਪਰ ਜੇਕਰ ਗੁੱਡ ਕਾਜ਼ ਨੂੰ ਗੁੱਡ ਫੇਥ ਨਾ ਹੋਵੇ, ਠੀਕ ਹੈ, ਵਲੰਟਰੀ ਅਸੀਂ ਕੋਈ ਵਿਅਕਤੀ ਹੈਗਾ ਅਬੋਰਸ਼ਨ ਕਰਦਾ ਕਿਸੇ ਲੇਡੀ ਦਾ, ਮਿਸਕੈਰੇਜ ਕਰਦਾ ਹੈ, ਠੀਕ ਹੈ, ਵੂਮਨ ਦਾ, ਤੇ ਉਹਦੀ ਜਿਹੜੀ ਸਜ਼ਾ ਹੈਗੀ ਹੈ ਉਹਨੂੰ ਪੁਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਆਫ ਆਈਦਰ ਡਿਸਕ੍ਰਿਪਸ਼ਨ 3 ਈਅਰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪਰ ਜੇਕਰ ਜਿਹੜਾ ਹੈਗਾ ਭਰੂਣ ਜਿਹਨੂੰ ਆਪਾਂ ਕਹਿ ਲਈਏ, ਠੀਕ ਹੈ, ਬਹੁਤ ਇਫ ਦਾ ਵੂਮਨ ਬੀ ਕੁਇਕ ਵਿਦ ਚਾਈਲਡ, ਜੇਕਰ ਬੱਚੇ ਦੀ ਜਿਹੜੀ ਧੜਕਣ ਹੈਗੀ ਆ ਉਹ ਪੈਦਾ ਹੋ ਚੁੱਕੀ ਹੈ, ਧੜਕਣ ਆ ਚੁੱਕੇ ਬੱਚੇ ਨੂੰ, ਮਤਲਬ ਕਿ ਬੱਚੇ ਦਾ ਮਤਲਬ ਕਿ ਜਨਮ ਦੇਣ ਦੇ ਨੇੜੇ ਹੈਗਾ, ਡਿਲੀਵਰੀ ਹੋਣ ਦੇ ਨੇੜੇ ਹੈਗਾ, ਜੇਕਰ ਉਸ ਹਾਲਤ ਦੇ ਵਿੱਚ ਕੋਈ ਕਿਸੇ ਦੀ ਉਹ ਕੋਈ ਵਿਅਕਤੀ ਜਾਣਬੁੱਝ ਕੇ ਮਿਸਕੈਰੇਜ ਵਿਦਆਊਟ ਐਨੀ ਗੁੱਡ ਫੇਥ ਮਿਸਕੈਰੇਜ ਕਰਦਾ ਹੈਗਾ ਕਿਸੇ ਲੇਡੀ ਦੀ, ਤਦ ਉਸ ਨੂੰ ਜਿਹੜੀ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। A woman who causes herself to miscarry is within the meaning of this section। ਜੇ ਵੂਮਨ ਹੈਗੀ ਹੈ ਉਹਦੀ ਮਰਜ਼ੀ ਦਿੰਦੀ ਹੈ, ਮਰਜ਼ੀ ਆਪਦੀ ਕੰਸੈਂਟ ਵੀ ਦਿੰਦੀ ਹੈਗੀ ਹੈ, ਤਦ ਵੀ ਜਿਹੜੀ ਉਹਦੀ ਹੈ ਉਹ ਵੀ ਉਹਦੇ ਤੇ ਇਹ ਸੈਕਸ਼ਨ ਜਿਹੜਾ ਲਾਗੂ ਹੋ ਜਾਂਦਾ ਹੈ। ਅੱਗੇ ਸੈਕਸ਼ਨ 313 ਹੈਗਾ। ਦੇਖੋ ਪਹਿਲੇ 312 ਸਿੰਪਲ ਜੀ ਗੱਲ ਕੀਤੀ ਗਈ ਹੈ ਵੀ ਵਲੰਟਰੀ ਕੋਈ ਵਿਅਕਤੀ ਕੋਈ ਅਬੋਰਸ਼ਨ ਕਰਦਾ ਕਿਸੇ ਲੇਡੀ ਦਾ, ਠੀਕ ਹੈ, ਵਿਦਆਊਟ ਐਨੀ ਗੁੱਡ ਫੇਥ 3 ਸਾਲ ਤੱਕ ਦੀ ਸਜ਼ਾ ਹੋ ਜਾਂਦੀ ਹੈ। ਪਰ ਜੇਕਰ ਜਿਹੜਾ ਹੈਗਾ ਵੌਮ ਦੇ ਵਿੱਚ ਜਿਹੜਾ ਫੋਇਟਸ ਹੈਗਾ, ਮਤਲਬ ਕਿ ਭਰੂਣ ਹੈਗਾ, ਉਹ ਇੰਨਾ ਹੋ ਚੁੱਕਿਆ ਹੈਗਾ ਵੀ ਉਹਦੀ ਧੜਕਣ ਵੀ ਪੈਦਾ ਹੋ ਚੁੱਕੀ, ਜਿਵੇਂ 8 ਮਹੀਨੇ 9 ਮਹੀਨੇ ਦੇ ਆਸ-ਪਾਸ ਉਹਦੀ ਏਜ ਹੋ ਚੁੱਕੀ ਹੈ ਵੌਮ ਦੇ ਵਿੱਚ, ਤਦ ਜਿਹੜੀ ਸਜ਼ਾ ਹੈਗੀ ਹੈ ਉਹ ਵੱਧ ਕੇ 7 ਸਾਲ ਤੱਕ ਦੀ ਹੋ ਸਕਦੀ ਹੈ ਉਸ ਵਿਅਕਤੀ ਨੂੰ ਜਿਸ ਬੰਦੇ ਨੇ ਇਹ ਜਿਹੜੀ ਹੈਗੀ ਹੈ ਅਬੋਰਸ਼ਨ ਕੀਤਾ ਹੋਵੇ ਵਿਦਆਊਟ ਐਨੀ ਗੁੱਡ ਫੇਥ ਕੀਤਾ ਹੋਵੇ। ਨੈਕਸਟ ਹੈ ਸੈਕਸ਼ਨ 313 ਕਾਜ਼ਿੰਗ ਮਿਸਕੈਰੇਜ ਵਿਦਆਊਟ ਵੂਮਨਸ ਕੰਸੈਂਟ। ਦੇਖੋ ਓਪਨਲੀ ਕੇਸ ਦੇ ਵਿੱਚ ਇਹ ਸੀਗਾ ਬੇਬੀ ਗਿਵਨ ਕੰਸੈਂਟ ਹੈਜ਼ ਬੀਨ ਗਿਵਨ ਬਾਈ ਦਾ ਵੂਮਨ, ਜੇਕਰ ਕੰਸੈਂਟ ਦੇ ਦੀ ਅਸੀਂ ਫਿਰ ਵੀ ਅਬੋਰਸ਼ਨ ਕਰਦੇ ਹਾਂ, ਕੋਈ ਇਹ ਨਹੀਂ ਹੈਗਾ ਵੀ ਅਸੀਂ ਮੁਜਰਮ ਨਹੀਂ ਹੈਗੇ। ਜੇ ਕੋਈ ਡਾਕਟਰ ਅਬੋਰਸ਼ਨ ਕਰਦਾ ਹੈ, ਬੇਸ਼ੱਕ ਲੜਕੀ ਨੇ ਕਿਹਾ ਹੈਗਾ, ਲੇਡੀ ਨੇ ਕਿਹਾ ਹੈਗਾ ਮੇਰੀ ਅਬੋਰਸ਼ਨ ਕਰ ਦਿਓ, ਠੀਕ ਹੈ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨੇ ਵਿਦ ਕੰਸੈਂਟ ਕੀਤਾ ਹੈ, ਇਹ ਹੈਗਾ ਜਿਹੜਾ ਅਫੈਂਸ ਹੈਗਾ, ਇੱਦਾਂ ਅਬੋਰਸ਼ਨ ਕਰਨਾ ਅਫੈਂਸ ਹੈਗਾ। ਪਰ ਜੇਕਰ ਕੋਈ ਗੁੱਡ ਫੇਥ ਦੇ ਵਿੱਚ ਕਰਨਾ ਪੈਂਦਾ ਹੈ, ਕੋਈ ਰੀਜ਼ਨ ਐਸਾ ਸਰਕਮਸਟੈਂਸ ਐਸੇ ਬਣ ਜਾਂਦੇ ਨੇ, ਠੀਕ ਹੈ, ਵੂਮਨ ਦਾ ਨੂੰ ਬਚਾਉਣ ਦੀ ਖਾਤਰ, ਉਹਦੀ ਲਾਈਫ ਦਾ ਖਤਰਾ ਹੈ, ਉਹਦੀ ਲਾਈਫ ਦਾ ਖਤਰਾ ਹੈਗਾ, ਫਿਰ ਕੋਈ ਮਿਸਕੈਰੇਜ ਕਰਨੀ ਹੁੰਦੀ ਹੈ, ਕਿਸੇ ਕਾਰਨ ਕਰਨੀ ਪੈਂਦੀ ਹੈ ਇਨ ਗੁੱਡ ਫੇਥ ਆਫ ਦਾ ਪੇਸ਼ੈਂਟ, ਤਦ ਵੱਖਰੀ ਗੱਲ ਹੈਗੀ ਹੈ। ਅਦਰਵਾਈਜ਼ ਜੇ ਅਸੀਂ ਗੁੱਡ ਫੇਥ ਦੇ ਵਿੱਚ ਨਹੀਂ ਕਰਦੇ, ਵਲੰਟਲੀ ਜਾਣਬੁੱਝ ਕੇ ਕਰਦੇ ਨੇ, ਮਿਸਕੈਰੇਜ ਕਰਨ ਦੇ ਮਕਸਦ ਨਾਲ ਕਰਦੇ ਹੋ, ਤਾਂ ਓਪਨਲੀ ਕੇਸ ਦੀ ਜਿਹੜੀ ਸਜ਼ਾ ਹੈਗੀ ਹੈ ਉਹ 3 ਸਾਲ ਦੀ ਵੀ ਹੁੰਦੀ ਹੈ ਤੇ 7 ਸਾਲ ਤੱਕ ਦੀ ਸਜ਼ਾ ਵੀ ਹੁੰਦੀ ਹੈ। ਨੈਕਸਟ, ਕਾਜ਼ਿੰਗ ਮਿਸਕੈਰੇਜ ਵਿਦਆਊਟ ਵੂਮਨਸ ਕੰਸੈਂਟ।
ਹੁਣ 313 ਦੇ ਵਿੱਚ ਹੈਗਾ ਵੀ ਵੂਮਨ ਨੇ ਕੋਈ ਕੰਸੈਂਟ ਨਹੀਂ ਦਿੱਤੀ, ਕੋਈ ਰੀਜ਼ਨ ਹੋਰ ਹੈਗਾ, ਕਿਸੇ ਨੇ ਹੋਰ ਨੇ ਉਸ ਨੂੰ ਕੁਝ ਜਾਣਬੁੱਝ ਕੇ, ਠੀਕ ਹੈ, ਵਿਦਆਊਟ ਦ ਕੰਸੈਂਟ ਆਫ ਦ ਵੂਮਨ, ਵੈਦਰ ਦ ਵੂਮਨ ਇਜ਼ ਕੁਇਕ ਵਿਦ ਚਾਈਲਡ ਔਰ ਨਾਟ, ਬੇਸ਼ੱਕ ਬੱਚਾ ਪੈਦਾ ਹੋਣ ਦੀ ਨੇੜੇ ਹੋਵੇ ਜਾਂ ਨਾ ਹੋਵੇ, ਜੇਕਰ ਭਰੂਣ ਬੇਸ਼ੱਕ ਛੋਟਾ ਹੋਵੇ ਚਾਹੇ ਵੱਡਾ ਹੋਵੇ, ਇਹ ਕਹਿ ਲਈਏ ਆਪਾਂ, ਠੀਕ ਹੈ, ਵਿਦਆਊਟ ਦਾ ਵੂਮਨਸ ਕੰਸੈਂਟ, ਵੂਮਨ ਨੂੰ ਨਹੀਂ ਪਤਾ ਵੀ ਮੇਰਾ ਕੋਈ ਡਿਸਚਾਰਜ, ਮੇਰਾ ਕੋਈ ਇਹ ਆਪਣਾ ਅਬੋਰਸ਼ਨ ਕਰਨ ਵਾਲਾ ਹੈ, ਉਹਨੂੰ ਕਿਸੇ ਹਾਲਤ ਦੇ ਵਿੱਚ ਮਤਲਬ ਹਸਪੀਟਲ ਲੈ ਕੇ ਗਿਆ ਹੋਵੇ, ਕੋਈ ਵੀ ਉਹਦਾ ਰਿਲੇਟਿਵ ਲੈ ਕੇ ਗਿਆ ਹੋਵੇ, ਹਸਬੈਂਡ ਲੈ ਕੇ ਗਿਆ ਹੋਵੇ ਜਾਂ ਕੋਈ ਹੋਰ ਲੈ ਕੇ ਗਿਆ ਹੋਵੇ, ਤੇ ਪਰ ਜਾਣਬੁੱਝ ਕੇ ਵਿਦਆਊਟ ਹਰ ਕੰਸੈਂਟ ਉਹਦਾ ਜਿਹੜਾ ਅਬੋਰਸ਼ਨ ਕਰ ਦਿੱਤਾ ਜਾਵੇ, ਠੀਕ ਹੈ, ਤਦ ਕੀ ਹੈਗਾ, ਜਿਹੜੀ ਸਜ਼ਾ ਹੈਗੀ ਹੈ ਉਹ ਹੈਗੀ ਸ਼ੈਲ ਬੀ ਪਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਫॉर ਲਾਈਫ, ਤਾਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ, 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ, ਵਿਦ ਫਾਈਨ ਵੀ ਹੋ ਸਕਦਾ ਹੈ, ਇਫ ਦਾ ਮਿਸਕੈਰੇਜ ਹੈਜ਼ ਬੀਨ ਡਨ ਵਿਦਆਊਟ ਦ ਕੰਸੈਂਟ ਆਫ ਦ ਵੂਮਨ। 312 ਦੇ ਕੇਸ ਕੰਸੈਂਟ ਦੀ ਪਰ ਬੇਸ਼ੱਕ ਨਹੀਂ ਲਿਖਿਆ ਹੈਗਾ, ਪਰ ਕੰਸੈਂਟ ਦਿੱਤੀ ਗਈ ਹੈ, ਕੰਸੈਂਟ ਦੇਣ ਦੇ ਬਾਵਜੂਦ ਵੀ ਫਿਰ ਕੋਈ ਕੰਸੈਂਟ ਦੇ ਇਵਜ਼ ਵਿੱਚ ਵੀ ਕੋਈ ਮਿਸਕੈਰੇਜ ਕਰਦਾ ਤਦ ਵੀ ਉਹ offensive ਹੈਗੀ ਹੈ, ਪਨਿਸ਼ੇਬਲ ਹੈਗੀ ਹੈ। ਸੈਕਸ਼ਨ 314 ਕੀ ਕਹਿੰਦਾ, ਡੈਥ ਕਾਜ਼ਡ ਬਾਈ ਐਕਟ ਡਨ ਵਿਦ ਇੰਟੈਂਟ ਟੂ ਕਾਜ਼ ਮਿਸਕੈਰੇਜ, ਡੈਥ ਕਾਜ਼ਡ ਬਾਈ ਐਕਟ ਡਨ ਵਿਦ ਇੰਟੈਂਟ ਟੂ ਕਾਜ਼ ਮਿਸਕੈਰੇਜ, ਮਿਸਕੈਰੇਜ ਕਰਨ ਦਾ ਇਰਾਦਾ ਸੀਗਾ ਪਰ ਮੌਤ ਹੋ ਜਾਂਦੀ ਹੈ, ਮਿਸਕੈਰੇਜ ਦਾ ਇਰਾਦਾ ਸੀਗਾ ਹੋ ਜਾਂਦੀ ਹੈ ਮੌਤ। whoever with intent to cause the miscarriage of a woman with child does any act, ਕੋਈ ਐਸਾ ਐਕਟ ਕਰ ਦਿੱਤਾ ਜਾਂਦਾ ਹੈ ਉਸ ਲੇਡੀ ਦੇ ਨਾਲ which causes the death of such woman, ਉਹ ਲੜਕੀ ਦੀ ਜਿਹੜੀ ਵੂਮਨ ਹੈ ਉਹਦੀ ਡੈਥ ਹੋ ਜਾਂਦੀ ਹੈ, ਕਰਨਾ ਤਾਂ ਅਬੋਰਸ਼ਨ ਸੀਗਾ, ਅਬੋਰਸ਼ਨ ਕਰਦੇ ਕਰਦੇ ਕੋਈ ਐਸੀ ਨੈਗਲੀਜੈਂਸੀ ਹੋ ਗਈ, ਉਹਦੀ ਲੜਕੀ ਦੀ ਡੈਥ ਹੋ ਜਾਂਦੀ ਹੈ, ਵੂਮਨ ਦੀ ਡੈਥ ਹੋ ਜਾਂਦੀ ਹੈ, shall be punished with imprisonment of either description for a term which may extend to 10 years, ਤਾਂ ਉੱਥੇ ਜਿਹੜਾ ਹੈਗਾ ਜਿਹੜਾ ਮਿਸਕੈਰੇਜ ਕਰਨ ਵਾਲਾ ਹੈਗਾ ਉਸਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। ਇਫ ਐਕਟ ਡਨ ਵਿਦਆਊਟ ਦਾ ਵੂਮਨਸ ਕੰਸੈਂਟ, ਦੇਖੋ ਉੱਪਰਲੇ ਪਹਿਲੇ ਦੇ ਵਿੱਚ ਹੈਗਾ ਵੀ ਮਿਸਕੈਰੇਜ ਕਰਨੀ ਸੀਗੀ, ਠੀਕ ਹੈ, ਹੋ ਗਈ ਡੈਥ, ਉੱਥੇ ਕੰਸੈਂਟ ਦਿੱਤੀ ਗਈ ਸੀ ਲੜਕੀ ਨੇ, ਲੇਡੀ ਨੇ, ਵੂਮਨ ਨੇ ਕੰਸੈਂਟ ਦਿੱਤੀ ਸੀਗੀ ਪਹਿਲੇ ਪੈਰੇ ਦੇ ਵਿੱਚ। ਦੂਜਾ ਪੈਰਾ ਹੈਗਾ ਇਫ ਐਕਟ ਡਨ ਵਿਦਆਊਟ ਦਾ ਵੂਮਨਸ ਕੰਸੈਂਟ, ਕੰਸੈਂਟ ਨਹੀਂ ਦਿੱਤੀ ਗਈ ਸੈਕੰਡ ਪੈਰੇ ਦੇ ਵਿੱਚ, ਤਾਂ ਜਿਹੜੀ ਸਜ਼ਾ ਹੈਗੀ ਹੈ ਉਹ ਉਮਰ ਕੈਦ ਤੱਕ ਦੀ ਹੋ ਸਕਦੀ ਹੈ, ਹੋ ਜਾਂਦੀ ਹੈ ਮੌਤ, ਕੰਸੈਂਟ ਨਹੀਂ ਸੀ ਦਿੱਤੀ, ਮਿਸਕੈਰੇਜ ਹੋ ਗਈ, ਕਰ ਦਿੱਤੀ, ਠੀਕ ਹੈ ਜੀ, ਅਬੋਰਸ਼ਨ ਕਰ ਦਿੱਤਾ, ਡੈਥ ਹੋ ਜਾਂਦੀ ਹੈ ਵੂਮਨ ਦੀ, ਵੂਮਨ ਨੇ ਕੋਈ ਕੰਸੈਂਟ ਨਹੀਂ ਸੀ ਦਿੱਤੀ, ਤਾਂ ਇੱਥੇ ਜਿਹੜੀ ਸਜ਼ਾ ਹੈਗੀ ਇੱਥੇ 10 ਸਾਲ ਤੱਕ ਦੀ ਗੱਲ ਨਹੀਂ ਕੀਤੀ ਗਈ, ਉੱਪਰ ਲਈ ਗਈ ਸਜ਼ਾ ਹੈਗੀ ਹੈ punished with imprisonment of either description for a term which may extend to 10 year। ਜਿਹੜਾ ਪਹਿਲਾ ਕੇਸ ਹੈ ਜਿੱਥੇ ਕੰਸੈਂਟ ਦਿੱਤੀ ਗਈ ਹੈ ਮਿਸਕੈਰੇਜ ਦੀ ਪਰ ਹੋ ਜਾਂਦੀ ਹੈ ਮੌਤ, ਉਸ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 10 ਸਾਲ ਤੱਕ ਦੀ ਹੋ ਸਕਦੀ ਹੈ, 10 ਸਾਲ ਜਾਂ 10 ਸਾਲ ਤੋਂ ਘੱਟ, ਵਿੱਚ may extend to 10 year, 5 ਸਾਲ ਦੀ, 7 ਸਾਲ ਦੀ, 8 ਸਾਲ ਦੀ, 10 ਸਾਲ ਦੀ ਸਜ਼ਾ ਹੋ ਸਕਦੀ ਹੈ। ਪਰ ਜਿੱਥੇ ਦੂਜੇ ਪੈਰੇ ਦੇ 314 ਸੈਕਸ਼ਨ ਦੇ ਦੂਜੇ ਪੈਰੇ ਦੀ ਗੱਲ ਕਰਦੇ ਆਪਾਂ, ਇੱਥੇ ਜੇਕਰ ਲੜਕੀ ਨੇ ਜਿਹੜੀ ਵੂਮਨ ਸੀਗੀ ਉਹਨੇ ਕੰਸੈਂਟ ਨਹੀਂ ਸੀ ਦਿੱਤੀ, ਉਹਦੀ ਮਿਸਕੈਰੇਜ ਹੋ ਗਈ, ਕਰ ਦਿੱਤੀ, ਠੀਕ ਹੈ, ਵਿਦਆਊਟ ਹਰ ਕੰਸੈਂਟ, ਤਾਂ ਪਰ ਉਹਦੀ ਡੈਥ ਹੋ ਜਾਂਦੀ ਹੈ ਉਸ ਵੂਮਨ ਦੀ, ਮਿਸਕੈਰੇਜ ਕਰਦੇ ਕਰਦੇ, ਅਬੋਰਸ਼ਨ ਕਰਦੇ ਕਰਦੇ ਡੈਥ ਹੋ ਜਾਂਦੀ ਹੈ, ਤਾਂ ਉਸ ਇਸ ਕੇਸ ਦੀ ਜਿਹੜੀ ਸਜ਼ਾ ਹੈਗੀ ਹੈ ਉਮਰ ਕੈਦ ਦੀ ਹੋ ਸਕਦੀ ਹੈ ਉਸ ਵਿਅਕਤੀ ਨੂੰ ਜਿਸ ਨੇ ਇੱਕ ਐਕਟ ਕੀਤਾ ਹੋਵੇ। Explanation है, it is not essential to this offense that the offender should know that the act is likely to cause death। ਉਹ ਕਹਿੰਦਾ ਵੀ ਇੱਥੇ ਇਸ ਸੈਕਸ਼ਨ ਦੇ ਵਿੱਚ ਇਹ ਹੈਗਾ ਵੀ ਕੋਈ ਜ਼ਰੂਰੀ ਨਹੀਂ ਸੀਗਾ ਇਹਨੂੰ ਪਤਾ ਹੋਵੇ ਵੀ ਹਾਂ ਮੌਤ ਹੋ ਸਕਦੀ ਹੈ, ਬੇਸ਼ੱਕ ਨੂੰ ਪਤਾ ਸੀ ਬੇਸ਼ੱਕ ਨਹੀਂ ਪਤਾ ਸੀਗਾ, ਹੁਣ ਤਾਂ ਮਿਸਕੈਰੇਜ ਕਰਨੀ ਸੀਗੀ, ਹੁਣ ਤਾਂ ਅਬੋਰਸ਼ਨ ਕਰਨਾ ਸੀ, ਹੋ ਜਾਂਦੀ ਹੈ ਡੈਥ। ਇੱਥੇ ਕੋਈ ਦੂਜੀ ਪਾਰਟੀ ਕਹਿੰਦੀ ਹੈ ਵੀ ਨਹੀਂ ਜੀ ਹੁਣ ਤਾਂ ਡਾਕਟਰ ਦਾ ਨੌਲੇਜ ਨਹੀਂ ਸੀਗੀ ਵੀ ਮੌਤ ਹੋ ਸਕਦੀ ਹੈ, ਨੌਲੇਜ ਹੈਗੀ ਸੀ ਚਾਹੇ ਨਹੀਂ ਹੈਗੀ ਸੀ ਪਰ ਮੌਤ ਹੋ ਗਈ। Next is section 315, act done with the intent to prevent child being born alive or to cause it to die after death। ਕੋਈ ਐਸਾ ਐਕਟ ਕਰ ਦਿੱਤਾ ਜਾਂਦਾ ਹੈ ਪ੍ਰੈਗਨੈਂਟ ਲੇਡੀ ਦੇ ਨਾਲ
ਜਿਹਦੇ ਨਾਲ ਇਹ ਸੋਚ ਕੇ ਇਹ ਇਰਾਦੇ ਦੇ ਨਾਲ ਵੀ ਜਿਹੜਾ ਬੱਚਾ ਹੈਗਾ ਉਹ ਅਲਾਈ ਪੈਦਾ ਨਾ ਹੋਵੇ, ਜਿੰਦਾ ਪੈਦਾ ਨਾ ਹੋਵੇ। ਜੇਕਰ ਜਿੰਦਾ ਪੈਦਾ ਹੋਵੇ ਤਾਂ ਬਾਹਰ ਆਉਂਦੀ ਉਹ ਮਰ ਜਾਵੇ। ਠੀਕ ਹੈ, ਐਸਾ ਕੋਈ ਐਕਟ ਕਰ ਦਿੱਤਾ ਜਾਂਦਾ ਹੈ, ਕੋਈ ਐਸੀ offense ਕਰ ਦਿੱਤਾ ਜਾਂਦਾ ਹੈ, ਕੋਈ ਐਸਾ ਇਲੀਗਲ ਐਕਟ ਕੀਤਾ ਜਾਂਦਾ ਹੈ ਉਸ ਵਿਅਕਤੀ ਵੱਲੋਂ, ਕਿਸੇ ਡਾਕਟਰ ਵੱਲੋਂ ਜਾਂ ਕਿਸੇ ਵੀ ਵਿਅਕਤੀ ਵੱਲੋਂ, whoever before the birth of any child does any act with the intention of thereby preventing that child from being born alive, ਵੀ ਬੱਚਾ ਜਿੰਦਾ ਪੈਦਾ ਨਾ ਹੋ ਜਾਵੇ ਕਿਤੇ, ਔਰ causing it to be die after the birth, ਜੇ ਪੈਦਾ ਹੋਵੇ ਜਿੰਦਾ ਪੈਦਾ ਹੋ ਜਾਏ ਪਰ ਉਹ ਨਾਲ ਦੀ ਨਾਲ ਮਰ ਜਾਵੇ ਬਾਹਰ ਆਉਂਦੇ ਹੀ, ਪਰ ਉਹਦਾ ਗੁੱਡ ਫੇਥ ਨਾ ਹੋਵੇ ਇੱਥੇ। ਠੀਕ ਹੈ, ਵਿਦਆਊਟ ਐਨੀ ਗੁੱਡ ਫੇਥ, ਕੋਈ ਇਦਾਂ ਦਾ ਉਹ ਨਾ ਹੋਵੇ ਵੀ ਲੜਕੀ ਨੂੰ ਬਚਾਉਣ ਦੀ ਖਾਤਰ ਕੋਈ ਐਸਾ ਕੁਝ ਕੀਤਾ ਜਾਂਦਾ ਹੋਵੇ, ਵਿਦਆਊਟ ਐਨੀ ਗੁੱਡ ਫੇਥ, ਨਾਟ ਕਾਜ਼ਡ ਇਨ ਗੁੱਡ ਫੇਥ। ਤਾਂ ਕੀ ਹੈਗਾ, ਫਾਰ ਦਾ ਪਰਪਸ ਸੇਵਿੰਗ ਦਾ ਲਾਈਫ ਆਫ ਦਾ ਮਦਰ ਦੀ ਲਾਈਫ ਨੂੰ ਸੇਵ ਕਰਨ ਦੀ ਖਾਤਰ ਗੁੱਡ ਫੇਥ ਵਿੱਚ ਕੰਮ ਨਾ ਕੀਤਾ ਗਿਆ ਹੋਵੇ। ਠੀਕ ਹੈ, ਵਿਦਆਊਟ ਐਨੀ ਗੁੱਡ ਫੇਥ, ਵਿਦ ਅਟੈਂਸ਼ਨ, ਇਸ ਅਟੈਂਸ਼ਨ ਦੇ ਨਾਲ ਕੋਈ ਐਕਟ ਕੀਤਾ ਗਿਆ ਹੋਵੇ ਵੀ ਜੇ ਬੱਚਾ ਜਿੰਦਾ ਪੈਦਾ ਨਾ ਹੋਵੇ, ਜੇ ਜਿੰਦਾ ਪੈਦਾ ਹੋਵੇ ਤਾਂ ਉਹ ਆਂਦੀ ਬਾਹਰ ਆਂਦੀ ਮਰ ਜਾਵੇ। ਇੱਦਾਂ ਦਾ ਜੇ ਕਿਸੇ ਵੇਲੇ ਐਕਟ ਕੀਤਾ ਜਾਂਦਾ ਹੈਗਾ ਤਾਂ ਜਿਹੜੀ ਉਹਦੀ ਸਜ਼ਾ ਹੈਗੀ ਹੈ ਉਹ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। 10 ਸਾਲ ਤੋਂ ਘੱਟ ਜਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਫਾਈਨ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ। ਨੈਕਸਟ ਹੈ ਸੈਕਸ਼ਨ 316, ਕਾਜ਼ਿੰਗ ਡੈਥ ਆਫ ਕੁਇਕ ਅਨਬੋਰਨ ਚਾਈਲਡ by act amounting to culpable homicide। quick unborn child, quick unborn child ਮਤਲਬ ਇਹ ਹੁੰਦਾ ਹੈ ਵੀ ਬੱਚੇ ਦੀ ਧੜਕਣ ਆ ਚੁੱਕੀ ਹੋਵੇ, ਬੱਚਾ ਪੈਦਾ ਹੋ ਸਕਦਾ ਹੋਵੇ, ਜਿੰਦਾ ਪੈਦਾ ਹੋ ਸਕਦਾ ਹੋਵੇ, ਜੇ ਉਸ ਕੇਸ ਦੇ ਵਿੱਚ ਉਹਦੀ ਡੈਥ ਹੋ ਜਾਂਦੀ ਹੈ। ਐਦਾਂ ਦੇ ਮਤਲਬ ਕਿ ਕਾਜ਼ਿੰਗ ਡੈਥ ਆਫ ਕੁਇਕ ਅਨਬੋਰਨ ਚਾਈਲਡ ਬਾਈ ਐਕਟ ਅਮਾਊਂਟਿੰਗ ਟੂ ਕਲਪੇਬਲ ਹੋਮੀਸਾਈਡ, ਇਸ ਨੂੰ ਅਸੀਂ ਕੀ ਕਹਾਂਗੇ, ਇਹਨੂੰ ਅਸੀਂ ਕਲਪੇਬਲ ਹੋਮੀਸਾਈਡ ਕਹਾਂਗੇ, ਮਰਡਰ ਕਹਾਂਗੇ ਇੱਕ ਤਰ੍ਹਾਂ ਦਾ। ਮਰਡਰ ਦਾ 300 ਸੈਕਸ਼ਨ 'ਚ ਆ ਗਿਆ, ਇੱਥੇ 299 ਸੈਕਸ਼ਨ ਲੱਗੇਗੀ। ਕਲਪੇਬਲ ਹੋਮੀਸਾਈਡ ਦੀ ਪਰਿਭਾਸ਼ਾ 'ਚ ਆਏਗਾ ਜੇਕਰ ਬੱਚੇ ਦੀ ਕਿਸੇ ਦੀ ਕੁਇਕ ਅਨਬੋਰਨ ਹੋਵੇ, ਕਾਜ਼ਿੰਗ ਡੈਥ ਹੋ ਜਾਏ ਉਹਦੀ ਕਿਸੇ ਐਕਟ ਕਰਨ ਦੇ ਨਾਲ। whoever does any act under such circumstances that if he thereby cause death he would be guilty of culpable homicide। ਕੋਈ ਐਸਾ ਐਕਟ ਕਰ ਦਿੱਤਾ ਜਾਂਦਾ ਹੈ ਵੀ ਜਿਹੜਾ ਬੱਚਾ ਸੀ ਕੁਇਕ ਬੋਰਨ ਹੋਣ ਵਾਲਾ ਸੀਗਾ ਪਰ ਉਹਦੀ ਮੌਤ ਹੋ ਜਾਂਦੀ ਹੈ, ਤਾਂ ਐਸੇ ਕੇਸ ਦੇ ਵਿੱਚ ਕੀ ਹੋਏਗਾ, ਜਿਹੜਾ ਉਹਨੂੰ ਲੱਗੇਗੀ ਸੈਕਸ਼ਨ ਲੱਗੇਗੀ ਉਹ ਕਲਪੇਬਲ ਹੋਮੀਸਾਈਡ ਦੀ ਸੈਕਸ਼ਨ ਲੱਗੇਗੀ, ਐਕਸੀਡੈਂਟ ਜਿਸ ਦੇ ਵਿੱਚ ਕੀ ਸਜ਼ਾ ਜਿਹੜੀ ਹੈਗੀ ਆ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ ਜਿਹਨੇ ਇਹ ਐਕਟ ਕੀਤਾ ਹੈ, ਤੇ ਫਾਈਨ ਵੀ ਹੋ ਸਕਦਾ ਹੈ। ਐਗਜ਼ਾਮਪਲ ਦੇਖਦੇ ਹਾਂ, ਇਹ ਨੋਇੰਗ ਦੈਟ ਹੀ ਇਜ਼ ਲਾਈਕਲੀ ਟੂ ਕਾਜ਼ ਦਾ ਡੈਥ ਆਫ ਪ੍ਰੈਗਨੈਂਟ ਵੂਮਨ। ਇਹਨੂੰ ਪਤਾ ਹੈਗਾ, ਇਹ ਨੋਇੰਗ ਦੈਟ ਹੀ ਇਜ਼ ਲਾਈਕਲੀ ਟੂ ਕਾਜ਼ ਦਾ ਡੈਥ ਆਫ ਅ ਪ੍ਰੈਗਨੈਂਟ ਵੂਮਨ ਡਜ਼ ਐਨ ਐਕਟ ਵਿਚ if it caused the death of a woman। ਇਹਨੂੰ ਪਤਾ ਹੈ ਵੀ ਜੇ ਮੈਂ ਕੋਈ ਐਕਟ ਕਰਦਾ ਪ੍ਰੈਗਨੈਂਟ ਵੂਮਨ ਦੇ ਅਗੇਂਸਟ, ਠੀਕ ਹੈ, ਤਾਂ ਉਹਦੀ ਮੌਤ ਹੋ ਸਕਦੀ ਹੈ, would amount to culpable। ਜਦੋਂ ਉਹਨੂੰ ਪਤਾ ਹੈ ਵੀ ਮੌਤ ਹੋ ਸਕਦੀ ਹੈ, ਉਹਨੂੰ ਮਾਰ ਨਹੀਂ ਰਿਹਾ, ਕੋਈ ਐਕਟ ਇਦਾਂ ਦਾ ਕਰਦਾ ਹੈ ਜਿਹਦੇ ਵਿੱਚ ਉਹਨੂੰ ਪਤਾ ਵੀ ਇਹਦੀ ਮੌਤ ਹੋ ਸਕਦੀ ਹੈ, ਤਾਂ ਇੱਥੇ ਕੀ ਹੋਏਗਾ, he is punishable under the culpable homicide। The woman is injured but does not die। ਜਿਹੜੀ ਵੂਮਨ ਹੈਗੀ ਹੈ ਉਹ ਜ਼ਖਮੀ ਤਾਂ ਜ਼ਰੂਰ ਹੋ ਜਾਂਦੀ ਹੈ ਪਰ ਮੌਤ ਨਹੀਂ ਉਹਦੀ ਹੁੰਦੀ। ਠੀਕ ਹੈ, but the death of an unborn quick child with which she is pregnant, ਪਰ ਜਦੋਂ ਉਹ ਪ੍ਰੈਗਨੈਂਟ ਸੀਗੀ ਉਸ ਵੇਲੇ ਉਹ ਜਿਹੜਾ ਬੱਚਾ ਸੀ ਅਨਬੋਰਨ ਚਾਈਲਡ ਸੀਗਾ ਉਹਦੀ ਡੈਥ ਹੋ ਜਾਂਦੀ ਹੈ। he is guilty of the offence defined in this section। ਜਿਹੜਾ ਇਹ ਹੋਗਾ ਉਹ ਗਿਲਟੀ ਹੋਇਆ, ਕਾਹਦਾ ਗਿਲਟੀ ਹੋਏਗਾ, ਕਲਪੇਬਲ ਹੋਮੀਸਾਈਡ ਦਾ ਅੰਡਰ ਸੈਕਸ਼ਨ 299, ਉਸ ਨੂੰ ਜਿਹੜੀ ਸਜ਼ਾ ਇੱਥੇ 10 ਸਾਲ ਤੱਕ ਦੀ ਹੋ ਸਕਦੀ ਹੈ। ਨੈਕਸਟ ਹੈ ਸੈਕਸ਼ਨ 317, ਐਕਸਪੋਜ਼ਰ ਐਂਡ ਅਬੰਡਨਮੈਂਟ ਆਫ ਚਾਈਲਡ ਅੰਡਰ 12 years of the age by the parent or persons having care of it। ਕੋਈ ਪੇਰੈਂਟਸ ਨੇ, ਕੋਈ ਹਸਬੈਂਡ ਵਾਈਫ ਨੇ, ਬੱਚੇ ਦੇ ਮਦਰ ਤੇ ਫਾਦਰ ਨੇ, ਜਾਂ ਕੋਈ ਹੋਰ ਉਹਦਾ ਜਿਹਨੂੰ ਕੋਈ ਉਹਦੀ ਮਤਲਬ ਕਿ ਕੇਅਰ ਦਿੱਤੀ ਗਈ ਹੋਵੇ, ਜਾਂ ਕੋਈ ਉਹ ਵਿਅਕਤੀ ਹੋਵੇ ਕਿਸੇ ਬੱਚੇ ਨੂੰ ਜਿਹਦੀ ਉਮਰ 12 ਸਾਲ ਤੋਂ ਘੱਟ ਹੋਵੇ, under the age shall expose or leave such child in any place within the attention। ਉਸ ਨੂੰ ਕਿਸੇ ਐਸੀ ਖੁੱਲੀ ਵੀਰਾਨ ਜਗ੍ਹਾ ਤੇ ਛੱਡਿਆ ਹੋਵੇ, wholly abandoning such child shall be punished। ਕਿਸੇ ਐਸੀ ਵੀਰਾਨ ਜਗ੍ਹਾ ਤੇ ਛੱਡ ਦੇਵੇ, ਠੀਕ ਹੈ, ਜਿੱਥੇ ਲੱਗਦਾ ਵੀ ਉਹ ਭੁੱਖ ਦੇ ਨਾਲ ਮਰ ਜਾਏਗਾ,
ਤਾਂ ਇਸ ਕੇਸ ਦੇ ਵਿੱਚ 12 ਸਾਲ ਤੋਂ ਛੋਟੇ ਬੱਚੇ ਨੂੰ ਜਦੋਂ ਅਸੀਂ ਕੋਈ ਉਹਦੇ ਪੇਰੈਂਟਸ ਜਾਂ ਤਾਂ ਕੋਈ ਹੋਰ ਵਿਅਕਤੀ ਜਿਹੜਾ ਉਹਦੀ ਕੇਅਰ ਕਰਦਾ ਹੈਗਾ ਕਿਸੇ ਫਲਾਣ ਜਗ੍ਹਾ ਤੇ ਛੱਡ ਦੇਵੇ, ਠੀਕ ਹੈ, ਪੁਲਿਸ ਤਾਂ ਉਹਨੂੰ ਕਿੰਨੀ ਸਜ਼ਾ ਹੋ ਸਕਦੀ ਹੈ? ਹੀ ਸ਼ੈਲ ਬੀ ਪਨਿਸ਼ੇਬਲ ਵਿਦ ਇੰਪ੍ਰਿਜ਼ਨਮੈਂਟ ਆਫ 7 years ਔਰ ਵਿਦ ਫਾਈਨ ਔਰ ਵਿਦ ਬੋਥ। ਇੱਥੇ ਕਿਹਾ ਹੈ ਵੀ ਇਸ ਕੇਸ ਦੇ ਵਿੱਚ ਜੇਕਰ ਬੱਚੇ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਦੇ ਕੇਸ ਉਹਦੇ ਨਾਲ ਇਹਦੇ ਨਾਲ ਜਿਹੜਾ ਹੈਗਾ ਕਲਪੇਬਲ ਹੋਮਿਸਾਈਡ ਦਾ ਜਿਹੜਾ offense ਹੈਗਾ ਉਹਦੇ ਤੋਂ ਵੀ ਉਹ ਬੰਦਾ ਬਚ ਨਹੀਂ ਸਕਦਾ ਚਾਈਲਡ ਦੀ ਜੇ ਮੌਤ ਹੋ ਜਾਂਦੀ ਹੈ। ਦੋਨੇ ਸੈਕਸ਼ਨ ਲੱਗਣਗੀਆਂ, ਇਹ ਵੀ ਲੱਗੇਗੀ ਤੇ ਨਾਲ ਉਹ ਵੀ ਲੱਗੇਗੀ। ਨੈਕਸਟ ਹੈ ਸੈਕਸ਼ਨ 318 ਕੰਸੀਲਮੈਂਟ ਆਫ ਬਰਥ ਨੂੰ ਛੁਪਾਉਣਾ। ਕੰਸੀਲਮੈਂਟ ਆਫ ਬਰਥ ਬਾਈ ਸੀਕ੍ਰੇਟ ਡਿਸਪੋਜ਼ਲ ਆਫ ਡੈਡ ਬੋਡੀ। ਕੋਈ ਬੱਚੇ ਦੀ ਬਰਥ ਹੋਈ ਹੈ, ਨਿਊ ਬੋਰਨ ਬੇਬੀ ਦੀ ਬਰਥ ਹੋਈ ਹੈ, ਠੀਕ ਹੈ, ਡੈਡ ਬੋਡੀ ਉਹ ਬੱਚਾ ਦੀ ਪੈਦਾ ਹੁੰਦੇ ਹੋਏ ਜਾਂ ਅੰਦਰ ਹੀ ਕੋਖ ਦੇ ਵਿੱਚ ਜਾਂ ਡੂਰਿੰਗ ਦਾ ਪ੍ਰੈਗਨੈਂਸੀ ਜਾਂ ਬਾਹਰ ਆ ਕੇ ਡੈਥ ਹੋ ਜਾਂਦੀ ਹੈ ਬੱਚੇ ਦੀ, ਪੇਟ ਦੇ ਅੰਦਰ ਡੈਥ ਹੋ ਜਾਂਦੀ ਹੈ ਜਾਂ ਡਿਲੀਵਰੀ ਟਾਈਮ ਡੈਥ ਹੋ ਜਾਂਦੀ ਹੈ ਜਾਂ ਡਿਲੀਵਰੀ ਤੋਂ ਬਾਹਰ ਆ ਕੇ ਡੈਥ ਹੋ ਜਾਂਦੀ ਹੈ। ਕਿਸੇ ਵੀ ਰੀਜ਼ਨ ਮੇ ਵੀ ਕੋਈ ਹੋ ਸਕਦਾ ਹੈਗਾ, ਪਰ ਉਸ ਬੱਚੇ ਦੀ ਡੈਡ ਬੋਡੀ ਨੂੰ ਛੁਪਾਉਣ ਦੀ ਖਾਤਰ ਜੋ ਕੁਝ ਛੁਪਾਉਂਦਾ ਹੈਗਾ ਉਸ ਬੱਚੇ ਦੀ ਡੈਡ ਬੋਡੀ ਨੂੰ ਕੰਸੀਲ ਕਰਦਾ ਹੈਗਾ ਤਾਂ ਉਸ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸਨੂੰ, ਜੋ ਕਿ ਉਸ ਡੈਡ ਬੋਡੀ ਨੂੰ ਕੰਸੀਲ ਕਰਦਾ, ਛੁਪਾਉਂਦਾ, ਇੱਧਰ ਉੱਧਰ ਕਿਤੇ ਛੁਪਾਉਂਦਾ ਤਾਂ ਕਿ ਮਤਲਬ ਕਿ 2 ਸਾਲ ਦੇ ਲਈ ਸਜ਼ਾ ਦਾ ਭਾਗੀ ਹੋਏਗਾ ਤੇ ਫਾਈਨ ਵੀ ਹੋ ਸਕਦਾ, ਦੋਨੋਂ ਵੀ ਹੋ ਸਕਦੇ ਨੇ। ਨੈਕਸਟ ਆ ਗਿਆ ਜੀ ਹਰਟ ਇਨ ਸੈਕਸ਼ਨ 319 whoever causes bodily pain, ਕਿਸੇ ਦੇ ਵਿਅਕਤੀ ਨੂੰ ਕਿਸੇ ਦੀ ਬੋਡੀ ਨੂੰ ਕੋਈ ਪੇਨ ਦੇਣਾ, ਕੋਈ ਸੱਟ ਮਾਰ ਕੇ ਪੇਨ ਦੇਣਾ, ਡਿਜ਼ੀਜ਼ ਔਰ ਇਨਫਰਮਿਟੀ ਜਾਂ ਕੋਈ ਉਹਨੂੰ ਹੋਰ ਕਮਜ਼ੋਰ ਕਰ ਦੇਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤਾਂ ਉਸ ਨੂੰ ਕੀ ਕਹਿੰਦੇ ਅਸੀਂ ਟੂ ਐਨੀ ਪਰਸਨ ਇਜ਼ ਸੈਡ ਟੂ ਬੀ ਕਾਜ਼ ਦਾ ਹਰਟ। ਤਾਂ ਅਸੀਂ ਕਹਿੰਦੇ ਵੀ ਉਸਨੂੰ ਹਰਟ ਪਹੁੰਚੀ ਹੈ, ਠੀਕ ਹੈ, ਉਹਦਾ ਨੁਕਸਾਨ ਹੋਇਆ, ਉਹਦੀ ਬੋਡੀ ਦਾ ਨੁਕਸਾਨ ਹੋਇਆ ਹੈਗਾ ਤਾਂ ਉਸਨੂੰ ਅਸੀਂ ਹਰਟ ਕਹਿੰਦੇ ਆ। ਹਰਟ ਹੈ ਤੇ ਦੂਜੀ ਹਰਟ ਦੇ ਨਾਲ ਹੈ ਗ੍ਰੀਵੀਅਸ ਹਰਟ, ਠੀਕ ਹੈ, ਬਹੁਤ ਜ਼ਿਆਦਾ ਕਿਸੇ ਨੂੰ ਨੁਕਸਾਨ ਕਰਨਾ, ਕਿਸੇ ਦੀ ਬੋਡੀ ਦਾ ਨੁਕਸਾਨ ਕਈ ਤਰੀਕੇ ਦਾ ਵੀ ਹੋ ਸਕਦਾ ਹੈ। ਇਹ ਗ੍ਰੀਵੀਅਸ ਹਰਟ ਦੀ ਡੈਫੀਨੇਸ਼ਨ ਦਿੱਤੀ ਗਈ ਹੈ, ਦ ਫੋਲੋਇੰਗ ਕਾਈਂਡਸ ਆਫ ਹਰਟ ਓਨਲੀ ਆਰ ਡੈਜ਼ਿਗਨੇਟਡ ਐਜ਼ ਗ੍ਰੀਵੀਅਸ ਹਰਟ। ਜਿਹੜੀਆਂ ਥੱਡੀਆਂ ਕੁਝ ਕਾਈਂਡ ਦਿੱਤੀਆਂ ਗਈਆਂ ਨੇ, ਇਹ 7, 8 ਕੁਝ ਕਾਈਂਡ ਦਿੱਤੀਆਂ ਗਈਆਂ ਨੇ, ਇਹਨਾਂ ਨੂੰ ਹੀ ਗ੍ਰੀਵੀਅਸ ਹਰਟ ਕਹਿ ਸਕਦੇ ਹਾਂ। ਜੇ ਕੋਈ ਮਾੜਾ ਮੋਟਾ ਜ਼ਖਮ ਹੋਇਆ ਹੋਰ ਹੋਇਆ ਤਾਂ ਉਸਨੂੰ ਅਸੀਂ ਗ੍ਰੀਵੀਅਸ ਹਰਟ ਨਹੀਂ ਕਹਿ ਸਕਦੇ, ਕਿਉਂਕਿ ਹਰਟ ਦੀ ਜਿਹੜੀ ਪਰਿਭਾਸ਼ਾ ਹੋ ਰਿਹਾ ਤੇ ਗ੍ਰੀਵੀਅਸ ਹਰਟ ਦੀ ਜਿਹੜੀ ਹਰਟ ਦੇ ਵਿੱਚ ਸਜ਼ਾ ਹੋ ਰਿਹਾ, ਗ੍ਰੀਵੀਅਸ ਹਰਟ ਦੇ ਵਿੱਚ ਸਜ਼ਾ ਹੋ ਰਹੀ ਹੈ, ਠੀਕ ਹੈ। ਜੇਕਰ ਕਿਸੇ ਵਿਅਕਤੀ ਨੂੰ ਸੱਟ ਲੱਗੀ ਹੈ ਜਾਂ ਗਹਿਰੀ ਸੱਟ ਲੱਗੀ ਹੈ, ਠੀਕ ਹੈ, ਉਹ ਦੋਹੇ ਵੱਖਰੀਆਂ ਗੱਲਾਂ ਹੈਗੀਆਂ ਨੇ। ਸੱਟ ਲੱਗਣਾ ਕੁਛ ਹੋਰ ਗੱਲ ਹੈ, ਗਹਿਰੀ ਸੱਟ ਲੱਗਣਾ ਕੁਛ ਹੋਰ ਗੱਲ ਹੈ। ਗਹਿਰੀ ਸੱਟ ਦੀ ਵੱਖਰੀ ਸਜ਼ਾ ਹੋਏਗੀ। ਹੁਣ ਗਹਿਰੀ ਸੱਟ ਜਿਹਨੂੰ ਅਸੀਂ ਗ੍ਰੀਵੀਅਸ ਹਰਟ ਕਹਿੰਦੇ ਆ, ਉਹਦੇ ਵਿੱਚ ਇਹ ਜਿਹੜੇ ਪੁਆਇੰਟਸ ਨੇ ਸ਼ਾਮਲ ਹੁੰਦੇ ਨੇ। ਫਸਟਲੀ ਕੀ ਹੈ? ਇਮੈਸਕੂਲੇਸ਼ਨ ਕੀ ਹੈ? ਕਿਸੇ ਵਿਅਕਤੀ ਨੂੰ ਖੱਸੀ ਕਰ ਦੇਣਾ, ਠੀਕ ਹੈ, ਪਕੜ ਕੇ ਉਸਨੂੰ ਖੱਸੀ ਕਰ ਦੇਣਾ, ਇਹ ਇਮੈਸਕੂਲੇਸ਼ਨ ਹੈਗੀ ਹੈ, ਇਹ ਗ੍ਰੀਵੀਅਸ ਹਰਟ ਹੈਗੀ ਹੈ। ਇਸ ਦੋਸ਼ ਦੇ ਵਿੱਚ ਜਿਹੜਾ ਵਿਅਕਤੀ ਹੈਗਾ ਜਿਸ ਨੇ ਇਹ offense ਕਮਿਟ ਕੀਤਾ ਹੈ, ਉਸ ਨੂੰ ਗ੍ਰੀਵੀਅਸ ਹਰਟ ਦੀ ਡੈਫੀਨੇਸ਼ਨ ਦੇਖਦੇ ਹੋਏ ਤਾਂ ਉਸ ਨੂੰ ਜਿਹੜੀ ਸਜ਼ਾ ਹੈਗੀ ਹੈ ਗ੍ਰੀਵੀਅਸ ਹਰਟ ਦੇ ਅਕੋਰਡਿੰਗ ਹੋਏਗੀ। ਸੈਕੰਡ ਹੈ ਪਰਮਾਨੈਂਟ ਪ੍ਰਾਈਵੇਸ਼ਨ ਆਫ ਦਾ ਸਾਈਟ ਆਫ ਆਈਦਰ ਆਈ। ਕੋਈ ਵੀ ਇੱਕ ਅੱਖ ਕਿਸੇ ਦੀ ਭੰਨ ਦੇਣਾ, ਠੀਕ ਹੈ, ਉਹਨੂੰ ਡਿਪਰਾਈਵ ਕਰ ਦੇਣਾ। ਦੋਨੋਂ ਅੱਖਾਂ ਨਾਲ ਬੰਦਾ ਦੇਖਦਾ ਸੀ, ਕਿਸੇ ਇੱਕ ਅੱਖ ਦੇ ਨਾਲ ਉਹਨੂੰ ਦੇਖਣ ਤੋਂ ਵਾਂਝਾ ਕਰ ਦੇਣਾ, ਠੀਕ ਹੈ, ਇਟ ਇਜ਼ ਆਲਸੋ ਏ ਗ੍ਰੀਵੀਅਸ ਹਰਟ। ਇਸੇ ਤਰੀਕੇ ਨਾਲ ਹੈਗਾ ਉਹਦਾ ਆਈਦਰ ਈਅਰ, ਕੋਈ ਉਹਦਾ ਜਿਹੜਾ ਸੁਣਨ ਵਾਲਾ ਕੰਨ ਹੈਗਾ ਉਹਨੂੰ ਵੀ ਕੋਈ ਡਿਪਰਾਈਵ ਕਰ ਦੇਣਾ, ਬੰਦੇ ਨੂੰ ਵਾਂਝੇ ਕਰ ਦੇਣਾ, ਕਿਸੇ ਇੱਕ ਕੰਨ ਤੋਂ ਸੱਟ ਮਾਰਨੀ, ਉਹਦਾ ਇੱਕ ਕੰਨ ਖਰਾਬ ਹੋ ਜਾਏ, ਖਤਮ ਹੋ ਜਾਵੇ, ਠੀਕ ਹੈ। ਮੈਂਬਰ ਔਰ ਜੁਆਇੰਟ, ਕੋਈ ਬੋਡੀ ਦਾ ਕੋਈ ਪਾਰਟ, ਕੋਈ ਜੁਆਇੰਟ, ਠੀਕ ਹੈ, ਉਹਨੂੰ ਨੁਕਸਾਨ ਕਰ ਦੇਣਾ, ਤੋੜ ਦੇਣਾ, ਭੰਨ ਦੇਣਾ, ਠੀਕ ਹੈ, that is also a grievous hurt। ਫਿਰ destruction or permanent impairing of the powers of any member of the joint। ਜੁਆਇੰਟ ਦਾ ਕੋਈ ਵੀ ਪਾਰਟ ਹੋਵੇ ਉਹਦਾ ਨੁਕਸਾਨ ਕਰ ਦੇਣਾ, ਪਰਮਾਨੈਂਟ ਇੰਪੇਅਰਿੰਗ ਕਰ ਦੇਣਾ, ਉਸਨੂੰ ਪਰਮਾਨੈਂਟ ਖਰਾਬ ਕਰ ਦੇਣਾ ਉਸਨੂੰ, ਤਾਂ ਕਿ ਜਿਹੜਾ ਹੋਏਗਾ ਉਹ ਵਾਂਝਾ ਹੋ ਜਾਵੇ, ਡਿਪਰਾਈਵ ਹੋ ਜਾਵੇ ਆਪਣੇ ਇਸ ਜੁਆਇੰਟ ਤੋਂ। ਕੋਈ ਕੂਹਣੀ ਦਾ ਜੁਆਇੰਟ ਹੋਵੇ, ਕੋਈ ਮੋਢੇ ਦਾ ਜੁਆਇੰਟ ਹੋਵੇ, ਕੋਈ ਗੋਡੇ ਦਾ ਜੁਆਇੰਟ ਹੋਵੇ, ਠੀਕ ਹੈ, ਉਹਦਾ ਨੁਕਸਾਨ ਕਰ ਦੇਣਾ ਤਾਂ ਕਿ ਉਹ ਉਸ ਤੋਂ ਵਾਂਝਾ ਹੋ ਜਾਵੇ। ਤੇ ਇਸ ਨੂੰ ਵੀ ਅਸੀਂ ਕੀ ਕਹਾਂਗੇ? ਗ੍ਰੀਵੀਅਸ ਹਰਟ ਦਿੱਤੀ ਗਈ ਹੈ ਉਸ ਵਿਅਕਤੀ ਨੂੰ, ਜਿਹੜਾ ਬੰਦਾ ਜਿਸਨੇ ਕੀਤੀ ਹੈ, that is punishable
under the grievous hurt. Next sixthly हैगा permanent disfiguration of the head or face, किसी ਦਾ ਬੰਦੇ ਦਾ ਮੂੰਹ ਸ਼ਕਲ ਵਿਗਾੜ ਦੇਣੀ, ਹੈਡ ਵਿਗਾੜ ਦੇਣਾ, ਸ਼ਕਲ ਵਿਗਾੜ ਦੇਣੀ ਤੇ ਐਸੀ ਸੱਟ ਮਾਰਨੀ ਕਿ ਉਹਦਾ ਮੂੰਹ ਹੀ ਵਿੰਗਾ ਹੋ ਜਾਵੇ, ਬੇਸੁਰਾ ਹੋ ਜਾਵੇ, ਬੇਕਾਰ ਹੋ ਜਾਵੇ, ਠੀਕ ਹੈ, ਉਹਦੀ ਸ਼ਕਲ ਵਿਗੜ ਜਾਵੇ, ਡਿਸਫਿਗਰੇਸ਼ਨ, ਉਹਦੀ ਜਿਹੜੀ ਫਿਗਰ ਹੈ ਪ੍ਰੋਪਰ ਨਾ ਰਹੇ, ਉਹ ਵਿੰਗੀ ਟੇਢੀ ਹੋ ਜਾਵੇ ਸੱਟ ਦੇ ਨਾਲ, ਇਹ ਵੀ ਗ੍ਰੀਵਸ ਹਰਟ ਦੀ ਪਰਿਭਾਸ਼ਾ ਚ ਆਉਂਦਾ ਹੈਗਾ। ਨੈਕਸਟ ਫ੍ਰੈਕਚਰ ਔਰ ਡਿਸਲੋਕੇਸ਼ਨ ਆਫ ਦਾ ਬੋਨ ਔਰ ਟੁੱਥ, ਕਿਸੇ ਦੰਦ ਭੰਨ ਦਿੱਤੇ ਜਾਣ, ਠੀਕ ਹੈ, ਡਿਸਫਿਗਰੇਸ਼ਨ ਆਫ ਦਾ ਹੈਡ ਔਰ ਫੇਸ, ਸੌਰੀ ਬੋਨ ਔਰ ਟੁੱਥ, ਉਹਦੀ ਕੋਈ ਬੋਨ ਤੋੜ ਦਿੱਤੀ ਜਾਵੇ, ਡਿਸਲੋਕੇਟ ਕਰ ਦਿੱਤੀ ਜਾਵੇ, ਵਿੰਗੀ ਟੇਢੀ ਹੋ ਜਾਵੇ ਸੱਟ ਫੇਟ ਮਾਰਨ ਦੇ ਨਾਲ, ਠੀਕ ਹੈ, ਤਾਂ ਜਿਹੜੇ ਦੰਦ ਹੈਗੇ ਨੇ ਉਹ ਵਿੰਗੀ ਟੇਢੇ ਹੋ ਜਾਣ, ਫ੍ਰੈਕਚਰ ਹੋ ਜਾਵੇ ਉਹਨਾਂ ਦੇ ਵਿੱਚ, ਫ੍ਰੈਕਚਰ ਹੋ ਜਾਏ ਜਾਂ ਡਿਸਲੋਕੇਟ ਹੋ ਜਾਵੇ। ਫਿਰ ਹੈਗਾ 8ਵਾਂ ਹੈਗਾ ਐਨੀ ਹਰਟ ਵਿਚ ਇੰਡੇਂਜਰਸ ਲਾਈਫ, ਉਸ ਵਿਅਕਤੀ ਦੀ ਲਾਈਫ ਹੈ ਉਹਨੂੰ ਖਤਰਾ ਹੋ ਜਾਵੇ, ਔਰ ਵਿਚ ਕਾਜ਼ਸ ਦਾ ਸਫਰਰ ਟੂ ਬੀ ਡਿਊਰਿੰਗ ਦਾ ਸਪੇਸ ਆਫ 20 days ਇਨ ਸੀਵੀਅਰ ਬੋਡਲੀ ਪੇਨ, 20 ਦਿਨ ਤੱਕ ਉਸ ਵਿਅਕਤੀ ਨੂੰ ਉਸ ਸੱਟ ਦੇ ਲੱਗਣ ਦੇ ਨਾਲ 20 ਦਿਨ ਤੱਕ ਉਹਨੂੰ ਘੱਟੋ ਘੱਟ ਬੈੱਡ ਦੇ ਵਿੱਚ ਪੈਣਾ ਪੈ ਜਾਵੇ, ਸਵੀਅਰ ਪੇਨ ਹੋਵੇ ਉਹਦੀ, ਡਿਊਰਿੰਗ ਦਾ ਸਪੇਸ ਆਫ 20 days in severe bodily pain or unable to follow his ordinary pursuits, ਆਪਣੇ ਰੂਟੀਨ ਦੇ ਜਿਹੜੇ ਕੰਮਕਾਰ ਉਹ ਨਾ ਕਰ ਸਕੇ, 20 ਦਿਨ ਤੱਕ ਘੱਟੋ ਘੱਟ ਉਸ ਨੂੰ ਬੈੱਡ ਦੇ ਵਿੱਚ ਪੈਣਾ ਪੈ ਜਾਵੇ, ਰੈਸਟ ਕਰਨੀ ਪੈ ਜਾਵੇ। ਇਹ ਜਿਹੜੀਆਂ ਸਾਰੀਆਂ ਆਪਾਂ 1 ਤੋਂ 8 ਪੜ੍ਹੀਆਂ ਹੈਗੀਆਂ ਨੇ, ਇਹ ਸਾਰੀਆਂ ਗ੍ਰੀਵਸ ਹਰਟ ਦੀ ਪਰਿਭਾਸ਼ਾ ਚ ਆ ਜਾਂਦੀਆਂ ਨੇ। ਜਦੋਂ ਕੋਈ ਗ੍ਰੀਵਸ ਇਦਾਂ ਦਾ ਕੋਈ ਕਿਸੇ ਨੂੰ ਸੱਟ ਮਾਰਦਾ ਹੈਗਾ ਤਾਂ ਉਸ ਨੂੰ ਉਹਦੇ ਅਕੋਰਡਿੰਗ ਜਿਹੜੀ ਹੈਗੀ ਹੈ ਗ੍ਰੀਵਸ ਹਰਟ ਦੀ, ਅੱਗੇ ਅਸੀਂ ਪੜਾਂਗੇ ਅਸੀਂ ਹਰਟ ਦੀ ਕੀ ਪਨਿਸ਼ਮੈਂਟ ਹੁੰਦੀ ਹੈ, ਗ੍ਰੀਵਸ ਹਰਟ ਦੀ ਪਨਿਸ਼ਮੈਂਟ ਕੀ ਹੁੰਦੀ ਹੈ, ਠੀਕ ਹੈ, ਪਹਿਲਾਂ ਅਸੀਂ ਇਹ ਡੈਫੀਨੇਸ਼ਨ ਡਿਸਕਸ ਕੀਤੀਆਂ ਨੇ। Next है section 321 voluntarily causing hurt। voluntarily causing hurt ਕੀ ਹੁੰਦੀ ਹੈ? voluntarily ਬਗੈਰ ਕਿਸੇ ਦੇ ਪ੍ਰੈਸ਼ਰ ਤੋਂ, ਬਗੈਰ ਕਿਸੇ ਦੇ ਦਬਾਅ ਤੋਂ, ਜਦੋਂ ਅਸੀਂ ਕਿਸੇ ਦੇ ਸੱਟ ਮਾਰਦੇ ਹਾਂ ਤਾਂ ਉਹਨੂੰ ਅਸੀਂ voluntarily causing hurt ਕਹਿੰਦੇ ਹਾਂ। ਦੂਜੇ ਦਾ ਕੋਈ ਨੁਕਸਾਨ ਕਰਨਾ ਵਿਦਆਊਟ ਐਨੀ ਪ੍ਰੈਸ਼ਰ, ਵਿਦਆਊਟ ਐਨੀ ਅਨਡਿਊ ਇਨਫਲੂਐਂਸ, ਵਿਦਆਊਟ ਐਨੀ ਕਿਸੇ ਮਤਲਬ ਕਿ ਕਿਸੇ ਕਾਰਨ ਤੋਂ, ਠੀਕ ਹੈ, ਅਸੀਂ ਵਲੰਟਰਲੀ ਕੋਈ ਕਰਦੇ ਹਾਂ ਵਿਦਆਊਟ ਐਨੀ ਪ੍ਰੋਵੋਕੇਸ਼ਨ, ਠੀਕ ਹੈ, ਦੂਜੇ ਵਿਅਕਤੀ ਨੇ ਸਾਨੂੰ ਕੁਝ ਨਹੀਂ ਸੀ ਕਿਹਾ, ਅਸੀਂ ਫਿਰ ਵੀ ਉਹਦੀ ਸੱਟ ਮਾਰ ਰਹੇ ਹਾਂ, ਤਾਂ ਉਸ ਨੂੰ ਕਹਿੰਦੇ ਵਲੰਟਰਲੀ ਕਾਜ਼ਿੰਗ ਹਰਟ, ਬਗੈਰ ਕਿਸੇ ਰੀਜ਼ਨ ਤੋਂ, ਇਹ ਕਹਿ ਲਈਏ ਵੀ ਕਾਰਨ ਤਾਂ ਕੋਈ ਹੈ ਨਹੀਂ ਸੀਗਾ, ਕਿਉਂ ਮਾਰਤਾ ਮੇਰੇ, ਦੂਜੇ ਵਿਅਕਤੀ ਨੇ ਕੋਈ ਇੱਦਾਂ ਦਾ ਕੋਈ ਪ੍ਰੋਵੋਕੇਸ਼ਨ ਨਹੀਂ ਕੀਤੀ, ਠੀਕ ਹੈ, ਪਰ ਫਿਰ ਵੀ ਉਸਨੇ ਉਹਦੇ ਸੱਟ ਮਾਰਤੀ, ਨੂੰ ਕਹਾਂਗੇ ਵਲੰਟਰਲੀ ਕਾਜ਼ਿੰਗ ਹਰਟ। ਦੂਜਾ ਗਿਆ ਵਲੰਟਰਲੀ ਕਾਜ਼ਿੰਗ ਗ੍ਰੀਵੀਅਸ ਹਰਟ, ਜਿਵੇਂ ਵਲੰਟ ਮਰਜ਼ੀ ਦੇ ਨਾਲ, ਬਿਨਾਂ ਕਿਸੇ ਪ੍ਰੈਸ਼ਰ ਤੋਂ, ਬਗੈਰ ਕਿਸੇ ਦਬਾਅ ਤੋਂ, ਬਿਨਾਂ ਕਿਸੇ ਪ੍ਰੋਵੋਕੇਸ਼ਨ, ਦੂਜੇ ਵਿਅਕਤੀ ਨੇ ਕੋਈ ਪ੍ਰੋਵੋਕ ਨਹੀਂ ਕੀਤਾ, ਕੋਈ ਇੱਦਾਂ ਦਾ ਕੋਈ ਐਕਟ ਨਹੀਂ ਕੀਤਾ ਹੈਗਾ ਕਿ ਜਿਸ ਕਾਰਨ ਉਸਨੇ ਦੂਜੇ ਵਿਅਕਤੀ ਨੇ ਗੁੱਸੇ ਜਾ ਕੇ ਉਸਦੇ ਕੋਈ ਸੱਟ ਮਾਰ ਦਿੱਤੀ ਹੋਵੇ, ਉਹ ਉਸ ਕੇਸ ਨੂੰ ਛੱਡ ਕੇ ਵਿਦਆਊਟ ਐਨੀ ਰੀਜ਼ਨ ਜਦੋਂ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ ਨੂੰ ਗ੍ਰੀਵੀਅਸ ਹਰਟ ਦਿੰਦਾ ਹੈਗਾ ਤਾਂ ਉਸ ਨੂੰ ਕਹਿੰਦੇ ਅਸੀਂ ਵਲੰਟਰਲੀ ਕਾਜ਼ਿੰਗ ਗ੍ਰੀਵੀਅਸ ਹਰਟ। ਇਹਦੀ ਇੱਕ ਐਗਜ਼ਾਮਪਲ ਦੇਖ ਲਓ, A intending or knowing himself to be likely permanently to disfiguring Jed's face, ਇਹ ਚਾਹੁੰਦਾ, ਇਹਦਾ ਇਰਾਦਾ ਹੈਗਾ ਵੀ ਮੈਂ ਜੈਡ ਦਾ ਜਿਹੜਾ ਫੇਸ ਹੈ ਵਿਗਾੜ ਦੇਵਾਂ, ਸੱਟ ਮਾਰ ਕੇ, ਮੁੱਕੀ ਮਾਰ ਕੇ, ਘੁਸਣ ਮਾਰ ਕੇ, ਕੁਝ ਵੀ ਕਰਕੇ। gives Jed a blow, ਜੈਡ ਦੇ ਉੱਪਰ ਹਮਲਾ ਕਰਦਾ ਹੈ, which does not permanently disfigure Jed's face, ਉਹਦਾ ਜਿਹੜਾ ਫੇਸ ਹੈ ਉਹ ਪਰਮਾਨੈਂਟਲੀ ਡਿਸਫਿਗਰ ਨਹੀਂ ਹੁੰਦਾ, ਬਟ ਵਿਚ ਕਾਜ਼ਸ ਜੈਡ ਟੂ ਸਫਰ ਸੀਵੀਅਰ ਬੋਡਲੀ ਪੇਨ, ਪਰ ਉਹਨੂੰ ਜਿਹੜੀ ਸੀਵੀਅਰ ਬੋਡਲੀ ਪੇਨ ਜ਼ਰੂਰ ਹੁੰਦੀ ਹੈ। ਉਹ 20 ਦਿਨ ਤੱਕ ਕੀ ਹੁੰਦਾ, ਸਪੇਸ ਆਫ 20 days, 20 ਦਿਨ ਤੱਕ ਉਸ ਨੂੰ ਜਿਹੜਾ ਹੈਗਾ ਆਪਣੇ ਕੰਮ ਕਾਰ ਨਹੀਂ ਕਰ ਸਕਦਾ ਉਹ। ਹੀ ਹੈਜ਼ ਵਲੰਟਰਲੀ ਕਾਜ਼ਡ ਗ੍ਰੀਵੀਅਸ ਹਰਟ, ਇਸ ਨੂੰ ਅਸੀਂ ਕੀ ਕਹਾਂਗੇ, ਜਿਹੜਾ ਏ ਨੇ ਕੀ offense ਕਮਿਟ ਕੀਤਾ ਹੈ, ਏ ਹੈਜ਼ ਕਮਿਟਡ ਦਾ offense ਆਫ ਗ੍ਰੀਵੀਅਸ ਹਰਟ, ਵਲੰਟਰਲੀ ਗ੍ਰੀਵੀਅਸ ਹਰਟ। Next है section 323 punishment for voluntarily causing hurt। देखो voluntarily causing hurt not grievous hurt, ਇਹਦੀ ਸਜ਼ਾ ਕਿੰਨੀ ਹੋਏਗੀ? ਇਹਦੀ ਸਜ਼ਾ ਹੋਏਗੀ ਜੇ ਕੋਈ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਹਰਟ ਕਰਦਾ ਹੈਗਾ, ਕਿਸੇ ਦਾ ਨੁਕਸਾਨ ਕਰਦਾ, ਸੱਟ ਫੇਟ ਮਾਰਦਾ ਹੈਗਾ, ਪਰ ਗ੍ਰੀਵਸ ਹਰਟ ਨਹੀਂ ਹੈਗੀ, ਇਸ ਕੇਸ ਦੀ ਜਿਹੜੀ ਸਜ਼ਾ ਹੈਗੀ ਹੈ 1 ਸਾਲ ਤੱਕ ਦੀ ਹੋ ਸਕਦੀ ਹੈ, ਤੇ ਫਾਈਨ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ, 1000 ਰੁਪਏ ਤੱਕ ਦਾ ਫਾਈਨ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ। ਹੁਣ ਨਾਲ ਹੀ ਆਪਾਂ ਪੜਾਂਗੇ ਵਲੰਟਰਲੀ ਕਾਜ਼ਿੰਗ
ਹਰਟ ਬਾਈ ਡੇਂਜਰਸ ਵੈਪਨ ਔਰ ਮੀਨਸ। ਜੇ ਕੋਈ ਵਲੰਟਰਲੀ ਕਿਸੇ ਨੂੰ ਹਰਟ ਕਰਦਾ ਹੈ ਪਰ ਨਾਲ ਉਹਦੇ ਕੋਲ ਹਥਿਆਰ ਵੀ ਕੋਈ ਹੈਗਾ ਜਾਂ ਡੇਂਜਰਸ ਹਥਿਆਰ ਹੈਗਾ, ਮਾਰੂ ਹਥਿਆਰ ਸਪੈਸ਼ਲ ਮਾਰਨ ਵਾਲਾ ਹਥਿਆਰ, ਕਿਰਪਾਨ ਤਲਵਾਰ ਵਗੈਰਾ ਨਹੀਂ ਆਪਾਂ ਕਹਿੰਦੇ, ਕੋਈ ਹਥਿਆਰ ਦਿੰਦਾ ਜਿਵੇਂ ਸ਼ੂਟਿੰਗ ਕਰਦਾ ਹੈ, ਉਹਦੇ ਕੋਲੇ ਸ਼ੂਟਿੰਗ ਕਰਨ ਵਾਲੀ ਗਨ ਹੈਗੀ ਹੈ, ਠੀਕ ਹੈ, ਜਿਹਦੇ 'ਚ ਉਹ ਆਪਦਾ ਗਰਾਊਂਡ ਦੇ ਵਿੱਚ ਸ਼ੂਟਿੰਗ ਕਰਦੇ ਆ, ਜਾਂ ਉਹਦੇ ਕੋਲ ਕੋਈ ਸਟੈਬਿੰਗ ਹੈਗੀ ਹੈ, ਕੋਈ ਖਭਾਉਣ ਵਾਲੀ ਚੀਜ਼ ਹੈਗੀ, ਕੋਈ ਕਟਿੰਗ ਵਾਲੀ ਚੀਜ਼ ਹੈਗੀ ਉਹਦੇ ਕੋਲੇ, ਠੀਕ ਹੈ, ਕੋਈ ਇੰਸਟਰੂਮੈਂਟ ਹੈਗਾ ਇੱਦਾਂ ਦਾ ਯੂਜ਼ਡ ਐਜ਼ ਵੈਪਨ ਆਫ ਡਿਫੈਂਸ, ਜਿਹਨੂੰ ਅਸੀਂ ਵੈਪਨ ਦੇ ਵਜੋਂ ਯੂਜ਼ ਕੀਤਾ ਜਾ ਸਕਦਾ ਹੋਵੇ, ਠੀਕ ਹੈ। ਜਿਵੇਂ ਹੁਣ ਕੈਂਚੀ ਹੈ, ਕੈਂਚੀ ਤਾਂ ਹੈ ਤਾਂ ਉਹ ਕਟਿੰਗ ਵਾਸਤੇ, ਪਰ ਉਹਨੂੰ ਵੀ ਯੂਜ਼ ਕੀਤਾ ਜਾ ਸਕਦਾ ਇਜ਼ ਲਾਈਕਲੀ ਟੂ ਕਾਜ਼ ਡੈਥ, ਮਤਲਬ ਕਿ ਕਿਸੇ ਵੀ ਵਿਅਕਤੀ ਦੇ ਉੱਪਰ ਜਾਂ ਕਿਸੇ ਨੂੰ ਮਾਰਨਾ ਹੋਵੇ ਉਹਦੇ ਤੇ ਉਸ ਹਥਿਆਰ ਦੇ ਨਾਲ ਜਿਹੜਾ ਵੀ ਉਹਦੇ ਕੋਲੇ ਹੈ ਜਿਹੜਾ ਯੂਜ਼ ਕਰਦਾ ਹੈ ਉਹਦੇ ਨਾਲ ਹਮਲਾ ਕੀਤਾ ਜਾ ਸਕਦਾ ਹੋਵੇ, ਜਾਂ ਕੋਈ ਹੈਗਾ ਫਾਇਰ ਦਾ ਹੋਵੇ, ਅੱਗ ਲਗਾਈ ਜਾ ਸਕਦੀ ਹੋਵੇ, ਜਾਂ ਹੀਟਡ ਸਬਸਟੈਂਸ ਕੋਈ ਗਰਮ ਚੀਜ਼ ਹੋਵੇ, ਠੀਕ ਹੈ, ਕੋਈ ਗਰਮ, ਔਰ ਬਾਈ ਮੀਨਸ ਆਫ ਐਨੀ ਪੋਇਜ਼ਨ, ਜਾਂ ਕੋਈ ਪੋਇਜ਼ਨ ਹੋਵੇ, ਕੋਰਸਿਵ ਸਬਸਟੈਂਸ ਹੋਵੇ, ਐਕਸਪਲੋਸਿਵ ਸਬਸਟੈਂਸ ਹੋਵੇ, ਵਿਸਫੋਟਕ ਸਮੱਗਰੀ ਕੋਈ ਹੋਵੇ ਇੱਦਾਂ ਦੀ, ਠੀਕ ਹੈ, ਜਿੱਦਾਂ ਜਿਹੜਾ ਹਿਊਮਨ ਦੀ ਜਿਹੜੀ ਬੋਡੀ ਹੈਗੀ ਹੈ ਉਸ ਨੂੰ ਨੁਕਸਾਨ ਕੀਤਾ ਜਾ ਸਕਦਾ ਹੋਵੇ, ਮਤਲਬ ਹਰਟ ਕੀਤਾ ਉਸਨੇ, ਉਹਦੇ ਕੋਲ ਐਸਾ ਸਮਾਨ ਕੋਈ ਹੈਗਾ ਸੀਗਾ ਜਿਹੜਾ ਕਿ ਯੂਜ਼, ਜੇ ਕੋਈ ਉਹ ਮਤਲਬ ਕਿ ਬਹੁਤ ਜ਼ਿਆਦਾ ਚਾਹੁੰਦਾ, ਉਹਦੀ ਕੋਈ ਅਟੈਂਸ਼ਨ ਐਦਾਂ ਦੀ ਹੁੰਦੀ ਤਾਂ ਉਹਨੂੰ ਮਾਰ ਵੀ ਸਕਦਾ ਹੋਵੇ, ਪਰ ਇੱਥੇ ਉਹਨੇ ਇਕੱਲਾ ਹਰਟ ਕੀਤਾ ਹੈਗਾ, ਉਹਦਾ ਮਾਰਨ ਦਾ ਕੋਈ ਇਰਾਦਾ ਨਹੀਂ ਹੈਗਾ, ਠੀਕ ਹੈ, ਉਹਦੇ ਕੋਲ ਕੋਈ ਇੱਦਾਂ ਦੇ ਇੰਸਟਰੂਮੈਂਟ ਹੈਗੇ ਨੇ ਜਿਹੜਾ ਉਸਨੇ ਯੂਜ਼ ਕੀਤਾ, ਤਾਂ ਉਹਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। ਕੱਲੀ ਹਰਟ ਕੀਤੀ ਹੈ, ਗਰੀਵਸ ਹਰਟ ਨਹੀਂ ਕੀਤੀ, ਕੱਲੀ ਹਰਟ ਕੀਤੀ ਹੈ, ਪਰ ਮੇ ਵੀ ਉਹਦੇ ਕੋਲ ਐਸਾ ਇੰਸਟਰੂਮੈਂਟ ਸੀਗਾ, ਐਸਾ ਕੋਈ ਸੰਦ ਸੀਗਾ, ਬੰਦੇ ਦੇ ਜੇ ਜ਼ਿਆਦਾ ਲੱਗਦਾ ਤਾਂ ਮੌਤ ਵੀ ਹੋ ਸਕਦੀ ਸੀਗੀ, ਬੇਸ਼ੱਕ ਉਹਦਾ ਮੌਤ ਕਰਨਾ ਕੋਈ ਇਰਾਦਾ ਨਹੀਂ ਸੀਗਾ, ਤਾਂ ਇਹੋ ਜਿਹੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਸਜ਼ਾ 3 ਸਾਲ ਤੱਕ ਦੀ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। ਹੁਣ ਅਗੀ ਗੱਲ ਗਰੀਵਸ ਹਰਟ ਦੀ, ਪੁਨਿਸ਼ਮੈਂਟ ਕਿੰਨੀ ਹੋਏਗੀ ਜੇ ਗਰੀਵਸ ਹਰਟ ਹੋਵੇ, ਕਿਸੇ ਦੀ ਕੋਈ ਅੱਖ ਭੰਨਤੀ ਹੋਵੇ, ਕਿਸੇ ਦਾ ਕੋਈ ਕੰਨ ਭੰਨ ਦਿੱਤਾ ਹੋਵੇ, ਠੀਕ ਹੈ, ਕੋਈ ਗੋਡਾ ਤੋੜਤਾ ਹੋਵੇ, ਮੋਢਾ ਤੋੜਤਾ ਹੋਵੇ, ਲੱਤ ਫ੍ਰੈਕਚਰ ਕਰ ਦਿੱਤੀ ਹੋਵੇ, ਠੀਕ ਹੈ ਜੀ, ਫੇਸ ਤੇ ਕੋਈ ਸੱਟ ਮਾਰੀ ਹੋਵੇ, ਫੇਸ ਵਿਗੜ ਗਿਆ ਹੋਵੇ, ਤਾਂ ਜਿਹੜੀ ਸਜ਼ਾ ਹੈਗੀ ਹੈ ਇਹਨੂੰ ਅਸੀਂ ਗਰੀਵਸ ਹਰਟ ਕਹਾਂਗੇ। ਇਹਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 3 ਸਾਲ ਦੀ ਬਜਾਏ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, which may extend to 7 years and shall also be liable to fine. Next is section 326, voluntarily causing grievous hurt by dangerous weapon. ਹੁਣ ਦੇਖੋ ਉੱਪਰ ਹਰਟ ਦੀ ਗੱਲ ਕੀਤੀ ਸੀਗੀ ਆਪਾਂ 323 ਦੇ ਵਿੱਚ ਪੁਨਿਸ਼ਮੈਂਟ ਸੀਗੀ 1 ਸਾਲ ਦੀ, ਜਦੋਂ ਉਹਦੇ ਕੋਲੇ ਕੋਈ ਸੰਦ ਫੜਿਆ ਹੋਇਆ ਸੀ ਹੱਥ ਦੇ ਵਿੱਚ ਤਾਂ ਸਜ਼ਾ ਵੱਧ ਕੇ ਹੋ ਗਈ ਸੀ 3 ਸਾਲ ਦੀ, ਠੀਕ ਹੈ, ਉਹ ਸੀ ਸਿੰਪਲ ਹਰਟ ਦੀ ਗੱਲ ਕਰਦੇ ਸੀਗੇ 323 ਤੇ 24 ਦੇ ਵਿੱਚ। 323 ਤੇ 24 ਦੇ ਵਿੱਚ 2 ਤਰ੍ਹਾਂ ਦੀ ਪੁਨਿਸ਼ਮੈਂਟ ਦਿੱਤੀ ਗਈ ਹੈ, ਜੇ ਉਹ ਵਿਦਆਊਟ ਕਿਸੇ ਹਥਿਆਰ ਤੋਂ ਸਰਟੀਫਿਕੇਟ ਮਾਰਦਾ ਹੈ ਤਾਂ 1 ਸਾਲ ਦੀ ਸਜ਼ਾ, ਜੇ ਹਥਿਆਰ ਲੈ ਕੇ ਸਰਟੀਫਿਕੇਟ ਮਾਰਦਾ ਹੈ ਤਾਂ 3 ਸਾਲ ਦੀ ਸਜ਼ਾ। ਇਸੇ ਤਰ੍ਹਾਂ ਜਿਹੜੀ ਗਰੀਵਸ ਹਰਟ ਹੈਗੀ ਹੈ, ਗਰੀਵਸ ਹਰਟ ਦੇ ਵਿੱਚ ਜੇ ਬਗੈਰ ਕਿਸੇ ਹਥਿਆਰ ਤੋਂ ਸੱਟ ਮਾਰਦਾ ਹੈ, ਠੀਕ ਹੈ, ਮੁੱਕੀ ਮਾਰਦਾ, ਘਸੁੰਨ ਮਾਰਦਾ ਹੈ, ਠੀਕ ਹੈ, ਤਾਂ ਜਿਹੜੀ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਹੈਗੀ ਹੈ। ਪਰ ਜੇ ਉਹਦੇ ਕੋਲੇ ਜਿਵੇਂ 324 ਦੇ ਵਿੱਚ ਕੋਈ ਹਥਿਆਰ ਸੀਗੇ ਜਿਹੜੇ ਆਪਾਂ ਡਿਸਕਸ ਕੀਤੇ ਹੈ, ਕੋਈ ਸ਼ੂਟਿੰਗ ਦਾ, ਕੋਈ ਸਟੈਬਿੰਗ ਦਾ, ਕੋਈ ਕਟਿੰਗ ਦਾ, ਕੋਈ ਪਾਇਜ਼ਨ, ਕੋਈ ਵਿਸਫੋਟਕ ਸਮੱਗਰੀ ਸੀਗੀ, ਕੋਈ ਅੱਗ ਲਾਉਣ ਦਾ ਕੋਈ ਸਿਸਟਮ ਸੀਗਾ ਇੱਦਾਂ ਦਾ, ਠੀਕ ਹੈ, ਤਾਂ ਜਿਹੜੀ ਸਜ਼ਾ ਹੈਗੀ ਹੈ ਉਹਦੇ ਨਾਲ ਗਰੀਵਸ ਹਰਟ ਹੋ ਜਾਂਦੀ ਹੈ ਵਿਅਕਤੀ ਨੂੰ ਵਿਦ ਡੇਂਜਰਸ ਵੈਪਨ ਦੇ ਨਾਲ ਕਿਸੇ ਵਿਅਕਤੀ ਨੂੰ ਕੋਈ ਗਰੀਵਸ ਹਰਟ ਹੋ ਜਾਂਦੀ ਹੈ, ਉਸ ਕੇਸ ਦੇ ਵਿੱਚ ਸ਼ੈਲ ਬੀ ਪੁਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਫਾਰ ਲਾਈਫ, ਤਾਂ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ, ਠੀਕ ਹੈ, ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ ਤੇ 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ, ਐਂਡ ਸ਼ੈਲ ਆਲਸੋ ਬੀ ਲਾਇਬਲ ਟੂ ਫਾਈਨ। ਕੇਸ ਟੂ ਕੇਸ ਵੇਰੀ ਕਰਦਾ ਹੈ, ਠੀਕ ਹੈ, ਕੀ ਡਿਗਰੀ ਹੈ, ਡਿਗਰੀ ਕਿੰਨੀ ਸੀਗੀ, ਕਿਸ ਡਿਗਰੀ ਤੱਕ ਜਿਹੜਾ ਬੰਦਾ ਇਹਨਾਂ ਜੁਰਮ ਕੀਤਾ ਹੈਗਾ ਕਿ ਉਹਨੂੰ ਇੰਨਾ ਨੇੜੇ ਪਹੁੰਚ ਗਿਆ ਸੀ ਬੰਦੇ ਦੇ ਮਰਨ ਦੇ, ਜਾਂ ਫਿਰ ਕੋਈ ਘੱਟ ਸੀਗਾ, ਜੇ ਘੱਟ ਦਾ ਡਿਗਰੀ ਸੀਗੀ ਤਾਂ ਫਿਰ ਜਿਹੜੀ ਸਜ਼ਾ ਹੈਗੀ ਹੈ ਕੋਰਟ ਨੇ ਡਿਟਰਮਿਨ ਕਰਨਾ ਹੈਗਾ ਵੀ ਜਿਹੜੀ ਸਜ਼ਾ 5 ਸਾਲ ਦੀ ਦੇਣੀ, 6 ਸਾਲ ਦੀ ਦੇਣੀ, 7 ਸਾਲ ਦੇਣੀ, 10 ਸਾਲ ਤੱਕ ਦੀ ਸਜ਼ਾ ਹੋ ਵੀ ਸਕਦੀ ਹੈ ਤੇ ਮੌਤ ਦੀ ਸਜ਼ਾ ਵੀ ਹੋ ਸਕਦੀ, ਉਮਰ ਕੈਦ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਜੇ ਕੋਈ ਬੰਦਾ ਜਿਹੜੇ ਹੈਗੇ ਕੋਈ ਡੇਂਜਰਸ ਵੈਪਨ ਲੈ ਕੇ ਕਿਸੇ ਉੱਪਰ ਹਮਲਾ ਕਰਦਾ ਹੈ ਤੇ ਉਸ ਨੂੰ ਗਰੀਵਸ ਹਰਟ ਪਹੁੰਚਾਉਂਦਾ ਹੈਗਾ। ਨੈਕਸਟ ਹੈ ਸੈਕਸ਼ਨ 327, ਵੋਲੰਟਰੀ ਕਾਜ਼ਿੰਗ ਹਰਟ ਟੂ ਐਕਸਟੋਰਟ ਪ੍ਰੋਪਰਟੀ,
ਕਿਸੇ ਦੀ ਜਿਵੇਂ ਕੋਈ ਚੀਜ਼ ਉਸ ਤੋਂ ਖੋਹਣ ਦੀ ਖਾਤਰ, ਕੋਈ ਪਰਸ ਖੋਹਣ ਦੀ ਖਾਤਰ, ਕੋਈ ਜੁਐਲਰੀ ਖੋਹਣ ਦੀ ਖਾਤਰ ਉਹਦੀ, ਠੀਕ ਹੈ, ਉਹਨੂੰ ਕੋਈ ਨੁਕਸਾਨ ਪਹੁੰਚਾਉਂਦਾ, ਕੋਈ ਵਿਲੰਟਲੀ ਕਾਜ਼ਿੰਗ ਹਰਟ ਕਰਦਾ ਹੈ, ਔਰ ਟੂ ਕੰਸਟ੍ਰੇਨ, ਕੋਈ ਫੋਰਸ ਅਪਲਾਈ ਕਰਦਾ ਉਹਦੇ ਖਿਲਾਫ, ਕੰਸਟ੍ਰੇਨ ਟੂ ਐਨ ਇਲੀਗਲ ਐਕਟ, ਕੋਈ ਐਦਾਂ ਦਾ ਕੋਈ ਇਲੀਗਲ ਐਕਟ ਕਰਦਾ, ਕੋਈ ਫੋਰਸ ਅਪਲਾਈ ਕਰਦਾ ਉਹਦੇ ਖਿਲਾਫ, ਜਾਂ ਉਹਦਾ ਕੋਈ ਸਮਾਨ ਖੋਹਣ ਦੀ ਖਾਤਰ, ਠੀਕ ਹੈ, ਉਹਨੂੰ ਜ਼ਖਮੀ ਕਰ ਦਿੰਦਾ ਹੈ ਕੋਈ ਵਿਅਕਤੀ ਜਾਣਬੁੱਝ ਕੇ ਆਪਣੀ ਮਰਜ਼ੀ ਦੇ ਨਾਲ, ਵਿਦਆਊਟ ਐਨੀ ਕੰਸੈਂਟ, ਵਿਦਆਊਟ ਐਨੀ ਗ੍ਰੇਵ ਪ੍ਰੋਵੋਕੇਸ਼ਨ, ਬਿਨਾਂ ਕਿਸੇ ਰੀਜ਼ਨ ਤੋਂ, ਠੀਕ ਹੈ, ਵਿਦਆਊਟ ਐਨੀ ਗੁੱਡ ਫੇਥ, ਵਿਦਆਊਟ ਐਨੀ ਰੀਜ਼ਨ, ਵਿਦਆਊਟ ਐਨੀ ਪ੍ਰੋਵੋਕੇਸ਼ਨ, ਕਿਸੇ ਵਿਅਕਤੀ ਨੂੰ ਕੋਈ ਵਿਅਕਤੀ ਉਹਦੀ ਕੋਈ ਜਾਇਦਾਦ ਖੋਹਣ ਦੀ ਖਾਤਰ, ਉਹਦਾ ਕੋਈ ਪਰਸ ਖੋਹਣ ਦੀ ਖਾਤਰ, ਉਹਦੇ ਕੋਈ ਹੋਰ ਗੋਲਡ, ਕੋਈ ਵੈਲਿਊਏਬਲ ਕੋਈ ਸਮੱਗਰੀ ਹੈਗੀ ਹੈ ਉਹ ਖੋਹਣ ਦੀ ਖਾਤਰ, ਠੀਕ ਹੈ, ਉਹਦੇ ਤੇ ਕੋਈ ਸੱਟ ਫੇਟ ਮਾਰਦਾ ਹੈਗਾ, ਔਰ ਟੂ ਕੰਸਟ੍ਰੇਂਟ ਟੂ ਐਨ ਇਲੀਗਲ ਐਕਟ, ਜਾਂ ਕੋਈ ਹੋਰ ਜਿਹੜਾ ਹੈਗਾ ਕੋਈ ਗਲਤ ਕੰਮ ਕਰਦਾ ਹੈ, ਕੋਈ ਉਹਦੇ ਖਿਲਾਫ ਜਿਹੜਾ ਹੈਗਾ ਕੋਈ ਫੋਰਸ ਅਪਲਾਈ ਕਰਦਾ ਹੈਗਾ, ਤਾਂ ਜਿਹੜੀ ਉਹਦੇ 'ਚ ਜਿਹੜੀ ਸਜ਼ਾ ਹੈਗੀ ਹੈ ਉਹ ਹੋ ਸਕਦੀ ਹੈ shall be punished with imprisonment of either discretion for a term extend to 10 years, 10 ਸਾਲ ਤੱਕ ਦੀ ਸਜ਼ਾ ਕੀਤੀ ਜਾ ਸਕਦੀ ਹੈ ਉਸ ਵਿਅਕਤੀ ਨੂੰ। ਇੱਥੇ ਗ੍ਰੀਵਸ ਹਰਟ ਨਹੀਂ ਯੂਜ਼ ਕੀਤਾ ਗਿਆ, ਇੱਥੇ ਹਰਟ ਯੂਜ਼ ਕੀਤਾ ਗਿਆ, ਕੱਲਾ ਹਰਟ ਯੂਜ਼ ਕੀਤਾ ਗਿਆ, ਉਹਦੀ ਜਾਇਦਾਦ ਖੋਹਣ ਦੀ ਖਾਤਰ ਬੰਦੇ ਨੂੰ ਜ਼ਖਮੀ ਕਰ ਦਿੰਦਾ ਹੈ, ਠੀਕ ਹੈ, ਤਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਨੈਕਸਟ ਹੈਗਾ ਕਾਜ਼ਿੰਗ ਹਰਟ ਬਾਈ ਮੀਨਸ ਆਫ ਪੋਇਜ਼ਨ ਦੇ ਨਾਲ, ਜ਼ਹਿਰ ਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਖਾਤਰ, ਕਿਸੇ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ, ਕਾਜ਼ਿੰਗ ਹਰਟ ਬਾਈ ਮੀਨਸ ਆਫ ਪੋਇਜ਼ਨ ਐਟਸੈਟਰਾ ਵਿਦ ਅਟੈਂਟ ਟੂ ਕਮਿਟ ਐਨ ਅਫੈਂਸ, ਜ਼ੁਲਮ ਕਰਨ ਦੀ ਖਾਤਰ ਕੋਈ ਪੋਇਜ਼ਨ ਵਗੈਰਾ ਦਿੰਦਾ ਕਿਸੇ ਨੂੰ, ਠੀਕ ਹੈ, ਤਾਂ ਉਸ ਕੇਸ ਦੇ ਵਿੱਚ ਜਦੋਂ ਕੋਈ ਉਹਨੂੰ ਪੋਇਜ਼ਨ ਦਿੰਦਾ ਹੈ ਕਿਸੇ ਵਿਅਕਤੀ ਨੂੰ, ਤਾਂ ਉਸ ਕੇਸ 'ਚ ਜਿਹੜਾ ਦੇਣ ਵਾਲਾ ਵਿਅਕਤੀ ਹੈ ਓਫੈਂਡਰ ਹੈਗਾ, ਉਹਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਕੀਤਾ ਜਾ ਸਕਦਾ ਹੈ। ਹੁਣ ਦੇਖੋ ਉੱਪਰ ਆਪਾਂ ਪੜ੍ਹਿਆ ਸੀ 327 ਦੇ ਵਿੱਚ, ਉਹਨੇ ਵੋਲੰਟਰੀ ਕਾਜ਼ਿੰਗ ਹਰਟ ਟੂ ਐਕਸਟੋਰਟ ਪ੍ਰਾਪਰਟੀ, ਕੋਈ ਵੈਲਿਊਏਬਲ ਚੀਜ਼ ਖੋਹਣ ਦੀ ਖਾਤਰ ਜ਼ਖਮੀ ਕੀਤਾ, ਤਾਂ 329 ਦੇ ਵਿੱਚ ਵੋਲੰਟਰੀ ਕਾਜ਼ਿੰਗ ਗ੍ਰੀਵੀਅਸ ਹਰਟ, ਇੱਥੇ ਗ੍ਰੀਵੀਅਸ ਹਰਟ ਦੀ ਗੱਲ ਆ ਗਈ। ਇੰਨਾ ਮਤਲਬ ਸੱਟ ਮਾਰਤੀ, ਉਹਦਾ ਕੋਈ ਨਾ ਕੋਈ ਅੱਖ ਟੁੱਟ ਗਈ, ਜਾਂ ਮੋਢਾ ਟੁੱਟ ਗਿਆ, ਜਾਂ ਕੋਈ ਉਹਦਾ ਕੰਨ ਫੁੱਟ ਗਿਆ, ਜਾਂ ਕੋਈ ਉਹਦਾ ਫੇਸ ਵਿਗੜ ਗਿਆ, ਠੀਕ ਹੈ, ਕੀਤਾ ਕਿਉਂ? ਉਹਦੇ ਤੋਂ ਕੁਝ ਖੋਹਣ ਦੀ ਖਾਤਰ, ਉਹਦੇ ਤੋਂ ਕੁਝ ਖੋਹਣ ਦੀ ਖਾਤਰ ਕੋਈ ਐਸਾ ਐਕਟ ਅਪਲਾਈ ਕਰ ਦਿੱਤਾ ਕਿ ਉਹ ਗ੍ਰੀਵੀਅਸ ਹਰਟ ਹੋ ਗਈ ਉਸਨੂੰ, ਤਾਂ ਇਸ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਉਮਰ ਕੈਦ ਕੀਤੀ ਜਾ ਸਕਦੀ ਹੈ, ਜਾਂ ਫਿਰ 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਜਿਹੜਾ ਉੱਪਰਲਾ ਕੇਸ ਸੀਗਾ, ਦਸ ਸਾਲ ਦੀ ਸਜ਼ਾ ਸੀਗੀ ਹਰਟ ਦੇ ਵਿੱਚ, ਠੀਕ ਹੈ, ਗ੍ਰੀਵੀਅਸ ਹਰਟ ਦੇ ਵਿੱਚ ਆ ਗਈ ਸਜ਼ਾ ਉਮਰ ਕੈਦ ਦੀ ਸਜ਼ਾ। ਨੈਕਸਟ ਹੈ ਸੈਕਸ਼ਨ 330, ਵੋਲੰਟਰੀ ਕਾਜ਼ਿੰਗ ਹਰਟ ਟੂ ਐਕਸਟੋਰਟ ਕਨਫੈਸ਼ਨ or to compel restoration of the property। ਇਹ ਜਿਹੜਾ ਸੈਕਸ਼ਨ ਲੱਗਦਾ ਹੈਗਾ ਜ਼ਿਆਦਾਤਰ ਪੁਲਿਸ ਵਾਲਿਆਂ ਤੇ ਲੱਗ ਜਾਂਦਾ ਹੁੰਦਾ ਹੈ, ਜਦੋਂ ਪੁਲਿਸ ਵਾਲੇ ਕਿਸੇ ਵਿਅਕਤੀ ਨੂੰ, ਕਿਸੇ ਚੋਰ ਨੂੰ, ਕਿਸੇ ਹੋਰ ਨੂੰ ਪਕੜ ਲੈਂਦੇ ਨੇ, ਜਾਂ ਸਸਪੈਕਟਡ ਬੰਦੇ ਨੂੰ ਪਕੜਦੇ ਨੇ, ਕਿਸੇ ਨੂੰ ਸਸਪੈਕਟਡ, ਅਸੀਂ ਦੇਖੋ ਅਸੀਂ ਕਿਸੇ ਨੂੰ ਦੋਸ਼ੀ ਤਦ ਹੀ ਕਹਿ ਸਕਦੇ ਹਾਂ ਜਦੋਂ ਕੋਰਟ ਵੱਲੋਂ ਉਹਦਾ ਦੋਸ਼ ਜਿਹੜਾ ਨਿਰਧਾਰਿਤ ਹੋ ਚੁੱਕਿਆ ਹੋਵੇ। ਅਸੀਂ ਵਰਡ ਯੂਜ਼ ਕਰਦੇ ਹਾਂ ਸਸਪੈਕਟਡ, ਠੀਕ ਹੈ, ਸ਼ੱਕੀ ਹੈਗਾ, ਜਦੋਂ ਤੱਕ ਕੋਰਟ ਕਿਸੇ ਨੂੰ ਅਨਾਉਂਸ ਨਹੀਂ ਕਰ ਦਿੰਦੀ ਦੋਸ਼ੀ, ਉਦੋਂ ਤੱਕ ਉਸਨੂੰ ਦੋਸ਼ੀ ਨਹੀਂ ਕਹਿਣਾ ਵਾਜਬ ਨਹੀਂ ਹੁੰਦਾ, ਠੀਕ ਹੈ, ਅਸੀਂ ਉਸਨੂੰ ਸਸਪੈਕਟਡ ਕਹਿ ਸਕਦੇ ਹਾਂ। ਇੱਥੇ ਗੱਲ ਕੀਤੀ ਗਈ ਹੈ ਵੋਲੰਟਰੀ ਕਾਜ਼ਿੰਗ ਹਰਟ ਟੂ ਐਕਸਟੋਰਟ ਕਨਫੈਸ਼ਨ, ਆਪਾਂ ਕਿਸੇ ਨੂੰ ਮਨਾਉਣ ਦੀ ਖਾਤਰ, ਕਨਫੈਸ ਕਰਨ ਦੀ ਖਾਤਰ, ਮਨਾਉਣ ਦੀ ਖਾਤਰ, ਜੁਰਮ ਇਕਬਾਲ ਕਰਾਉਣ ਦੀ ਖਾਤਰ, ਠੀਕ ਹੈ, ਕਿਸੇ ਨੂੰ ਜੁਰਮ ਇਕਬਾਲ ਕਰਾਉਣ ਦੀ ਖਾਤਰ ਉਹਨੂੰ ਜ਼ਖਮੀ ਕਰ ਦਿੰਦੇ ਆ, ਉਹਦੇ ਤੇ ਤਸ਼ੱਦਦ ਢਾਇਆ ਜਾਂਦਾ ਹੈ, ਉਹ ਜ਼ਖਮੀ ਹੋ ਜਾਂਦਾ ਹੈ। ਕੰਪੈਲ ਰੀਸਟੋਰੇਸ਼ਨ ਆਫ ਦਾ ਪ੍ਰਾਪਰਟੀ, ਜਾਂ ਉਹਨੇ ਕੋਈ ਚੋਰੀ ਕੀਤੀ ਸੀਗੀ, ਠੀਕ ਹੈ, ਉਹਨੇ ਕੋਈ ਸਮਾਨ ਕਿਤੇ ਲੁਕੋ ਦਿੱਤਾ, ਜਾਂ ਉਹਨੇ ਕੋਈ ਹੋਰ ਹਥਿਆਰ ਉਹ ਤੋਂ ਮਤਲਬ ਕਿ ਲੈਣ ਦੀ ਖਾਤਰ, ਚੋਰੀ ਵਾਪਸ ਲੈਣ ਦੀ ਖਾਤਰ, ਕੋਈ ਗੋਲਡ ਚੁੱਕਿਆ ਸੀ ਉਸਨੇ ਕਿਸੇ ਦਾ, ਉਹ ਵਾਪਸ ਲੈਣ ਦੀ ਖਾਤਰ, ਠੀਕ ਹੈ, ਉਹ ਤੋਂ ਡਿਸਕਲੋਜ਼ ਕਰਾਉਣ ਦੀ ਖਾਤਰ, ਉਹਨੂੰ ਕਨਫੈਸ ਕਰਾਉਣ ਦੀ ਖਾਤਰ, ਉਹਨੂੰ ਮਨਵਾਉਣ ਦੀ ਖਾਤਰ, ਇਕਬਾਲ ਕਰਾਉਣ ਦੀ ਖਾਤਰ ਉਸਨੂੰ ਕੋਈ ਜ਼ਖਮੀ ਕਰ ਦਿੰਦਾ ਹੈ, ਠੀਕ ਹੈ, ਚਾਹੇ ਉਹ ਕੋਈ ਵੀ ਹੈਗਾ, ਹੂ ਐਵਰ,
ਇੱਥੇ ਪੁਲਿਸ ਦੀ ਇਕੱਲੇ ਦੀ ਗੱਲ ਨਹੀਂ ਕੀਤੀ, ਕੋਈ ਵੀ, ਠੀਕ ਹੈ, ਕੋਈ ਵੀ ਉਸ ਵਿਅਕਤੀ ਨੂੰ ਕਿਸੇ ਨੂੰ ਕਨਫੈਸ ਕਰਾਉਣ ਦੀ ਖਾਤਰ, ਮਤਲਬ ਕਿ ਮਨਵਾਉਣ ਦੀ ਖਾਤਰ ਜਾਂ ਇਕਬਾਲ ਕਰਾਉਣ ਦੀ ਖਾਤਰ, ਕਿਸੇ ਪ੍ਰਾਪਰਟੀ ਦੇ ਰਿਗਾਰਡਿੰਗ ਜਾਂ ਕਿਸੇ ਹੋਰ ਕੰਮ ਦੇ ਰਿਗਾਰਡਿੰਗ, ਜੇ ਕੋਈ ਕਿਸੇ ਨੂੰ ਜ਼ਖਮੀ ਕਰ ਦਿੰਦਾ ਹੈਗਾ, ਕਾਜ਼ਿੰਗ ਹਰਟ, ਓਨਲੀ ਹਰਟ, ਨਾਟ ਗ੍ਰੀਵੀਅਸ ਹਰਟ, ਜ਼ਖਮੀ ਕਰ ਦਿੰਦਾ ਹੈ, ਤਾਂ ਉਸ ਨੂੰ ਜਿਹੜੀ ਸਜ਼ਾ ਹੈਗੀ ਹੈ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ, ਜਿਹੜਾ ਕਿਸੇ ਨੂੰ ਮਨਾਉਣ ਦੇ ਵਾਸਤੇ ਤੇ ਉਸ ਨੂੰ ਜ਼ਖਮੀ ਕਰ ਦੇਵੇ। ਇਹਦੀ ਐਗਜ਼ਾਮਪਲ ਦੇਖੋ, a police officer tortures Z in order to induce Z to confess that he committed a crime। ਉਹਨੂੰ ਇਕਬਾਲ ਕਰਾਉਣ ਦੀ ਖਾਤਰ, ਕਨਫੈਸ ਹੁੰਦਾ ਇਕਬਾਲ ਕਰਵਾਉਣਾ, ਆਪਦਾ ਜੁਰਮ ਨੂੰ ਮੰਨ ਲੈਣਾ, ਠੀਕ ਹੈ। ਇਹ ਪੁਲਿਸ ਆਫੀਸਰ ਹੈ, Z ਨੂੰ ਟੌਰਚਰ ਕਰਦਾ ਹੈ ਵੀ ਤੂੰ ਮੰਨ ਵੀ ਹਾਂ ਮੈਨੇ ਇਹ ਜੁਰਮ ਕੀਤਾ ਹੈ, ਕ੍ਰਾਈਮ ਕੀਤਾ ਹੈ, ਕ੍ਰਾਈਮ ਕਮਿਟ ਕੀਤਾ ਮੈਨੇ, ਵੀ ਤੂੰ ਹਾਂ ਕਹਿ ਵੀ ਹਾਂ ਮੈਂ ਕੀਤਾ ਹੈ। ਉਹਨੂੰ ਟੌਰਚਰ ਕਰਦਾ ਹੈ, ਉਹਨੂੰ ਜ਼ਖਮੀ ਕਰ ਦਿੰਦਾ ਹੈ, ਠੀਕ ਹੈ। ਇਹ ਇਜ਼ ਗਿਲਟੀ ਆਫ ਐਨ ਅਫੈਂਸ ਅੰਡਰ ਦਿਸ ਸੈਕਸ਼ਨ। ਇਸ ਸੈਕਸ਼ਨ ਦੇ ਤਹਿਤ ਜਿਹੜਾ ਇਹ ਹੈਗਾ ਪੁਲਿਸ ਆਫੀਸਰ ਹੈਗਾ ਉਹ ਗਿਲਟੀ ਹੋਏਗਾ। ਕਾਨੂੰਨ ਕਿਤੇ ਨਹੀਂ ਕਹਿੰਦਾ ਵੀ ਤੁਸੀਂ ਕਿਸੇ ਮੁਜਰਮ ਨੂੰ ਤੁਸੀਂ ਸਜ਼ਾ ਦਿਓ, ਠੀਕ ਹੈ। ਕਾਨੂੰਨ ਤਾਂ ਇਹ ਕਹਿੰਦਾ ਵੀ ਕੋਰਟ ਸਜ਼ਾ ਦੇ ਦੇਗੀ। ਜੇ ਕਿਸੇ ਨੇ ਕੋਈ ਅਫੈਂਸ ਕੀਤਾ ਹੈ ਤਾਂ ਉਹਨੂੰ ਸਜ਼ਾ ਦੇਣ ਦੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ, ਤੁਹਾਡਾ ਕੋਈ ਰਾਈਟ ਨਹੀਂ ਹੈਗਾ, ਠੀਕ ਹੈ। ਸੈਲਫ ਡਿਫੈਂਸ ਦਾ ਰਾਈਟ ਤਾਂ ਵੱਖਰਾ ਹੈਗਾ, ਉਹ ਗੱਲ ਵੱਖਰੀ ਹੈ, ਪਰ ਕਿਸੇ ਮੁਜਰਮ ਨੂੰ ਤੁਸੀਂ ਸਜ਼ਾ, ਕੋਈ ਵੀ ਵਿਅਕਤੀ ਕਿਸੇ ਮੁਜਰਮ ਨੂੰ ਸਜ਼ਾ ਦੇਣ ਦੇ ਲਈ ਕੋਈ ਰਾਈਟ ਨਹੀਂ ਕਿਸੇ ਕੋਲੇ ਹੈਗਾ, ਰਾਈਟ ਹੈਗਾ ਸਿਰਫ ਕੋਰਟ ਕੋਲੇ ਹੈਗਾ। ਇਸ ਕਰਕੇ ਜੇ ਕੋਈ ਪੁਲਿਸ ਆਫੀਸਰ ਕਿਸੇ ਨੂੰ ਇਕਬਾਲ ਕਰਾਉਣ ਦੀ ਖਾਤਰ, ਠੀਕ ਹੈ, ਕਿਸੇ ਨੂੰ ਤਸ਼ੱਦਦ ਦਿੰਦਾ ਹੈ, ਕਿਸੇ ਨੂੰ ਟੌਰਚਰ ਕਰਦਾ ਹੈ, ਤਾਂ ਇੱਥੇ ਜਿਹੜਾ ਹੈਗਾ ਉਹ ਵਿਅਕਤੀ ਜਿਹੜਾ ਪੁਲਿਸ ਆਫੀਸਰ ਹੈਗਾ ਇਜ਼ ਗਿਲਟੀ ਫਾਰ ਐਨ ਅਫੈਂਸ ਅੰਡਰ ਦਿਸ ਸੈਕਸ਼ਨ। ਇਸੇ ਕਰਕੇ ਕਿਸੇ ਵੀ ਜਿਹੜੇ ਵਿਅਕਤੀ ਦੇ ਜਿਹੜੇ ਬਿਆਨ ਹੈਗੇ ਜਦੋਂ ਪੁਲਿਸ ਲੈਂਦੀ ਹੈ ਕਿਸੇ ਅਫੈਂਸ ਦੇ ਵਿੱਚ, ਠੀਕ ਹੈ, ਜਦੋਂ ਬਿਆਨ ਪੁਲਿਸ ਲੈਂਦੀ ਹੈ ਤਾਂ ਉਹ ਅੰਡਰ ਸੈਕਸ਼ਨ 161 ਲੈ ਜਾਂਦੇ ਨੇ। 161 ਜਿਹੜੀ ਸਟੇਟਮੈਂਟ ਪੁਲਿਸ ਲੈਂਦੀ ਹੈ ਤਾਂ ਜਿਹੜੀ ਉਹ ਹੈਗੀ ਕੋਰਟ ਦੇ ਵਿੱਚ ਜਾ ਕੇ ਉਹ ਇਫੈਕਟਿਵ ਨਹੀਂ ਹੁੰਦੀ ਜਦੋਂ ਤੱਕ ਜਿਹੜਾ ਬਿਆਨ ਦੇਣ ਵਾਲਾ ਵਿਅਕਤੀ ਹੈਗਾ ਕੋਰਟ ਜਾ ਕੇ ਖੁਦ ਜਾ ਕੇ ਜੱਜ ਦੇ ਸਾਹਮਣੇ ਆਪਣੇ ਬਿਆਨ ਨਹੀਂ ਦਿੰਦਾ, ਤਦ ਹੀ ਉਹਨਾਂ ਬਿਆਨਾਂ ਦੀ ਵੈਲਿਊ ਹੁੰਦੀ ਹੈ। ਜੇਕਰ ਪੁਲਿਸ ਵੱਲੋਂ ਕੋਈ ਅੰਡਰ ਸੈਕਸ਼ਨ 161 ਕੋਈ ਸਟੇਟਮੈਂਟ ਲੈ ਲਈ ਜਾਂਦੀ ਹੈ ਵੀ ਹਾਂ ਮੈਂ ਦੇਖਿਆ, ਮੈਂ ਕੀਤਾ, ਮੈਂ ਦੇਖਿਆ ਇਹਨੂੰ ਜੁਰਮ ਕਰਦੇ ਹੋਏ, ਠੀਕ ਹੈ, ਉਹਨਾਂ ਬਿਆਨਾਂ ਦੀ ਕੋਈ ਵੈਲਿਊ ਨਹੀਂ ਮੰਨੀ ਜਾਂਦੀ ਅੰਡਰ ਸੈਕਸ਼ਨ 161, ਕਿਉਂਕਿ ਪ੍ਰਜੂਮ ਕੀ ਕੀਤਾ ਜਾਂਦਾ ਹੈ ਵੀ ਇਹ ਜਿਹੜੀ ਸਟੇਟਮੈਂਟ ਹੈ ਪੁਲਿਸ ਨੇ ਲਈ ਹੈ, ਮੇਬੀ ਪੁਲਿਸ ਨੇ ਟੌਰਚਰ ਕਰਕੇ ਲਈ ਹੋਵੇ, ਮੇਬੀ ਪੁਲਿਸ ਨੇ ਉਹਨੂੰ ਡਰਾ ਧਮਕਾ ਕੇ ਲਈ ਹੋਵੇ, ਮੇਬੀ ਬੰਦੇ ਨੇ ਵਿਦਆਊਟ ਐਨੀ ਵੋਲੰਟਰੀ ਇਹ ਸਟੇਟਮੈਂਟ ਨਾ ਦਿੱਤੀ ਹੋਵੇ, ਅੰਡਰ ਅਨਡਿਊ ਇਨਫਲੂਐਂਸ ਦਿੱਤੀ ਹੋਵੇ, ਡਰ ਦੇ ਨਾਲ ਦਿੱਤੀ ਹੋਵੇ, ਐਪਰੀਹੈਂਸ਼ਨ ਨਾਲ ਦਿੱਤੀ ਹੋਵੇ, ਠੀਕ ਹੈ। ਇਸ ਕਰਕੇ ਜਿਹੜੇ 161 ਦੇ ਜਿਹੜੇ ਸਟੇਟਮੈਂਟਸ ਹੁੰਦੀਆਂ ਨੇ they are not valid, these are only for the ਪ੍ਰੋਸੀਜਰ ਹੁੰਦੀਆਂ ਨੇ, ਪੁਲਿਸ ਦਾ ਪ੍ਰੋਸੀਜਰ ਹੁੰਦਾ ਹੈਗਾ। ਜਦੋਂ ਤੱਕ ਕੋਰਟ ਦੇ ਵਿੱਚ ਜਾ ਕੇ ਬੰਦਾ ਸਟੇਟਮੈਂਟ ਨਹੀਂ ਦਿੰਦਾ ਉਦੋਂ ਤੱਕ ਉਹਨਾਂ ਦੀ ਕੋਈ ਵੈਲਿਊ ਨਹੀਂ ਹੁੰਦੀ। ਦੂਜੀ ਐਗਜ਼ਾਮਪਲ ਇੱਕ ਹੋਰ ਦੇ ਲਓ, a police officer torture B to induce him to point out where certain stolen property is deposited। ਉਹਨੂੰ ਟੌਰਚਰ ਕਰਦਾ ਹੈ ਵੀ ਦੱਸ ਤੈਂ ਜਿਹੜੀ ਚੋਰੀ ਕੀਤੀ ਹੈ ਜ਼ਮੀਨ, ਕੋਈ ਚੋਰੀ ਕੀਤੀ ਹੋਈ ਚੀਜ਼ ਹੈਗੀ ਹੈ ਉਹ ਕਿੱਥੇ ਰੱਖੀ ਵੀ ਹੈਗੀ ਹੈ, ਡਿਸਕਲੋਜ਼ ਕਰ, ਪਿਨ ਪੁਆਇੰਟ ਕਰ ਕਿੱਥੇ ਹੈ, ਠੀਕ ਹੈ। ਤੇ ਉਹਨੂੰ ਟੌਰਚਰ ਕਰਦਾ ਹੈ, ਮਤਲਬ ਜ਼ਖਮੀ ਕਰਦਾ ਹੈ, ਹਰਟ ਕਰਦਾ ਹੈ, ਤਾਂ ਇੱਥੇ ਇਜ਼ ਗਿਲਟੀ ਆਫ ਐਨ ਅਫੈਂਸ ਅੰਡਰ ਦਿਸ ਸੈਕਸ਼ਨ। ਤੀਸਰੀ ਐਗਜ਼ਾਮਪਲ ਇੱਕ ਹੋਰ ਹੈ, ਰੈਵਨਿਊ ਆਫੀਸਰ ਟੌਰਚਰ Z। ਰੈਵਨਿਊ ਆਫੀਸਰ ਹੈ, ਉਸਨੇ ਕੋਈ ਏਰੀਅਸ ਵਸੂਲ ਕਰਨੇ, ਰੈਵਨਿਊ ਵਸੂਲ ਕਰਨਾ ਹੈਗਾ, ਲੈਂਡ ਰੈਵਨਿਊ ਵਸੂਲ ਕਰਨਾ ਜਾਂ ਕੋਈ ਹੋਰ ਏਰੀਆ ਹੈਗਾ ਕਿਸੇ ਹੋਰ ਡਿਪਾਰਟਮੈਂਟ ਦਾ ਏਰੀਆ ਵਸੂਲ ਕਰਨਾ ਹੈਗਾ, in order to compel him to pay certain areas of revenue due from Z। Z ਨੂੰ ਟੌਰਚਰ ਕਰਦਾ, Z ਵੱਲ ਕੋਈ ਬਕਾਇਆ ਖੜਾ ਹੈਗਾ, is guilty of an offence under this section। ਇੱਥੇ ਵੀ ਜਿਹੜਾ ਇਹ ਰੈਵਨਿਊ ਆਫੀਸਰ ਹੈ ਉਹ ਵੀ ਗਿਲਟੀ ਹੋਏਗਾ। ਦੈਨ ਹੈਗਾ ਇੱਕ ਐਗਜ਼ਾਮਪਲ ਹੋਰ ਪੜ੍ਹ ਲਓ, a ਜ਼ਿਮੀਦਾਰ tortures a ਰਿਆਤ in order to compel him to pay his rent। ਆਪਦੇ ਕਿਸੇ ਕਿਰਾਏਦਾਰ ਨੂੰ ਟੌਰਚਰ ਕਰਦਾ ਹੈ, is guilty of an offence under this section। ਇੱਥੇ ਜਿਹੜਾ ਉਹ ਵੀ ਹੈ ਪਨਿਸ਼ੇਬਲ ਹੋਏਗਾ ਇਸ ਸੈਕਸ਼ਨ ਦੇ ਤਹਿਤ। ਸੈਕਸ਼ਨ 331 ਵੋਲੰਟਰੀ ਕਾਜ਼ਿੰਗ ਗ੍ਰੀਵੀਅਸ ਹਰਟ। ਦੇਖੋ ਉੱਪਰ ਪੜ੍ਹਿਆ ਸੀ ਆਪਾਂ ਸੈਕਸ਼ਨ 330 ਦੇ ਵਿੱਚ ਅਸੀਂ ਪੜ੍ਹਿਆ ਸੀਗਾ ਹਰਟ, ਠੀਕ ਹੈ, ਹਰਟ ਕਰਦਾ ਹੈਗਾ ਬਣਾਉਣ ਦੀ ਖਾਤਰ 7 ਸਾਲ ਦੀ ਸਜ਼ਾ ਸੀਗੀ। ਹੁਣ ਅਸੀਂ ਕਰਦੇ ਹਾਂ ਗ੍ਰੀਵੀਅਸ ਹਰਟ ਕਰ ਦਿੱਤੀ ਉਸ ਨੂੰ ਵਿਅਕਤੀ ਨੂੰ, ਕਿਸੇ ਨੂੰ।
ਵੋਲੰਟਰੀ ਕਾਜ਼ ਅ ਗ੍ਰੀਵੀਅਸ ਹਰਟ ਟੂ ਐਕਸਟੋਰਟ ਕਨਫੈਸ਼ਨ, ਮਨਾਉਣ ਦੀ ਖਾਤਰ ਇਕਬਾਲ ਕਰਾਉਣ ਵਾਸਤੇ, ਠੀਕ ਹੈ, ਕੋਈ ਪ੍ਰੋਪਰਟੀ ਕੋਈ ਚੀਜ਼ ਉਹਨੇ ਚੋਰੀ ਕੀਤੀ ਵੀ ਹੈ ਉਸ ਨੂੰ ਵਾਪਸ ਲੈਣ ਦੀ ਖਾਤਰ, ਠੀਕ ਹੈ, ਕੋਈ ਗ੍ਰੀਵੀਅਸ ਹਰਟ ਕਰ ਦਿੰਦਾ ਕਿਸੇ ਦਾ, ਜੋ ਗ੍ਰੀਵੀਅਸ ਹਰਟ ਦੀ ਆਪਾਂ ਡੈਫੀਨੇਸ਼ਨ ਪਹਿਲਾਂ ਪੜ੍ਹ ਕੇ ਆਏ ਹਾਂ ਵੀ ਕਿਸੇ ਦਾ ਨੱਕ ਤੋੜ ਦਿੰਦਾ, ਨੱਕ ਕਿਸੇ ਦਾ ਅੱਖ ਫੜ ਭੰਨ ਦਿੰਦਾ, ਕਿਸੇ ਦਾ ਕੰਨ ਭੰਨ ਦਿੰਦਾ, ਕਿਸੇ ਦਾ ਫੇਸ ਵਿਗਾੜ ਦਿੰਦਾ ਹੈਗਾ, ਤਾਂ ਇਸ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 7 ਸਾਲ ਦੀ ਬਜਾਏ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਨਾਲ ਫਾਈਨ ਹੋ ਸਕਦਾ ਹੈਗਾ। ਸੈਕਸ਼ਨ 332 ਵੋਲੰਟਰੀ ਕਾਜ਼ਿੰਗ ਹਰਟ ਟੂ ਡਿਟਰ ਪਬਲਿਕ ਸਰਵੈਂਟ ਫਰੋਮ ਹਿਸ ਡਿਊਟੀ, ਕੋਈ ਸਰਕਾਰੀ ਮੁਲਾਜ਼ਮ ਹੈਗਾ, ਸਰਕਾਰੀ ਆਫਿਸਰ ਹੈਗਾ, ਉਹ ਆਪਣੀ ਡਿਊਟੀ ਕਰ ਰਿਹਾ ਹੈ, ਉਸ ਨੂੰ ਡਿਊਟੀ ਤੋਂ ਕਰਦੇ ਹੋਏ ਰੋਕਣਾ ਤੇ ਉਸ ਨੂੰ ਹਰਟ ਕਰ ਦੇਣਾ, ਠੀਕ ਹੈ। ਆਪਣੀ ਡਿਊਟੀ ਦੇ ਦੌਰਾਨ ਕੋਈ ਵਿਅਕਤੀ, ਕੋਈ ਪਬਲਿਕ ਸਰਵੈਂਟ ਕੋਈ ਕੰਮ ਕਰ ਰਿਹਾ ਹੈ, ਕੋਈ ਡਿਊਟੀ ਕਰ ਰਿਹਾ ਹੈਗਾ, ਉਸ ਨੂੰ ਉਸ ਡਿਊਟੀ ਤੋਂ ਰੋਕਣਾ ਤੇ ਉਸ ਨੂੰ ਜ਼ਖਮੀ ਕਰ ਦੇਣਾ, ਤਾਂ ਇਸ ਕੇਸ ਦੀ ਜਿਹੜੀ ਸਜ਼ਾ ਹੈਗੀ ਹੈ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸਰਕਾਰੀ ਮੁਲਾਜ਼ਮ ਨੂੰ ਰੋਕਣਾ ਉਹਦੇ ਕੰਮ ਤੋਂ ਤੇ ਉਸ ਨੂੰ ਜ਼ਖਮੀ ਕਰ ਦੇਣਾ। ਹਰਟ ਨਾਟ ਅ ਗ੍ਰੀਵੀਅਸ ਹਰਟ, ਜ਼ਖਮੀ ਕਰ ਦੇਣਾ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪਰ ਦੂਜੇ ਕੇਸ ਦੇ ਵਿੱਚ ਆ ਗਿਆ ਫਿਰ ਨਾਲ ਦੀ ਨਾਲ, ਅਸੀਂ ਹਰਟ ਤੇ ਗ੍ਰੀਵੀਅਸ ਹਰਟ ਅਸੀਂ ਪੈਰਲਲ ਪੜ੍ਹ ਰਹੇ ਹਾਂ ਦੋਨੋਂ ਚੀਜ਼ਾਂ। ਹਰਟ ਦੀ ਸਜ਼ਾ ਵੱਖਰੀ, ਮੈਂ ਸ਼ੁਰੂ 'ਚ ਦੱਸਿਆ ਸੀਗਾ ਵੀ ਹਰਟ ਦੀ ਸਜ਼ਾ ਵੱਖਰੀ ਹੈ, ਗ੍ਰੀਵੀਅਸ ਹਰਟ ਦੀ ਸਜ਼ਾ ਹੈਗੀ ਹੈ ਜਿਹੜੀ ਜ਼ਿਆਦਾ ਹੈਗੀ ਹੈ। ਹੁਣ ਕਿ ਸਰਕਾਰੀ ਮੁਲਾਜ਼ਮ ਨੂੰ ਕੋਈ ਵਿਅਕਤੀ ਸਰਕਾਰੀ ਮੁਲਾਜ਼ਮ ਉਹਦੀ ਡਿਊਟੀ ਦੌਰਾਨ ਕੋਈ ਵਿਅਕਤੀ ਜ਼ਖਮੀ ਕਰਦਾ ਤਾਂ 3 ਸਾਲ ਦੀ ਸਜ਼ਾ ਹੈ, ਜੇਕਰ ਉਸ ਨੂੰ ਗ੍ਰੀਵੀਅਸ ਹਰਟ ਕਰਦਾ ਤਾਂ ਜਿਹੜੀ ਸਜ਼ਾ ਵੱਧ ਕੇ ਹੈਗੀ ਹੈ 10 ਸਾਲ ਤੱਕ ਦੀ ਹੋ ਜਾਂਦੀ ਹੈ। ਸਰਕਾਰੀ ਮੁਲਾਜ਼ਮ ਨੂੰ ਕੰਮ ਦੇ ਵਿੱਚ ਰਿਕਾਰਡ ਪਾਉਂਦਾ ਤੇ ਉਸ ਨੂੰ ਜ਼ਖਮੀ ਵੀ ਕਰ ਦਿੰਦਾ ਨਾਲ ਨਾਲ, ਤਾਂ ਸਜ਼ਾ ਹੈਗੀ ਹੈ 3 ਸਾਲ ਦੀ ਬਜਾਏ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਅਫੈਂਡਰ ਨੂੰ। ਨੈਕਸਟ ਹੈਗਾ ਵੋਲੰਟਰੀ ਕਾਜ਼ਿੰਗ ਹਰਟ ਔਨ ਪ੍ਰੋਵੋਕੇਸ਼ਨ। ਦੇਖੋ ਇੱਥੇ ਫਰਕ ਪੈ ਗਿਆ, ਇੱਕ ਵਰਡ ਆ ਗਿਆ ਪ੍ਰੋਵੋਕੇਸ਼ਨ। ਕਿਸੇ ਵਿਅਕਤੀ ਨੇ ਕਿਸੇ ਨੂੰ ਪ੍ਰੋਵੋਕ ਕਰਤਾ, ਉਹਨੇ ਉਹਨੂੰ ਜ਼ਖਮੀ ਕਰ ਦਿੱਤਾ, ਠੀਕ ਹੈ। ਉਹਦੇ ਉੱਪਰ ਹਮਲਾ ਕਿਉਂ ਕੀਤਾ? ਜੇ ਉਹਨੇ ਉਸ ਨੂੰ ਪ੍ਰੋਵੋਕ ਕੀਤਾ, ਜਾਂ ਤਾਂ ਉਹਨੇ ਗਾਲ ਕੱਢ ਦਿੱਤੀ, ਜਾਂ ਉਹਨੇ ਕੁਛ ਵੀ ਐਸਾ ਕੋਈ ਸ਼ਬਦ ਕਹਿ ਦਿੱਤਾ, ਠੀਕ ਹੈ, ਜਿਸ ਕਰਕੇ ਉਹਨੂੰ ਗੁੱਸਾ ਆਇਆ, ਉਹਨੇ ਉਹਦੇ ਸੱਟ ਮਾਰੀ, ਉਹਦਾ ਨੁਕਸਾਨ ਹੋ ਗਿਆ, ਮਤਲਬ ਇੱਥੇ ਰੀਜ਼ਨ ਇਨਵੋਲਵ ਹੋ ਗਿਆ। ਜੇ ਉਹ ਪ੍ਰੋਵੋਕੇਸ਼ਨ ਨਾ ਕਰਦਾ ਦੂਜਾ ਬੰਦਾ, ਤਾਂ ਉਹ ਹਮਲਾ ਹੀ ਨਾ ਕਰਦਾ, ਗੱਲ ਹੀ ਨਹੀਂ ਸੀ ਹੋਣੀ। ਇਸ ਕਰਕੇ ਇਹਦੀ ਸਜ਼ਾ ਇੱਥੇ ਆ ਕੇ ਘਟ ਜਾਂਦੀ ਹੈ। 1 ਮੰਥ ਦੀ ਸਜ਼ਾ ਹੁੰਦੀ ਹੈ ਸਿਰਫ ਹਰਟ ਦੇ ਨਾਲ, ਓਨਲੀ ਹਰਟ ਕੀਤੀ ਹੈ। 1 ਮੰਥ ਦੀ ਸਜ਼ਾ ਜਿੱਥੇ ਕੋਈ ਕਿਸੇ ਵਿਅਕਤੀ ਨੂੰ ਅਚਾਨਕ ਪ੍ਰਵੋਕ ਕਰ ਦਿੰਦੇ, ਦੂਜਾ ਵਿਅਕਤੀ ਉਹਦੇ ਸਾਹਮਣੇ ਵਾਲਾ ਪ੍ਰਵੋਕ ਕਰ ਦਿੰਦਾ ਹੈ, ਤਾਂ 1 ਸਾਲ ਤੱਕ 1 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। ਜਿਹੜਾ ਫਾਈਨ ਹੈਗਾ 500 ਰੁਪਏ ਤੱਕ ਦਾ ਕੀਤਾ ਜਾ ਸਕਦਾ, ਦੋਨੋਂ ਵੀ ਹੋ ਸਕਦੇ ਨੇ। ਹੁਣ ਦੇਖੋ ਨਾਲ ਫਿਰ ਆ ਗਈ ਗ੍ਰੀਵੀਅਸ ਦੀ ਗੱਲ ਆ ਗਈ। ਉਹਨੇ ਪ੍ਰਵੋਕ ਕੀਤਾ, ਦੂਜੇ ਬੰਦੇ ਨੇ ਗ੍ਰੀਵੀਅਸ ਹਰਟ ਕਰ ਦਿੱਤੀ, ਉਹਦੇ ਜ਼ੋਰ ਦੀ ਘੁਸੋਨ ਮਾਰਿਆ, ਮੁੱਕੀ ਮਾਰੀ, ਠੀਕ ਹੈ, ਉਹਦਾ ਕੋਈ ਨਾ ਕੋਈ ਨੁਕਸਾਨ ਹੋ ਗਿਆ, ਉਹਦਾ ਕੋਈ ਅੱਖ ਟੁੱਟੀ ਗਈ, ਠੀਕ ਹੈ, ਜਾਂ ਕੋਈ ਜੁਆਇੰਟ ਟੁੱਟ ਗਿਆ। ਇੱਥੇ ਤੱਕ ਜਿਹੜੀ ਸਜ਼ਾ ਹੈਗੀ ਹੈ 4 ਈਅਰ 4 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਉਸ ਵਿਅਕਤੀ ਨੂੰ। ਬੇਸ਼ੱਕ ਉਹਨੇ ਪ੍ਰੋਵੋਕੇਸ਼ਨ ਕੀਤੀ, ਪਰ ਉਸਨੇ ਗ੍ਰੀਵੀਅਸ ਹਰਟ ਕਰਤਾ, ਉਸਨੂੰ ਦਾ ਕੋਈ ਅੰਗ ਸੀ ਜਿਹੜਾ ਪਰਮਾਨੈਂਟ ਤੌਰ ਤੇ ਨੁਕਸਾਨਦੇਹ ਕਰ ਦਿੱਤਾ। ਸ਼ੈਲ ਬੀ ਪਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਆਫ 4 ਈਅਰਸ, 2 ਸਾਲ ਤੱਕ 2000 ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ हैं। नेक्स्ट है 336 एक्ट इंडेंजरिंग लाइफ और पर्सनल सेफ्टी ऑफ अदर्स। कोई बंदा काम करता है जिहदे नाल कोई नाल दे गुआंढी नूं लंघदे वड़दे नूं नुकसान हो सकता हैगा, इस तरीके नाल विद नैगलीजेंसी काम कर रहा है, दूजे आण जाने वाले हर नूं दिखदा है यार भी बंदा इहनूं अकल नहीं हैगी भी ये किदां काम कर रहा हैगा, इहदा बिल्कुल ही इतिहाद नहीं वरत रहा, दूजे का किसी का नुकसान हो सकता है, पर्सनल सेफ्टी किसी की ਉਹਦਾ ਕੋਈ ਨੁਕਸਾਨ ਹੋ ਸਕਦਾ ਹੈ, ਪਰ ਨੁਕਸਾਨ ਕਰਦਾ ਨਹੀਂ ਹੈਗਾ, ਉਹ ਰੈਸ਼ਲੀ ਕੋਈ ਕੰਮ ਕਰ ਰਿਹਾ ਹੈ। whoever does any act so rashly or negligently as to endanger the human life, ਦੂਜੇ ਕਿਸੇ ਵਿਅਕਤੀ ਦੀ ਜਿਹੜੀ ਪਰਸਨਲ ਲਾਈਫ ਹੈ ਉਹਦਾ ਨੁਕਸਾਨ ਹੋ ਸਕਦਾ ਹੈ। ਇਹੋ ਜਿਹੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਉਸ ਵਿਅਕਤੀ ਨੂੰ ਜੇ ਕੋਈ ਪ੍ਰੂਵ ਕਰਦਾ ਹੈ ਤਾਂ 3 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ। 200 ਰੁਪੀਜ਼ ਫਾਈਨ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਹੈ। ਇੱਥੇ ਹੋਇਆ ਕੁਛ ਨਹੀਂ, 336 ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਕਿਸੇ ਸੱਟ ਨਹੀਂ ਲੱਗੀ, ਕਿਸੇ ਨੂੰ ਹਰਟ ਨਹੀਂ ਹੋਇਆ, ਕੋਈ ਗਰੀਵੀ ਸੱਟ ਨਹੀਂ ਹੋਈ, ਪਰ ਜਿਹੜਾ ਉਹਦਾ ਵਰਕ ਸੀਗਾ ਇਟ ਇਜ਼ ਨਾਟ ਅੰਡਰ ਦਾ ਲਾਅ,
ਉਹ ਜਿਹੜਾ ਵਕਤ ਸੀਗਾ ਉਹ ਰੈਸ਼ਲੀ ਸੀਗਾ, ਨੈਗਲੀਜੈਂਟਲੀ ਨਾਲ ਕੰਮ ਕਰ ਰਿਹਾ ਸੀਗਾ, ਉਹਦੇ ਨਾਲ ਕਿਸੇ ਨੂੰ ਨੁਕਸਾਨ ਹੋ ਸਕਦਾ ਸੀਗਾ। ਬੇਸ਼ੱਕ ਨਹੀਂ ਹੋਇਆ ਉਹ ਗੱਲ ਵੱਖਰੀ ਹੈ, ਪਰ ਫਿਰ ਵੀ ਬੇਸ਼ੱਕ ਨੁਕਸਾਨ ਨਹੀਂ ਹੋਇਆ ਤਾਂ ਵੀ 3 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ। ਨੈਕਸਟ ਹੈ ਸੈਕਸ਼ਨ 337 ਕਾਜ਼ਿੰਗ ਹਰਟ ਬਾਈ ਐਕਟ ਇੰਡੇਂਜਰਿੰਗ। ਆ ਦੇਖੋ ਨਾਲ ਦੀ ਨਾਲ ਹੀ 336 ਦੇ ਨਾਲ 337 ਆ ਗਿਆ। ਇਹਦੇ ਵਿੱਚ ਕਿਸੇ ਨੂੰ ਹਰਟ ਹੋ ਗਿਆ ਕੋਈ, ਕਿਉਂ ਹੋ ਗਿਆ? ਉਹਦੀ ਜਿਹੜੀ ਕੰਮ ਕਰ ਰਿਹਾ ਸੀਗਾ ਉਹ ਨੈਗਲੀਜੈਂਟਲੀ ਨਾਲ ਕਰ ਰਿਹਾ ਸੀਗਾ, ਰੈਸ਼ਲੀ ਕਰ ਰਿਹਾ ਸੀਗਾ। ਜੇ ਕਿਸੇ ਨੂੰ ਹਰਟ ਹੋ ਗਿਆ ਤਾਂ ਜਿਹੜੀ ਸਜ਼ਾ ਹੈਗੀ ਹੈ 6 ਮੰਥ ਤੱਕ ਦੀ ਸਜ਼ਾ ਹੋ ਸਕਦੀ ਹੈ। ਉੱਪਰਲੇ ਕੇਸ ਜਿਹੜਾ ਸਜ਼ਾ ਸੀ ਅੱਧੀ ਸੀਗੀ, ਉੱਥੇ ਕੋਈ ਬੰਦਾ ਜ਼ਖਮੀ ਨਹੀਂ ਸੀ ਹੋਇਆ, ਇੱਥੇ ਕੋਈ ਬੰਦਾ ਜ਼ਖਮੀ ਹੋ ਗਿਆ, ਜਾਣਬੁੱਝ ਕੇ ਜ਼ਖਮੀ ਨਹੀਂ ਕੀਤਾ, ਉਹਦਾ ਕੰਮ ਹੀ ਇਦਾਂ ਦਾ ਸੀਗਾ, ਬੇਪਰਵਾਹੀ ਨਾਲ ਲਾਪਰਵਾਹੀ ਨਾਲ ਕੰਮ ਕਰ ਰਿਹਾ ਸੀਗਾ, ਦੂਜੇ ਬੰਦੇ ਦਾ ਨੁਕਸਾਨ ਹੋ ਗਿਆ ਤਾਂ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ। 338 ਕਾਜ਼ਿੰਗ ਗ੍ਰੀਵੀਅਸ ਹਰਟ ਬਾਈ ਐਕਟ ਇੰਡੇਂਜਰਿੰਗ ਲਾਈਫ। ਦੇਖੋ ਉਹਦੇ 3 ਪੁਆਇੰਟ ਆ ਗਏ ਹੁਣ। 338 ਥੋੜਾ ਫਰਕ ਹੈਗਾ, ਜਿਹੜਾ ਤੁਹਾਡਾ ਕੁਐਸਚਨ ਹੈ ਬੜਾ ਧਿਆਨ ਦੇ ਨਾਲ ਪੜ੍ਹਨਾ ਹੋਏਗਾ ਤੁਸੀਂ। ਇੱਥੇ ਬੰਦਾ ਕੰਮ ਕਰ ਰਿਹਾ ਸੀ, ਰੈਸ਼ਲੀ ਕੰਮ ਕਰ ਰਿਹਾ ਸੀ, ਨੈਗਲੀਜੈਂਸੀ ਨਾਲ ਕੰਮ ਕਰ ਰਿਹਾ ਸੀਗਾ, ਉਹਦਾ ਕਿਸੇ ਨੂੰ ਸੱਟ ਮਾਰਨਾ ਹੋਰ ਦਾ ਕੋਈ ਇਰਾਦਾ ਨਹੀਂ ਸੀ, ਕੋਈ ਇੰਟੈਂਸ਼ਨ ਨਹੀਂ ਸੀਗੀ, ਕੋਈ ਕਿਸੇ ਨੂੰ ਜ਼ਖਮੀ ਕਰਨ ਦਾ ਇਰਾਦਾ ਨਹੀਂ ਸੀ, ਪਰ ਉਹਦਾ ਕੰਮ ਇਦਾਂ ਇਸ ਤਰੀਕੇ ਨਾਲ ਕੰਮ ਕਰ ਰਿਹਾ ਸੀਗਾ ਵਿਦ ਨੈਗਲੀਜੈਂਸੀ, ਤੇ ਦੂਜੇ ਬੰਦੇ ਨੂੰ ਕਿਸੇ ਨੂੰ ਨੁਕਸਾਨ ਹੋ ਗਿਆ, ਗ੍ਰੀਵੀਅਸ ਹਰਟ ਹੋ ਗਈ, ਸੱਟ ਬਹੁਤ ਜ਼ਿਆਦਾ ਲੱਗੀ ਕਿਸੇ ਦੀ, ਜਾਂ ਤਾਂ ਅੱਖ ਫੁੱਟ ਗਈ ਜਾਂ ਉਸਦਾ ਕੋਈ ਜੁਆਇੰਟ ਟੁੱਟ ਗਿਆ, ਠੀਕ ਹੈ। ਤਾਂ ਗ੍ਰੀਵੀਅਸ ਹਰਟ ਦੇ ਵਿੱਚ ਰੀਜ਼ਨ ਮੇ ਕਿ ਗ੍ਰੀਵੀਅਸ ਹਰਟ ਦੀ ਜਿਹੜੀ ਆਪਾਂ ਡੈਫੀਨੇਸ਼ਨ ਕੋਈ ਵੀ ਹੋ ਸਕਦੀ ਹੈ, ਤਾਂ ਇਸ ਕੇਸ ਦੇ ਜਿਹੜਾ ਵਿਅਕਤੀ ਹੈਗਾ ਉਸਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ 1000 ਰੁਪਏ ਤੱਕ ਦਾ ਫਾਈਨ ਵੀ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦਾ ਹੈ। ਨੈਕਸਟ ਅਸੀਂ ਪੜ੍ਹਾਂਗੇ 339। ਇਹ ਚੈਪਟਰ ਹੈਗਾ wrongful restraint and wrongful confinement। ਗਲਤ ਕਿਸੇ ਨੂੰ ਰੋਕਣਾ ਜਾਂ ਗਲਤ ਕਿਸੇ ਨੂੰ ਬੰਦੀ ਬਣਾ ਕੇ ਰੱਖਣਾ। ਕੋਈ ਲੰਘ ਰਿਹਾ ਹੈਗਾ ਉਹਨੂੰ ਲੰਘਣ ਨਾ ਦੇਣਾ, ਠੀਕ ਹੈ, ਜਾਂ ਕੋਈ ਲੰਘ ਰਿਹਾ ਸੀ ਉਸ ਨੂੰ ਰੋਕ ਲੈਣਾ, ਰੋਕ ਕੇ ਉਸ ਨੂੰ ਬੰਦੀ ਬਣਾ ਲੈਣਾ, ਉਹਨੂੰ ਜਾਣ ਨਾ ਦੇਣਾ, ਠੀਕ ਹੈ। wrongful restraint and wrongful confinement। ਪਹਿਲਾਂ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ। wrongful restraint ਕੀ ਹੁੰਦੀ ਹੈ? whoever voluntarily obstructs any person, ਜਦੋਂ ਕੋਈ ਵਿਅਕਤੀ ਕਿਸੇ ਦੂਜੇ ਨੂੰ ਜਾਣਬੁੱਝ ਕੇ ਰੋਕ ਦਿੰਦਾ ਹੈ, ਮੰਨ ਲਓ ਕੋਈ ਬੰਦਾ ਪਹੀ ਚੋਂ ਲੰਘਦਾ ਜਾ ਰਿਹਾ ਸੀਗਾ, ਉਹਨੂੰ ਉੱਤੇ ਰੋਕ ਲਿਆ, ਨਹੀਂ ਜਾਣ ਦਿੱਤਾ, ਇਹ wrongful restraint ਹੈਗੀ ਹੈ। any person so as to prevent that person from proceeding in any direction, ਉਹਨੂੰ ਕਿਸੇ ਪਾਸੇ ਨਾ ਜਾਣ ਦੇਣਾ, ਉੱਧਰ ਨਾ ਲੰਘਣ ਦੇਣਾ, ਉੱਧਰ ਨਾ ਲੰਘਣ ਦੇਣਾ। in which that person has a right to proceed, ਉਹਦਾ ਜਿਹੜਾ ਰਾਈਟ ਹੈਗਾ ਸੀ ਉਹ ਜਾ ਸਕਦਾ ਸੀਗਾ, ਪਰ ਉਹਨੂੰ ਜਾਣ ਦਿੱਤਾ। ਜੇ ਹੁਣ ਕੋਈ ਕਿਸੇ ਦੇ ਘਰ 'ਚ ਜਾਵੇ ਔਰ ਨਹੀਂ ਜਾਂਦਾ ਤਾਂ ਨਹੀਂ ਜਾਂਦਾ, ਗੱਲ ਵੱਖਰੀ ਹੈ, ਪਰ ਉਹਦਾ ਰਾਈਟ ਸੀਗਾ, ਜਿਵੇਂ ਗਲੀ 'ਚ ਜਾਣ ਲੰਘਣਾ ਸੀਗਾ, ਕਿਸੇ ਪੈਸੇ 'ਚ ਲੰਘ ਰਿਹਾ ਸੀ ਬੰਦਾ, ਸੜਕ ਤੇ ਜਾ ਰਿਹਾ ਸੀ ਬੰਦਾ, ਉਹਨੂੰ ਕੋਈ ਰੋਕ ਲੈਣਾ, ਤਾਂ ਉੱਧਰ ਜਾਣ ਦੇਣਾ, ਉੱਧਰ ਜਾਣ ਦਾ ਰਸਤਾ ਰੋਕ ਦੇਣਾ, ਠੀਕ ਹੈ, ਤਾਂ ਇਹਨੂੰ ਕਹਿੰਦੇ wrongful restraint। ਦੂਸਰੇ ਪਾਸੇ ਨਾਲ ਹੀ ਐਕਸੈਪਸ਼ਨ ਦਿੱਤੀ ਹੈ, ਜੇ ਕੋਈ ਪ੍ਰਾਈਵੇਟ ਰਸਤਾ ਹੈ ਕਿਸੇ ਦਾ ਵਿਅਕਤੀ ਦਾ ਹੈਗਾ, ਆਪਦੇ ਪ੍ਰਾਈਵੇਟ ਰਸਤੇ 'ਚ ਕੋਈ ਬੰਦਾ ਕਿਸੇ ਨੂੰ ਜਾਣ ਤੋਂ ਰੋਕਦਾ ਹੈਗਾ, ਉਹਨੂੰ ਅਸੀਂ wrongful restraint ਨਹੀਂ ਕਹਿ ਸਕਦੇ। ਐਗਜ਼ਾਮਪਲ ਤੇ ਪੜ੍ਹ ਲਓ ਇੱਕ wrongful restraint ਦੀ। wrongful restraint ਕੀ ਹੁੰਦੀ ਹੈ? ਦੇਖੋ ਦੁਬਾਰਾ ਫਿਰ ਪੜ੍ਹ ਸਮਝ ਲਓ। ਮੈਂ ਤੁਹਾਨੂੰ ਦੱਸਿਆ ਵੀ ਕੋਈ ਬੰਦਾ ਕਿਸੇ ਨੂੰ ਜਾਣ ਤੋਂ, ਰਸਤੇ 'ਚੋਂ, ਸੜਕ ਤੋਂ, ਪਹੀ 'ਚ, ਠੀਕ ਹੈ, ਜਾਣ ਤੋਂ ਰੋਕਦਾ, ਉਹਨੂੰ ਅਸੀਂ wrongful restraint ਕਹਿੰਦੇ ਆ। ਇਹ obstructs a path along which Z has a right to pass। ਕੋਈ ਰਸਤਾ ਹੈਗਾ, ਇਹ obstructs a path along which Z has a right, Z ਲੰਘ ਰਿਹਾ ਹੈ ਕਿਸੇ ਰਸਤੇ 'ਚੋਂ, ਠੀਕ ਹੈ, ਇਹ ਉਸ ਨੂੰ ਰੋਕ ਦਿੰਦਾ ਹੈ। Z ਨੂੰ ਲੱਗਣ ਦਾ ਅਧਿਕਾਰ ਹੈਗਾ ਕਿਉਂਕਿ ਉਹ ਪਬਲਿਕ ਪਾਥ ਹੈਗੀ ਹੈ, ਠੀਕ ਹੈ। ਇਹ not believing in good faith that he has a right to stop the path। A not believing in good faith that he has a right to stop the path, Z is thereby prevented from the passing। Z ਨੂੰ ਰੋਕ ਲੈਂਦਾ, ਰਸਤੇ 'ਚ ਰੋਕਣ ਜਾਣ ਤੋਂ ਜਾਣ ਨਹੀਂ ਦਿੰਦਾ, ਇਹ wrongfully restrains Z, ਠੀਕ ਹੈ। ਇਹ ਉੱਥੇ ਉਸ ਨੂੰ ਜਾਂ wrongfully Z ਨੂੰ restrain ਕਹਾਂਗੇ ਸੀ ਵੀ wrongfully ਉਹਨੇ restrain ਕੀਤਾ ਹੈਗਾ, ਉਸਨੂੰ ਉਹਦੇ ਕੋਲ ਜਾਣ ਦਾ ਅਧਿਕਾਰ ਸੀਗਾ ਪਰ ਉਹਦੇ ਅਧਿਕਾਰ ਨੂੰ ਡਿਪਰਾਈਵ ਕੀਤਾ ਹੈਗਾ ਉਸਨੂੰ, ਤੇ ਇਸ ਨੂੰ ਅਸੀਂ ਕਹਿੰਦੇ ਆ wrongful restraint। ਦੂਜਾ ਗਿਆ wrongful confinement। ਦੇਖੋ ਫਰਕ ਹੈ ਥੋੜਾ।
ਰੌਂਗਫੁਲ ਰਿਸਟ੍ਰੇਂਟ ਤਾਂ ਕਿਸੇ ਨੂੰ ਰੋਕ ਦੇਣਾ। ਰੌਂਗਫੁਲ ਕਨਫਾਈਨਮੈਂਟ ਕੀ ਹੁੰਦੀ ਹੈ? ਕਨਫਾਈਨਮੈਂਟ ਉਹ ਹੁੰਦੀ ਹੈ ਜਿਵੇਂ ਕੋਈ ਬਾਗਲ ਹੈ, ਬਾਗਲ ਕਿਸੇ ਬੰਦੇ ਨੂੰ ਅੰਦਰ ਵੜ ਲਿਆ, ਮੁੜ ਕੇ ਜਾਂ ਤਾਂ ਫਿਰੀ ਜਾ ਅੰਦਰ, ਨਾ ਉੱਧਰ ਜਾ ਸਕੇ, ਨਾ ਉੱਧਰ ਜਾ ਸਕੇ, ਨਾ ਉੱਧਰ ਜਾ ਸਕੇ, ਯਾਨੀ ਕਿ ਬੰਦੀ ਬਣ ਗਿਆ ਅਗਲਾ। ਕਨਫਾਈਨਮੈਂਟ ਹੋ ਗਈ ਉਹਦੀ, ਉਹਨੂੰ ਬੰਦੀ ਬਣਾ ਕੇ ਰੱਖ ਲਿਆ। ਠੀਕ ਹੈ। whoever wrongfully restrains any person, देखो रिस्ट्रेंट वर्ड भी विच आ गया दे। whoever wrongfully restrains any person in such a manner, इस तरीके नाल उसनू रोक लिया, as to prevent that person from proceeding beyond certain circumscribing limits, ਉਹਦੇ ਕੋਈ ਲਿਮਿਟ ਫਿਕਸ ਹੋ ਗਈ ਉਹਦੇ ਵਾਸਤੇ। ਜੇ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਕੋਈ ਬਾਗਲ ਸੀਗਾ ਜਾਂ ਕੋਈ ਘਰ ਸੀਗਾ, ਉਹਦੇ ਵਿੱਚ ਉਹਨੂੰ ਅੰਦਰ ਬਾੜਦਾ, ਫਿਰ ਗੇਟ ਲਗਾਤਾ। ਠੀਕ ਹੈ ਜੀ, ਉਹ ਕਿਸੇ ਪਾਸੇ ਜਾਣ ਜੋਗਾ ਨਹੀਂ ਰਿਹਾ ਹੈਗਾ, ਤਾਂ ਇਹਨੂੰ ਅਸੀਂ ਕਹਿੰਦੇ ਆ ਰੌਂਗਫੁਲ ਕਨਫਾਈਨਮੈਂਟ। ਲਿਮਿਟਸ, ਇੱਕ ਲਿਮਿਟ ਫਿਕਸ ਹੋ ਗਈ ਬੰਦੇ ਦੀ, ਉਸ ਲਿਮਿਟ ਤੋਂ ਬਾਹਰ ਬੰਦਾ ਜਾ ਨਹੀਂ ਸਕਿਆ, ਉਹਨੂੰ ਰੌਂਗਫੁਲ ਕਨਫਾਈਨਮੈਂਟ ਕਹਾਂਗੇ। एग्जाम्पल पढ़ लो, ए causes Z to go within a walled space, कोई walled space हैगी है, दीवार बजी हुई है चारे पासे किसी जगह ते, A causes Z to go, ए कहता है Z ਨੂੰ ਵੀ ਤੂੰ ਉੱਥੇ ਜਾ। ਠੀਕ ਹੈ, Z ਇੱਥੇ ਅੰਦਰ ਐਂਟਰ ਕਰ ਜਾਂਦਾ ਹੈ, ਐਂਡ ਲੌਕਸ Z, ਫਿਰ ਬਾਹਰੋਂ ਉਹ ਲੌਕ ਕਰ ਦਿੰਦਾ ਹੈ, ਗੇਟ ਬੰਦ ਕਰ ਦਿੰਦਾ ਹੈ। ਠੀਕ ਹੈ, A is thus prevented from proceeding in any direction, ਇਹਨੇ ਕੀ ਕੀਤਾ? ਰੋਕ ਲਿਆ ਨਾ ਉਸਨੂੰ, ਹੁਣ ਕਿਸੇ ਪਾਸੇ ਜਾ ਨਹੀਂ ਸਕਦਾ, ਉਹ ਅੰਦਰ ਅੰਦਰ ਘੁੰਮੀ ਜਾਵੇ। ਇਹ ਹੈਜ਼ ਪ੍ਰੀਵੈਂਟਡ ਫਰੋਮ ਪ੍ਰੋਸੀਡਿੰਗ ਇਨ ਐਨੀ ਡਾਇਰੈਕਸ਼ਨ ਬਿਯੋਂਡ ਦਾ ਸਰਕਮਸਕ੍ਰਾਈਬਿੰਗ ਲਾਈਨ। ਜਿਹੜੀ ਲਾਈਨ ਬਣੀ ਹੋਈ ਹੈ, ਲਾਈਨ ਕਿਹੜੀ ਹੈ? ਚਾਰ ਦੀਵਾਰੀ ਬਣੀ ਹੋਈ ਹੈ, ਚਾਰ ਦੀਵਾਰੀ ਦੇ ਅੰਦਰ ਅੰਦਰ ਜਾ ਸਕਦਾ, ਉਹ ਕਿਤੇ ਵੀ ਜਾ ਸਕਦਾ ਹੈ। ਇਸ ਨੂੰ ਅਸੀਂ ਕੀ ਕਹਾਂਗੇ? ਰੌਂਗਫੁਲ ਕਨਫਾਈਨਸ ਜ਼ੈਡ। ਇਹਨੇ ਜ਼ੈਡ ਨੂੰ ਰੌਂਗਫੁਲੀ ਕਨਫਾਈਨ ਕਰ ਲਿਆ। ਹੁਣ ਸਰਕਾਰੀ ਮੁਲਾਜ਼ਮ ਨੇ, ਕੋਈ ਬਾਹਰ ਗਏ ਨੇ, ਕੰਮ ਕਰਦੇ ਗਏ ਨੇ, ਉੱਥੇ ਕੋਈ ਲੋਕ ਉਸਨੂੰ ਉੱਥੇ ਕਿਸੇ ਜਗ੍ਹਾ ਤੇ ਬੰਦੀ ਬਣਾ ਲੈਣ, ਉਹ ਅੰਦਰ ਤੱਕ ਘੁੰਮੀ ਜਾਣਾ, ਉਹਨੂੰ ਕੁਝ ਕਹਿਣ ਤਾਂ ਹੈ ਵੀ ਨਾ, ਠੀਕ ਹੈ, ਕਹਿਣ ਵੀ ਨਾ ਕੁਝ, ਪਰ ਉਹ ਜਾ ਵੀ ਨਾ ਸਕਣ ਕਿਸੇ ਪਾਸੇ। ਇਹ ਰੌਂਗਫੁਲ ਕਨਫਾਈਨਮੈਂਟ ਹੈਗੀ। ਇੱਕ ਐਗਜ਼ਾਮਪਲ ਹੋਰ ਪੜ੍ਹ ਲਓ, A places men with firearms at the outlet of a building, A places men with firearms at the outlet of a building, ਕਿਸੇ ਬਿਲਡਿੰਗ ਦੀ ਜਿਹੜੀ ਆਊਟਲੈਟ ਹੈਗੀ, ਜਿੱਥੋਂ ਬੰਦਾ ਰਸਤਾ ਹੈਗਾ ਨਿਕਲਣ ਦਾ, and tells Z that they will fire at Z if Z attempts to leave, ਇਹ ਖੜਾ ਉੱਥੇ ਕਹਿੰਦਾ Z ਨੂੰ, ਕਹਿੰਦਾ ਜੇ ਤੂੰ ਐ ਬਾਹਰ ਆਏਗਾ ਤਾਂ ਮੈਂ ਮਾਰ ਦੂੰਗਾ, ਫਾਇਰ ਕਰ ਦੂੰਗਾ। ਠੀਕ ਹੈ, if Z attempts to leave the building, ਜੇ ਬਿਲਡਿੰਗ ਤੋਂ ਬਾਹਰ ਨਿਕਲਦਾ Z, ਇਹ ਕਹਿੰਦਾ ਉਸਨੂੰ ਵੀ ਮੈਂ ਫਿਰ ਫਾਇਰ ਕਰ ਦੂੰਗਾ। ਇਹ ਰੌਂਗਫੁਲੀ ਕਨਫਾਈਨ Z। ਇੱਥੇ ਇਸ ਨੂੰ ਕੀ ਕਹਾਂਗੇ ਆਪਾਂ? ਵੀ A ਨੇ ਜਿਹੜਾ Z ਹੈਗਾ ਉਸਨੂੰ ਰੌਂਗਫੁਲੀ ਕਨਫਾਈਨ ਕਰਕੇ ਰੱਖਿਆ ਹੋਇਆ ਹੈਗਾ। ਹੁਣ ਦੇਖੋ, ਪਨਿਸ਼ਮੈਂਟ ਅਲੱਗ-ਅਲੱਗ ਹੈਗੇ ਆ, ਰਿਸਟ੍ਰੇਂਟ ਦੀ ਪਨਿਸ਼ਮੈਂਟ ਅਲੱਗ ਹੈ, ਉਹਦੀ ਕਨਫਾਈਨਮੈਂਟ ਦੀ ਪਨਿਸ਼ਮੈਂਟ ਅਲੱਗ ਹੈ। 341 ਦੇ ਵਿੱਚ 341 ਚ ਪਨਿਸ਼ਮੈਂਟ ਦਿੱਤੀ ਹੈ ਰਿਸਟ੍ਰੇਨ ਦੀ। ਜੇ ਕਿਸੇ ਨੂੰ ਕੋਈ ਰਿਸਟ੍ਰੇਨ ਕਰਕੇ ਰੱਖਦਾ ਹੈ ਰੌਂਗਫੁਲੀ, ਤਾਂ ਜਿਹੜੀ ਉਹਦੀ ਸਜ਼ਾ ਹੈਗੀ ਹੈ 1 ਮੰਥ ਹੋਏਗੀ, 500 ਰੁਪਏ ਤੱਕ ਜੁਰਮਾਨਾ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦਾ ਹੈ। ਜੇ ਕੋਈ ਕਨਫਾਈਨ ਕਰਕੇ ਰੱਖਦਾ ਕਿਸੇ ਨੂੰ, ਤਾਂ ਉਹਦੀ ਜਿਹੜੀ ਸਜ਼ਾ ਹੈਗੀ ਹੈ 1 ਈਅਰ ਹੈਗੀ ਹੈ। ਪਹਿਲੇ ਕੇਸ 'ਚ ਰਿਸਟ੍ਰੇਨ ਦੇ ਵਿੱਚ ਤਾਂ ਬੰਦਾ ਵਾਪਸ ਜਾ ਸਕਦਾ ਸੀਗਾ, ਰਸਤਾ ਰੋਕਦਾ ਤਾਂ ਆਲਾ ਵਾਪਸ ਚਲਾ ਗਿਆ। ਠੀਕ ਹੈ, ਦੂਜੇ ਕੇਸ 'ਚ ਕਨਫਾਈਨਮੈਂਟ ਦੇ ਵਿੱਚ ਆਲਾ ਕਿਤੇ ਜਾ ਹੀ ਨਹੀਂ ਸਕਿਆ, ਉਹਨੂੰ ਉਹਦੇ ਇੱਕ ਤਰ੍ਹਾਂ ਦਾ ਬੰਦੀ ਬਣਾ ਲਿਆ, ਕਹਿ ਲਈਏ ਆਪਾਂ। ਬੇਸ਼ੱਕ ਪਕੜ ਕੇ ਬੰਨ੍ਹ ਕੇ ਨਹੀਂ ਰੱਖਿਆ, ਪਰ ਜੇ ਬੰਦਾ ਕਿਸੇ ਪਾਸੇ ਜਾ ਹੀ ਨਹੀਂ ਸਕਦਾ, ਇੱਕ ਬਾਉਂਡਰੀ ਲਾਈਨ ਫਿਕਸ ਹੋ ਗਈ ਉਹਦੇ ਵਾਸਤੇ, ਚਾਰ ਦੀਵਾਰੀ ਫਿਕਸ ਹੋ ਗਈ, ਉਦੋਂ ਬਾਅਦ ਕੋਈ ਘਰ ਹੈਗਾ ਉਹਦੇ ਵਿੱਚ ਹੀ ਵਿੱਚ ਉਹਨੇ ਰਹਿਣਾ ਹੈਗਾ, ਪਰ ਉਹਦੀ ਕਨਫਾਈਨਮੈਂਟ ਤਾਂ ਹੋ ਗਈ ਨਾ ਜੀ। ਇੱਥੇ ਜਿਹੜੀ ਸਜ਼ਾ ਹੈਗੀ ਹੈ 1 ਸਾਲ ਤੱਕ ਦੀ ਹੋ ਸਕਦੀ ਹੈ, 1000 ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਹੁਣ ਗੱਲ ਆ ਗਈ, ਜੇ ਕੋਈ ਕਿਸੇ ਨੂੰ ਰੌਂਗਫੁਲੀ ਕਨਫਾਈਨ ਕਰਕੇ ਰੱਖਦਾ 3 ਦਿਨ ਤੱਕ ਰੱਖਦਾ ਹੈ, ਠੀਕ ਹੈ, ਉੱਪਰ ਤਾਂ ਮਤਲਬ ਇਹ ਕਹਿ ਲਿਆ ਵੀ 3 ਦਿਨ ਤੋਂ ਘੱਟ ਰੱਖਦਾ ਹੈ, ਤਾਂ ਜਿਹੜੀ ਸਜ਼ਾ ਹੈਗੀ 1 ਸਾਲ ਤੱਕ ਦੀ ਹੋ ਸਕਦੀ ਹੈ। ਜੇ 3 ਦਿਨ ਤੱਕ ਰੱਖਦਾ ਕੋਈ ਕਿਸੇ ਵਿਅਕਤੀ ਨੂੰ ਪਕੜ ਕੇ, ਮਤਲਬ ਕਿ ਕਨਫਾਈਨ ਕਰਕੇ ਰੱਖਦਾ, ਬੰਦੀ ਬਣਾ ਕੇ ਰੱਖਦਾ ਹੈ, ਤਾਂ ਜਿਹੜੀ ਸਜ਼ਾ ਹੈਗੀ ਹੈ ਉਹ 2 ਸਾਲ ਤੱਕ ਦੀ ਹੋ ਜਾਂਦੀ ਹੈ। ਸਜ਼ਾ ਵੱਧ ਜਾਂਦੀ ਹੈ, ਫਾਈਨ ਵੀ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦੇ ਨੇ। ਜੇ 1 ਜਾਂ 2 ਦਿਨ ਲਈ ਕਿਸੇ ਨੂੰ ਕਨਫਾਈਨ ਕਰਕੇ ਰੱਖਿਆ ਜਾਵੇ ਤਾਂ ਸਜ਼ਾ 1 ਸਾਲ ਦੀ, ਜੇ 3 ਦਿਨ ਲਈ ਰੱਖਿਆ ਜਾਵੇ ਸਜ਼ਾ 2 ਸਾਲ ਦੀ। ਪਰ ਜੇਕਰ ਕਿਸੇ ਨੂੰ 10 ਦਿਨ ਤੋਂ ਵੱਧ ਰੱਖਿਆ ਜਾਵੇ, ਕਿਸੇ ਨੂੰ ਏਦਾਂ ਬੰਦੀ ਬਣਾ ਕੇ,
10 और मोर डेज ਦਾ ਸਜ਼ਾ 344 ਸੈਕਸ਼ਨ ਦੇ ਵਿੱਚ ਸਜ਼ਾ 3 ਸਾਲ ਦੀ, 1 ਸਾਲ ਦੀ, 2 ਸਾਲ ਦੀ, 3 ਸਾਲ ਦੀ। 2 ਸਾਲਾਂ ਤੱਕ 1 ਸਾਲ ਦੀ, 3 ਸਾਲਾਂ ਦੇ ਲਈ 2 ਸਾਲ ਦੀ, ਤੇ for 10 or more days ਤਾਂ 3 ਸਾਲ ਦੀ ਸਜ਼ਾ ਹੋਏਗੀ। ਨੈਕਸਟ ਹੈ 345 wrongful confinement of person for whose liberation writ has been issued। ਲਿਬਰੇਸ਼ਨ ਰਿਟ ਕੀ ਹੁੰਦੀ ਹੈ? ਤੁਸੀਂ ਪੜ੍ਹਿਆ ਹੋਗਾ ਹੈਬੀਅਸ ਕਾਰਪਸ। ਕੋਰਟ ਨੇ ਕੋਈ ਰਿਟ ਜਾਰੀ ਕਰ ਦਿੱਤੀ ਹੈਬੀਅਸ ਕਾਰਪਸ ਦੇ ਵਿੱਚ, ਜਿਵੇਂ ਆਪਾਂ ਹਾਈ ਕੋਰਟ ਜਾਂਦੇ ਹਾਂ, ਜਿਵੇਂ ਤੁਸੀਂ ਦੇਖਦੇ ਹੋਵੋਗੇ ਅਕਸਰ ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਭੱਠਿਆਂ ਤੇ ਜਾ ਕੇ ਕਈ ਵਾਰੀ ਲੇਬਰ ਨੂੰ ਛਡਵਾ ਕੇ ਆਉਂਦੇ ਹੋ, ਠੀਕ ਹੈ। ਉਹ ਕੀ ਹੁੰਦੀ ਹੈ? ਉਹ ਹੈਬੀਅਸ ਕਾਰਪਸ ਹੁੰਦੀ ਹੈ। ਕੋਈ ਵਿਅਕਤੀ ਆ ਕੇ ਕੋਰਟ 'ਚ, ਹਾਈ ਕੋਰਟ 'ਚ ਦਾਵਾ ਕਰਦਾ ਹੈ, ਰਿਟ ਫਾਈਲ ਕਰਦਾ ਹੈ ਵੀ ਮੇਰੇ ਬੰਦਿਆਂ ਨੂੰ ਪਕੜ ਕੇ ਰੱਖਿਆ ਹੋਇਆ ਕਿਸੇ ਨੇ, ਠੀਕ ਹੈ। ਕੋਰਟ ਆਰਡਰ ਕਰ ਦਿੰਦੀ ਹੈ, ਡੀਸੀ ਨੂੰ, ਕਲੈਕਟਰ ਨੂੰ, ਡੀਸੀ ਨੂੰ ਆਰਡਰ ਕਰਦੀ ਹੈ ਐਜ ਏ ਡਿਸਟ੍ਰਿਕਟ ਮੈਜਿਸਟ੍ਰੇਟ ਵੀ ਨਾ ਉਹ ਬੰਦੇ ਨੂੰ ਜਾ ਕੇ ਛਡਾਇਆ ਜਾਵੇ, ਤੇ ਨਾਲ ਹੀ ਪੁਲਿਸ ਨੂੰ ਵੀ ਮਤਲਬ ਕਿ ਭੇਜੀ ਦੇ ਕਾਪੀ। ਤਾਂ ਅਸੀਂ ਉਸ ਕੇਸ ਦੇ ਵਿੱਚ ਜੇ ਕੋਈ ਕਿਸੇ ਦੀ ਲਿਬਰੇਸ਼ਨ ਆਫ ਰਿਟ ਜਾਰੀ ਹੋਈ ਵੀ ਹੈ ਕੋਰਟ ਵੱਲੋਂ, ਠੀਕ ਹੈ, ਹੈਬੀਅਸ ਕਾਰਪਸ ਦੇ ਅੰਡਰ ਆਰਡਰ ਜਾਰੀ ਹੋਇਆ ਹੋਇਆ ਹੈ ਉਸ ਬੰਦੇ ਨੂੰ ਆਜ਼ਾਦ ਕਰਾਉਣ ਦੇ ਲਈ, ਠੀਕ ਹੈ। ਚਾਹੇ ਉਹ ਜਿਹੜਾ ਆਰਡਰ ਹੈਗਾ ਕਿਸੇ ਅਧਿਕਾਰੀ ਕੋਲੇ, ਕਲੈਕਟਰ ਕੋਲੇ ਆ ਗਿਆ, ਚਾਹੇ ਤਹਿਸੀਲਦਾਰ ਕੋਲੇ ਆ ਗਿਆ, ਚਾਹੇ ਉਹ ਕਿਸੇ ਪੁਲਿਸ ਆਫੀਸਰ ਕੋਲੇ ਆ ਗਿਆ। whoever keeps any person in wrongful confinement knowing that a writ for the liberation of that person has been duly issued, ਉਹਨੂੰ ਪਤਾ ਹੈ ਵੀ ਰਿਟ ਜਾਰੀ ਹੋਈ ਵੀ ਹੈ, ਇਸ ਬੰਦੇ ਨੂੰ ਛਡਾਉਣ ਦੀ ਖਾਤਰ ਕਾਰਵਾਈ ਚੱਲ ਰਹੀ ਹੈ, ਆਰਡਰ ਆਇਆ ਹੋਇਆ ਹੈਗਾ ਕੋਰਟ ਵੱਲੋਂ, ਫਿਰ ਵੀ ਉਹ ਕਿਸੇ ਨੂੰ ਮਤਲਬ ਕਿ ਰੌਂਗਫੁਲੀ ਜਿਹੜਾ ਹੈਗਾ ਕਨਫਾਈਨ ਕਰਕੇ ਰੱਖਦਾ ਹੈ। ਜਿਵੇਂ ਕਿ ਲੇਬਰ ਨੂੰ ਇਹ ਕਰੀ ਵੀ ਲੇਬਰ ਨੂੰ ਛੁਪਾ ਕੇ ਰੱਖ ਲੈਂਦਾ, ਕੋਈ ਬੰਦਾ ਪਕੜ ਕੇ ਰੱਖਿਆ ਹੋਇਆ, ਠੀਕ ਹੈ, ਉਹਨੂੰ ਛੁਪਾ ਕੇ ਰੱਖ ਲੈਂਦਾ, ਲੁਕੋ ਕੇ ਰੱਖ ਲੈਂਦਾ ਹੈ। ਸ਼ੈਲ ਬੀ ਪਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਐਕਸਟੈਂਡ ਟੂ 2 ਈਅਰ, 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਇਸ ਕੇਸ ਦੇ ਵਿੱਚ ਵੀ, ਠੀਕ ਹੈ ਜੀ। ਨੈਕਸਟ ਹੈ 346 wrongful confinement in secret। wrongful confinement ਵੀ ਕੀਤੀ ਵੀ ਹੈ, ਪਰ ਰੱਖੀ ਵੀ ਬਹੁਤ ਪਰਦੇ ਦੇ ਵਿੱਚ ਹੈ, ਸੀਕ੍ਰੇਟ ਰੱਖੀ ਹੋਈ ਤਾਂ ਕਿ ਕਿਸੇ ਨੂੰ ਪਤਾ ਨਾ ਚੱਲ ਜਾਵੇ, ਉਹ ਕਿਸੇ ਪਰਿਵਾਰ ਦੇ ਮੈਂਬਰ ਨੂੰ ਪਤਾ ਲੱਗ ਜਾਵੇ, ਠੀਕ ਹੈ, ਕਿਸੇ ਹੋਰ ਵਿਅਕਤੀ ਨੂੰ ਪਤਾ ਲੱਗ ਜਾਵੇ। ਇਹਦੇ ਵਿੱਚ ਕੀ ਹੈ, ਜਿਹੜੀ wrongful ਦੀ ਜਿਹੜੀ ਕਨਫਾਈਨਮੈਂਟ ਹੈ ਉਹਦੀ ਸਜ਼ਾ ਤਾਂ ਵੱਖਰੀ ਹੈ, ਉਹ ਤਾਂ ਹੋਣੀ ਹੈ। wrongful confinement ਦੀ ਸਜ਼ਾ ਹੋਣੀ ਹੈ। ਉਹਦੀ ਡਿਗਰੀ ਨੇ ਮਾਪੀ ਹੈ ਵੀ ਕਿੰਨੇ ਦਿਨ ਤੱਕ ਰੱਖਿਆ ਹੋਇਆ ਉਸਨੂੰ, 1 ਦਿਨ ਰੱਖਿਆ, 2 ਦਿਨ ਰੱਖਿਆ, 3 ਦਿਨ ਰੱਖਿਆ, 10 ਦਿਨ ਰੱਖਿਆ, ਠੀਕ ਹੈ। ਉਹਦੀ ਸਜ਼ਾ ਤਾਂ ਵੱਖਰੀ ਤਰ੍ਹਾਂ ਉੱਤੇ ਹੋਣੀ ਆ ਪਿਛਲੇ ਸੈਕਸ਼ਨ ਦੇ ਤਹਿਤ ਜਿਹੜੇ ਆਪਾਂ ਪਿੱਛੇ ਪੜ੍ਹੇ ਆ ਹੁਣ, ਠੀਕ ਹੈ। ਪਰ ਜੇ ਕੋਈ ਕਹਿੰਦਾ ਸੀਕ੍ਰੇਟ ਵੀ ਰੱਖਦਾ, ਨਾਲ ਸੀਕ੍ਰੇਟ ਵੀ ਰੱਖਦਾ ਉਸ ਕਨਫਾਈਨਮੈਂਟ ਨੂੰ, ਕਿਤੇ ਓਪਨ ਵੀ ਨਹੀਂ ਹੋਣ ਦਿੰਦਾ, ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ, ਤਾਂ 2 ਸਾਲ ਦੀ ਸਜ਼ਾ ਵੱਖਰੀ ਹੋਰ ਹੋਏਗੀ ਨਾਲ, which may extend to 2 years in addition to any other punishment। ਜਿਹੜੀ ਵੀ ਸਜ਼ਾ ਉਹਨੂੰ ਪਹਿਲਾਂ ਹੋਣੀ ਹੈ ਕਨਫਾਈਨਮੈਂਟ ਦੀ, ਉਹਦੀ ਵੱਖਰੀ ਹੋਏਗੀ, ਤੇ 2 ਸਾਲ ਦੀ ਜੇ ਉਹ ਸੀਕ੍ਰੇਟ ਰੱਖਦਾ ਇਸ ਗੱਲ ਨੂੰ ਸਾਰੇ ਨੂੰ। whoever wrongfully confines any person in such manner as to indicate an intention, ਇਸ intention ਦੇ ਨਾਲ, that the confinement of such person may not be known to any person interested in the person so confined or to any public servant, any such person or public servant, ਕੋਈ ਵੀ ਵਿਅਕਤੀ ਹੋ ਸਕਦਾ ਹੈ, ਜੋ ਪਬਲਿਕ ਸਰਵੈਂਟ ਵੀ ਹੋਵੇ ਜਾਂ ਕੋਈ ਹੋਰ ਵਿਅਕਤੀ ਹੋਵੇ, ਤਾਂ ਜਿਹੜੀ ਸਜ਼ਾ ਹੈਗੀ ਇਨ ਐਡੀਸ਼ਨ ਟੂ ਦਾ ਕਨਫਾਈਨਮੈਂਟ 2 ਸਾਲ ਤੱਕ ਦੀ ਵੱਖਰੀ ਸਜ਼ਾ ਹੋਰ ਹੋਏਗੀ ਨਾਲ, ਜਾਣੀ ਕਿ ਇਹ 'ਚ ਦੋਹਰੀ ਸਜ਼ਾ ਹੋਏਗੀ। ਜੇ ਕੋਈ ਸੀਕ੍ਰੇਟਲੀ ਤੌਰ ਤੇ ਕਿਸੇ ਨੂੰ ਛੁਪਾ ਕੇ ਰੱਖਦਾ ਹੈ, ਜੇ ਤਾਂ ਕੋਈ ਓਪਨ ਕਰਦਾ ਵੀ ਤੁਹਾਡੇ ਬੰਦੇ ਅਸੀਂ ਫੜੇ ਹੋਏ ਨੇ ਛਡਾ ਲਓ ਆ ਕੇ, ਉਹ ਤਾਂ ਹੋਈ ਓਪਨ, ਠੀਕ ਹੈ, ਵੀ ਤੁਹਾਡੇ ਬੰਦੇ ਅਸੀਂ ਕਨਫਾਈਨ ਕਰਕੇ ਰੱਖੇ ਹੋਏ ਨੇ, ਤੁਸੀਂ ਆਪਦਾ ਆਓ ਤੇ ਆਪਦਾ ਪੱਖ ਪੇਸ਼ ਕਰੋ ਤੇ ਆਪਦੇ ਨੂੰ ਛਡਵਾ ਲਓ, ਉਹ ਹੋ ਗਈ ਵੱਖਰੀ ਗੱਲ। ਜੇ ਕੋਈ ਦੱਸਦਾ ਹੀ ਨਹੀਂ ਹੈਗਾ, ਠੀਕ ਹੈ, ਤਾਂ 2 ਸਾਲ ਦੀ ਵੱਖਰੀ ਸਜ਼ਾ ਹੋ ਸਕਦੀ ਹੈ। 347 wrongful confinement to extort property, ਕਿਸੇ ਤੋਂ ਕੋਈ ਉਹਦੀ ਜਾਇਦਾਦ ਖੋਹਣ ਦੀ ਖਾਤਰ ਉਹਨੂੰ ਕਨਫਾਈਨ ਕਰ ਲੈਂਦਾ ਹੈ, ਔਰ ਕੰਸਟੇਂਟ ਟੂ ਇਲੀਗਲ ਐਕਟ, ਕੋਈ ਹੋਰ ਗੈਰ ਕਾਨੂੰਨੀ ਕੰਮ ਕਰਦਾ ਹੈ ਫੋਰਸਫੁਲੀ ਉਹਦੇ ਅਗੇਂਸਟ, ਪ੍ਰਾਪਰਟੀ ਖੋਹਣ ਦੇ ਲਈ
ठीक है, ਜਾਂ ਕੋਈ ਹੋਰ ਐਕਟ ਕਰਦਾ ਫੋਰਸਫੁਲੀ ਉਹਦੇ ਅਗੇਂਸਟ whoever wrongfully confines any person for the purpose of extorting from the person confined valuable security, ਉਹਦੇ ਕੋਲ ਕੋਈ ਪ੍ਰੋਪਰਟੀ ਹੈਗੀ ਹੈ, ਕੋਈ ਗੋਲਡ ਵਗੈਰਾ, ਕੋਈ ਇਦਾਂ ਦੇ ਕੋਈ ਵੀ ਕੁਝ ਵੀ ਹੋ ਸਕਦਾ ਹੈ, ਉਹ ਖੋਹਣ ਦੀ ਖਾਤਰ ਉਸ ਨੂੰ ਕਨਫਾਈਨ ਕਰ ਲੈਂਦਾ ਹੈ। ਠੀਕ ਹੈ, ਤਾਂ ਉਸ ਕੇਸ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 3 years ਹੋਏਗੀ, 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਨਾਲ। 348 wrongful confinement to extort confession। ਦੇਖੋ ਜਿਵੇਂ ਆਮ ਤੌਰ ਤੇ ਕੀ ਹੁੰਦਾ, ਕਿਸੇ ਵਿਅਕਤੀ ਨੂੰ ਪਕੜ ਕੇ ਕਿਤੇ ਅਣਦੱਸੀ ਜਗ੍ਹਾ ਤੇ ਕਿਤੇ ਲੈ ਜਾਇਆ ਜਾਂਦਾ ਹੈ, ਥਾਣੇ ਦੀ ਬਜਾਏ ਵੀ ਕਿਤੇ ਹੋਰ ਕਿਤੇ ਛੁਪਾ ਲਿਆ ਜਾਂਦਾ ਹੈ, ਉਹਨੂੰ ਮਨਾਉਣ ਦੀ ਖਾਤਰ, ਕਨਫੈਸ ਕਰਾਉਣ ਦੀ ਖਾਤਰ, ਇਕਵਾਲ ਕਰਾਉਣ ਦੀ ਖਾਤਰ, ਜਾਂ ਉਹਨੇ ਕੋਈ ਪ੍ਰੋਪਰਟੀ ਛੁਪਾ ਕੇ ਰੱਖੀ ਵੀ ਹੈ, ਉਹ ਪ੍ਰੋਪਰਟੀ ਲੈਣ ਦੀ ਖਾਤਰ ਕਿਸੇ ਉਸ ਨੂੰ ਕਨਫਾਈਨ ਕਰ ਲਿਆ ਜਾਂਦਾ ਹੈ, ਉਹਨੂੰ ਕਿਸੇ ਅਣਦੱਸੀ ਜਗ੍ਹਾ ਤੇ ਜਾ ਕੇ ਛੁਪਾ ਲਿਆ ਜਾਂਦਾ ਹੈਗਾ, ਕਨਫਾਈਨ ਕਰ ਲਿਆ ਜਾਂਦਾ ਹੈ। ਠੀਕ ਹੈ, wrongful confinement to extort confession, ਤੋਂ ਇਕਵਾਲ ਕਰਾਉਣ ਦੀ ਖਾਤਰ, ਤਾਂ ਇਸ ਕੇਸ ਦੀ ਜਿਹੜੀ ਸਜ਼ਾ ਹੈਗੀ ਹੈ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। ਨੈਕਸਟ ਆ ਗਿਆ ਜਿਹੜਾ ਸੈਕਸ਼ਨ ਹੈਗਾ ਇਹ ਸਾਡਾ ਫੋਰ ਕ੍ਰਿਮੀਨਲ ਫੋਰਸ ਐਂਡ ਅਸਾਲਟ। ਕ੍ਰਿਮੀਨਲ ਫੋਰਸ ਐਂਡ ਅਸਾਲਟ, ਫੋਰਸ ਕਿਸੇ ਅਗੇਂਸਟ ਕੋਈ ਫੋਰਸ ਅਪਲਾਈ ਕਰਨਾ, ਧੱਕਾ ਮਾਰਨਾ। ਠੀਕ ਹੈ, ਜਿਵੇਂ ਹੁਣ ਆਪਾਂ ਪੜ੍ਹ ਕੇ ਤੁਸੀਂ ਸਾਇੰਸ ਦੇ ਸਟੂਡੈਂਟ ਹੈਗੇ ਹੋ, ਕਿਸੇ ਚੀਜ਼ ਕੋਈ ਚੀਜ਼ ਪਈ ਹੈ ਜਦੋਂ ਤੱਕ ਉਹਦੇ ਪਰ ਤੁਸੀਂ ਕੋਈ ਫੋਰਸ ਅਪਲਾਈ ਨਹੀਂ ਕਰਦੇ, ਦੇ ਵਿਲ ਵੀ ਰੈਸਟ ਪੋਜੀਸ਼ਨ 'ਚ ਰਹੇਗੀ। ਤੁਸੀਂ ਪੜ੍ਹਿਆ ਹੋਇਆ ਨਿਊਟਨਸ ਫਸਟ ਲਾਅ ਆਫ ਮੋਸ਼ਨ, ਨਿਊਟਨਸ ਥਰਡ ਲਾਅ ਆਫ ਮੋਸ਼ਨ। ਠੀਕ ਹੈ, ਨਿਊਟਨਸ ਸੈਕੰਡ ਲਾਅ ਆਫ ਮੋਸ਼ਨ ਪੜ੍ਹਿਆ ਹੋਏਗਾ। ਜਦੋਂ ਤੱਕ ਕਿਸੇ ਨੂੰ ਚੀਜ਼ ਨੂੰ ਅਸੀਂ ਰੈਸਟ ਦੀ ਉਹ 'ਚ ਬੈਠੀ ਹੈ, ਪਈ ਹੈਗੀ ਹੈ, ਤਾਂ ਉਸ ਨੂੰ ਜਦੋਂ ਤੱਕ ਫੋਰਸ ਅਪਲਾਈ ਨਹੀਂ ਕਰਦੇ ਤਾਂ ਉਹ ਰੈਸਟ ਵਿੱਚ ਹੀ ਰਹਿੰਦੀ ਹੈ। ਇਸ ਤਰੀਕੇ ਜਿਹੜੀ ਫੋਰਸ ਹੈਗੀ ਹੈ ਕਿਸੇ ਅਗੇਂਸਟ ਫੋਰਸ ਅਪਲਾਈ ਕਰਨੀ ਤਾਂ ਕਿ ਉਹਦਾ ਕੋਈ ਨੁਕਸਾਨ ਹੋ ਜਾਵੇ, ਕੋਈ ਚੀਜ਼ ਕੋਈ ਤਬਦੀਲੀ ਆ ਜਾਵੇ, ਕਿਸੇ 'ਚ ਕੋਈ ਉਹਦੀ ਫੋਰਸ ਯੂਜ਼ ਕਰਨ ਦੇ ਨਾਲ ਬੰਦੇ ਦਾ ਕੋਈ ਨੁਕਸਾਨ ਹੋ ਜਾਵੇ। ਅ ਪਰਸਨ ਇਜ਼ ਸੈਡ ਟੂ, ਇਹਦੀ ਡੈਫੀਨੇਸ਼ਨ ਪੜ੍ਹੋ ਫੋਰਸ ਦੀ। ਅ ਪਰਸਨ ਇਜ਼ ਸੈਡ ਟੂ ਯੂਜ਼ ਫੋਰਸ ਟੂ ਅਨਦਰ if he causes motion। ਦੇਖੋ motion ਮੈਂ ਤਾਂ ਹੀ ਗੱਲ ਕੀਤੀ ਸੀ ਨਾ, ਨਿਊਟਨਸ ਥਰਡ ਲਾਅ ਆਫ ਮੋਸ਼ਨ, ਫਸਟ ਲਾਅ ਆਫ ਮੋਸ਼ਨ। ਥਰਡ ਲਾਅ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਜਿੰਨੀ ਫੋਰਸ ਨਾਲ ਕੋਈ ਚੀਜ਼ ਮਾਰਾਂਗੇ ਉਨੀ ਫੋਰਸ ਨਾਲ ਵਾਪਸ ਆਉਂਦੀ ਹੈ। ਠੀਕ ਹੈ, ਫਸਟ ਲਾਅ ਆਫ ਮੋਸ਼ਨ ਕੀ ਹੈ, ਮੈਂ ਸਾਇੰਸ ਵਾਲੇ ਪਾਸੇ ਨਹੀਂ ਜਾਵਾਂਗਾ ਜ਼ਿਆਦਾ। ਫਸਟ ਲਾਅ ਆਫ ਮੋਸ਼ਨ ਕੀ ਹੈ, ਜਦੋਂ ਤੱਕ ਕਿਸੇ ਚੀਜ਼ ਨੂੰ ਹਿਲਾਉਂਦੇ ਨਹੀਂ ਉਹ ਹਿੱਲੇਗੀ ਨਹੀਂ, ਉੱਥੇ ਪਈ ਰਹੇਗੀ। ਜਿਹਨੂੰ ਹਲਾਵਾਂਗੇ ਮੂਵਮੈਂਟ ਕਰਾਂਗੇ ਤਾਂ ਉਹ ਮੂਵ ਕਰੇਗੀ। ਠੀਕ ਹੈ, ਇਹ ਨਿਊਟਨ ਦਾ ਫਸਟ ਲਾਅ ਆਫ ਮੋਸ਼ਨ ਸੀਗਾ। ਚਲੋ ਇਹਦੇ ਦੂਜੇ ਪਾਸੇ ਹੈ ਜੀ, ਫਸਟ ਲਾਅ 'ਚ ਇਹ ਵੀ ਆਉਂਦਾ ਵੀ ਜੇ ਕੋਈ ਚੀਜ਼ ਚੱਲਦੀ ਆ ਤਾਂ ਚੱਲਦੀ ਰਹਿੰਦੀ ਆ, ਚੱਲਦੀ ਰਹਿੰਦੀ ਹੈ। ਜੇ ਖੜੀ ਆ ਤਾਂ ਖੜੀ ਰਹਿੰਦੀ, ਜੇ ਮੋਸ਼ਨ 'ਚ ਹੈ, ਨਹੀਂ ਲਾਉਂਦੇ। ਜੇ ਮੋਸ਼ਨ 'ਚ ਹੈ ਉਹ ਮੋਸ਼ਨ 'ਚ ਰਹੇਗੀ, ਜੋ ਰੈਸਟ 'ਚ ਹੈ ਉਹ ਰੈਸਟ 'ਚ ਰਹੇਗੀ। ਠੀਕ ਹੈ ਜੀ, ਆਪਾਂ ਇੱਥੇ ਗੱਲ ਕਰਦੇ ਹਾਂ ਵੀ ਜੇ ਕਿਸੇ ਕੋਈ ਵਿਅਕਤੀ ਕੋਈ ਫੋਰਸ ਅਪਲਾਈ ਕਰਦਾ ਕਿਸੇ ਨੂੰ, ਕਾਜ਼ਸ ਮੋਸ਼ਨ, ਉਹ ਵਿਅਕਤੀ ਕਿਸੇ ਮੋਸ਼ਨ 'ਚ ਆ ਜਾਂਦਾ ਹੈਗਾ, ਜਾਂ ਉਹਦਾ ਮੋਸ਼ਨ ਜੀ ਹੈਗਾ ਸੀਗਾ ਉਹ ਚੇਂਜ ਹੋ ਜਾਂਦਾ ਹੈ, ਉਹਦੀ ਸਪੀਡ ਸੀ ਘੱਟ ਵੱਧ ਜਾਂਦੀ ਹੈ। ਠੀਕ ਹੈ, ਚੇਂਜ ਦਾ ਮੋਸ਼ਨ, ਔਰ ਸੈਸ਼ਨ ਆਫ ਮੋਸ਼ਨ ਜਾਂ ਖਤਮ ਹੋ ਜਾਂਦਾ, ਬੰਦ ਹੋ ਜਾਂਦਾ, ਰੁਕ ਜਾਂਦਾ ਹੈ। ਠੀਕ ਹੈ, ਟੂ ਦੈਟ ਅਦਰ, ਦੂਜੇ ਵਿਅਕਤੀ ਦਾ, ਔਰ ਹੀ ਕਾਜ਼ਸ ਟੂ ਐਨੀ ਸਬਸਟੈਂਸ ਸਚ ਮੋਸ਼ਨ ਔਰ ਚੇਂਜਸ ਦਾ ਆਫ ਦ ਮੋਸ਼ਨ। ਇਸ ਕੇਸ ਦੇ ਵਿੱਚ ਕੀ ਕਰਨਗੇ, ਕਿਉਂ, ਕਿਵੇਂ, ਕਿਸ ਤਰੀਕੇ ਨਾਲ, ਬਾਈ ਹਿਜ਼ ਓਨ ਬੋਡੀ ਪਾਵਰ, ਆਪਦੀ ਬੋਡੀ ਦੀ ਪਾਵਰ ਯੂਜ਼ ਕਰਕੇ, ਆਪਦੇ ਆਪ ਨੂੰ ਹਿੱਲ ਕੇ ਉਹਦੇ ਨਾਲ ਟਕਰਾ ਗਿਆ। ਠੀਕ ਹੈ, ਆਪਦੀ ਬੋਡੀ ਦੀ ਮੋਸ਼ਨ ਯੂਜ਼, ਆਪਦੀ ਬੋਡੀ ਦੀ ਪਾਵਰ ਯੂਜ਼ ਕਰਕੇ ਕਿਸੇ ਬੰਦੇ ਨੂੰ ਮੋਸ਼ਨ ਚ ਲੈ ਆਂਦਾ, ਜਾਂ ਫਿਰ ਬਾਈ ਡਿਸਪੋਜ਼ਿੰਗ ਐਨੀ ਸਬਸਟੈਂਸ ਇਨ ਸੱਚ ਏ ਮੈਨਰ, ਕੋਈ ਸਬਸਟੈਂਸ ਹੈ ਉਹਨੂੰ ਡਿਸਪੋਜ਼ ਕਰ ਦਿੱਤਾ, ਕਿਸ ਤਰੀਕੇ ਨਾਲ ਕਰਤਾ, ਦੈਟ ਦਾ ਮੋਸ਼ਨ ਔਰ ਚੇਂਜ ਆਫ ਸੈਸ਼ਨ ਉਹ ਤਾਂ ਮੋਸ਼ਨ ਟੇਕਸ ਪਲੇਸ, ਜਿਹੜੀ ਚੇਂਜ ਹੈ ਮੋਸ਼ਨ ਹੈ ਚੇਂਜ ਹੋਵੇ ਜਾਂ ਰੁਕ ਜਾਵੇ ਕੋਈ ਕੰਮ ਉਸ ਵਿਅਕਤੀ ਵਿਦਾਊਟ ਐਨੀ ਫਰਦਰ ਐਕਟ ਔਰ ਹਿਜ਼ ਪਾਰਟ, ਜਾਂ ਫਿਰ ਬਾਈ ਇੰਡਿਊਸਿੰਗ ਐਨੀ ਐਨੀਮਲ ਟੂ ਮੂਵ, ਕੋਈ ਜਾਨਵਰ ਨੂੰ ਮੂਵ ਕਰ ਦਿੱਤਾ, ਜਿਵੇਂ ਕੋਈ ਕੁੱਤਾ ਖੋਲਤਾ ਹੈ ਜੀ, ਤਾਂ ਕਿ ਜਿਹੜਾ ਦੂਜਾ ਵਿਅਕਤੀ ਹੈਗਾ ਡਰ ਜਾਵੇ, ਚੇਂਜ ਇਟਸ ਮੋਸ਼ਨ, ਉਹਦਾ ਉਹ ਘਬਰਾ ਕੇ ਕਿਸੇ ਪਾਸੇ ਹੋਰ ਦੌੜ ਜਾਵੇ। ਇਹ ਜਿਹੜੀ ਫੋਰਸ ਹੈ, ਫੋਰਸ ਤਾਂ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਫੋਰਸ ਯੂਜ਼ ਕੀਤੀ ਗਈ ਹੈ ਕੋਈ ਵਿਅਕਤੀ
ਕਿਸੇ ਦੇ ਅਗੇਂਸਟ ਕੋਈ ਇਦਾਂ ਦੀ ਫੋਰਸ ਯੂਜ਼ ਕਰਦਾ ਹੈ ਤਾਂ ਉਹ ਫੋਰਸ ਦੇ ਲਈ ਅਫੈਂਸਿਬਲ ਹੋਵੇਗਾ। ਠੀਕ ਹੈ। ਨੈਕਸਟ ਹੈਗਾ ਸੈਕਸ਼ਨ 350 ਕ੍ਰਿਮੀਨਲ ਫੋਰਸ। whoever intentionally uses force यूज करता है, ये इस इरादे ਨਾਲ यूज करता है any person without that person's consent, बिना उस ਬੰਦੇ ਦੀ ਮਨਜ਼ੂਰੀ ਤੋਂ ਉਹਨੂੰ ਕਾਜ਼ ਇੰਜਰੀ ਹੋ ਜਾਂਦੀ ਹੈ ਜਾਂ ਫੀਅਰ ਹੋ ਜਾਂਦਾ ਹੈ ਉਸ ਨੂੰ annoyance to the person to whom the force is used, ਜਿਹਦੇ ਅਗੇਂਸਟ ਇਹ ਫੋਰਸ ਯੂਜ਼ ਕੀਤੀ ਜਾਂਦੀ ਹੈ ਉਸ ਨੂੰ ਕੋਈ ਇੰਜਰੀ ਹੋ ਜਾਂਦੀ ਹੈ, ਕੋਈ ਨੁਕਸਾਨ ਉਹਦਾ ਹੋ ਜਾਂਦਾ ਹੈ, ਤਾਂ ਇਸ ਨੂੰ ਅਸੀਂ ਕ੍ਰਿਮੀਨਲ ਫੋਰਸ ਕਹਿੰਦੇ ਹਾਂ। जो किसी व्यक्ति के खिलाफ कोई दूजा व्यक्ति कोई फोर्स अप्लाई करता है, कोई यूज करता है, तो उसमें कोई इंजरी हो जाता है, जब कोई डर हो जाता है किसी गल का, तो उसमें इसी कहने क्रिमिनल फोर्स यूज्ड अगेंस्ट द पर्सन बाय सम अदर पर्सन। एग्जांपल पढ़ लो जी। एग्जांपल, जेट इज राइडिंग इन ए कैरेट। ਜੈਟ ਨਾਂ ਦਾ ਕੋਈ ਵਿਅਕਤੀ ਹੈਗਾ ਕਿਸੇ ਰਥ ਦੇ ਵਿੱਚ ਰਾਈਡਿੰਗ ਕਰ ਰਿਹਾ ਹੈਗਾ। ਇਹ ਲੈਸ਼ਿਸ ਜੈਟਸ ਹਾਰਸ, ਜਿਹੜਾ ਇਹ ਹੈ ਕੋਈ ਵਿਅਕਤੀ ਹੈਗਾ ਉਹ ਜੈਟ ਦੀਆਂ ਜਿਹੜੀਆਂ ਲੈਸ਼ਿਸ ਹੈਗੀਆਂ ਨੇ ਜਿਹਨੂੰ ਆਪਾਂ ਲਗਾਮਾਂ ਕਹਿ ਦਿੰਦੇ ਆ, ਠੀਕ ਹੈ, ਉਹ ਖਿੱਚ ਦਿੰਦਾ ਹੈ ਐਂਡ ਦੇਅਰ ਬਾਈ ਕਾਜ਼ਸ them to quicken their pace, ਜਿਹੜਾ ਉਹਦਾ ਸਪੀਡ ਹੁੰਦੀ ਹੈ ਚੱਲਣ ਦੀ ਘੋੜੇ ਦੀ, ਠੀਕ ਹੈ, ਉਹ ਤਬਦੀਲੀ ਆ ਜਾਂਦੀ ਹੈ, ਤੇਜ਼ ਹੋ ਜਾਂਦਾ ਹੈ, ਠੀਕ ਹੈ। here jet has caused change of motion to jet, ਜਿਹੜਾ ਮੋਸ਼ਨ ਚੇਂਜ ਕਰ ਦਿੱਤਾ ਉਸਨੇ ਇਹ ਨੇ ਜੈਟ ਦੇ ਚੱਲਣ ਦਾ, ਉਹਦੀਆਂ ਜਿਹੜਾ ਰੱਥ ਸੀਗਾ ਉਹਦੇ ਘੋੜੇ ਦੀਆਂ ਲਗਾਮਾਂ ਖਿੱਚ ਦਿੱਤੀਆਂ, ਠੀਕ ਹੈ, ਮੇਬੀ ਉਹਦਾ ਕੋਈ ਨੁਕਸਾਨ ਹੋ ਜਾਏ, ਹੋਰ ਉਹਦੀ ਸਪੀਡ ਵੱਧ ਗਈ, ਠੀਕ ਹੈ। ਇੱਥੇ ਕੀ ਹੈ, ਉਸਨੇ ਜਿਹੜੀ ਫੋਰਸ ਅਪਲਾਈ ਕੀਤੀ ਹੈ, ਕਿਸ ਨੇ ਫੋਰਸ ਅਪਲਾਈ ਕੀਤੀ ਹੈ, ਇਹ ਨੇ ਫੋਰਸ ਅਪਲਾਈ ਕੀਤੀ ਹੈ, ਕਿਹਦੇ ਖਿਲਾਫ ਕੀਤੀ ਹੈ, ਜੈਟਸ ਹਾਰਸ ਦੇ ਖਿਲਾਫ ਫੋਰਸ ਅਪਲਾਈ ਕੀਤੀ ਹੈ। ਇਸ ਕਰਕੇ A has therefore used force to Z, and if A has done this without Z's consent, बिना उसकी consent तो बगैर की है, intending or knowing it to be likely that he may thereby injure, frighten, या तो वो जख्मी हो सकता है या डर हो सकता है। A has used criminal force to Z, इत्थे की कहांगे असीं ਜਿਹੜਾ A हैगा उसने ਉਹਦੇ अगेंस्ट criminal force ਅਪਲਾਈ ਕੀਤੀ ਹੈ। ਇੱਕ ਐਗਜ਼ਾਮਪਲ ਹੋਰ ਦੇਖ ਲਓ, A intentionally pushes against Z in the street, ਗਲੀ ਦੇ ਵਿੱਚ ਕੀ ਹੈਗਾ ਜਾਣਬੁੱਝ ਕੇ pushes against Z in the street, Z ਨੂੰ ਧੱਕਾ ਜਾ ਮਾਰਦਾ ਹੈਗਾ। ਕਿਵੇਂ ਮਾਰਦਾ ਹੈ? Here A has by his own bodily power moved his own person, ਆਪਦੇ ਆਪ ਨੂੰ ਜਿਵੇਂ ਪਿੱਛੇ ਪਿੱਛੇ ਹੋ ਗਿਆ ਇਹ ਕਹ ਲਈਏ, ठीक है, पर्सन टू सो एज टू ब्रिंग इट इनटू द कंटैक्ट विद जेड ਦੇ ਨਾਲ ਆ ਕੇ ਟਕਰਾ ਗਿਆ, ਠੀਕ ਹੈ, ਜਿਹਦੇ ਕਰਕੇ ਕੀ ਹੈਗਾ ਜਿਹੜਾ ਜੈਡ ਹੈਗਾ ਉਹਦਾ ਨੁਕਸਾਨ ਹੋਇਆ। ਹੀ ਹੈਜ਼ देयरफॉर इंटेंशनली यूज्ड फोर्स टू जेड, ਉਹਨੇ ਜਾਣਬੁੱਝ ਕੇ ਜੈਡ ਦੇ ਨਾਲ ਟਕਰਾ ਕੇ, ਠੀਕ ਹੈ, ਇੰਟੈਂਸ਼ਨਲੀ ਫੋਰਸ ਯੂਜ਼ ਕੀਤੀ ਹੈ। ਐਂਡ ਇਫ ਹੀ ਹੈਜ਼ ਡਨ ਸੋ ਵਿਦਆਊਟ ਜੈਡਸ ਕੰਸੈਂਟ, ਬਿਨਾਂ ਕੰਸੈਂਟ ਤੋਂ ਕਰਦਾ ਹੈਗਾ ਉਹ, ਇੰਟੈਂਡਿੰਗ ਔਰ ਨੋਇੰਗ ਇਟ ਟੂ ਬੀ ਲਾਈਕਲੀ दैट ही may thereby injure, ਵੀ ਉਹਦਾ ਕੋਈ ਨੁਕਸਾਨ ਹੋ ਜਾਏ, ਕੋਈ ਜ਼ਖਮੀ ਹੋ ਜਾਏ, ਸੱਟ ਲੱਗ ਜਾਏ ਉਹਦੇ, ਕੋਈ frighten to or annoy ਜਦ he has used criminal forces, ਇੱਥੇ ਅਸੀਂ ਕੀ ਕਹਾਂਗੇ, ਜਿਹੜਾ ਇਹ ਹੈਗਾ ਉਸਨੇ ਜੈਡ ਦੇ ਅਗੇਂਸਟ ਜਿਹੜੀ ਕ੍ਰਿਮੀਨਲ ਫੋਰਸ ਯੂਜ਼ ਕੀਤੀ ਹੈ। ਨੈਕਸਟ ਐਗਜ਼ਾਮਪਲ ਹੋਰ ਦਿਓ, A intentionally pulls up a woman's veil, veil ਕੀ ਹੁੰਦਾ, ਪਰਦਾ ਹੁੰਦਾ, ਘੁੰਡ ਵਗੈਰਾ ਜਿਹਨੂੰ ਕਹਿ ਲਈਏ ਅਸੀਂ। A intentionally pulls up a woman's veil, here A intentionally uses force to her, and if he does not so without her consent, intending or knowing it to be likely that he may thereby injury, frighten or annoy her, he has used criminal force। ਇਹਨੂੰ criminal force ਕਹਾਂਗੇ, ਬਗੈਰ ਮਤਲਬ ਤੋਂ ਕਿਸੇ ਦਾ ਕੱਪੜਾ ਖਿੱਚ ਲੈਣਾ, ਘੁੰਡ ਖਿੱਚ ਲੈਣਾ, ਉਹਨੂੰ ਪਰਦਾ ਨਸੀਨ ਕਰ ਦੇਣਾ, ਠੀਕ ਹੈ। ਇੱਥੇ ਕੀ ਕੀਤਾ ਹੈਗਾ, ਇਹ ਨੇ ਜਿਹੜੀ ਹੈਗੀ ਜਾਣਬੁੱਝ ਕੇ ਜਿਹੜੀ ਹੈਗੀ ਕ੍ਰਿਮੀਨਲ ਫੋਰਸ ਅਪਲਾਈ ਕੀਤੀ ਹੈ, ਇਹਦੇ ਤਹਿਤ ਉਹ ਜਿਹੜਾ ਪਨਿਸ਼ੇਬਲ ਹੋਏਗਾ। ਨੈਕਸਟ ਹੈ ਅਸਾਲਟ। ਅਸਾਲਟ ਕੀ ਹੁੰਦਾ ਹੈ, ਇਹਦੀ ਡੈਫੀਨੇਸ਼ਨ ਹੈ, ਚਲੋ ਇਹ ਲਾਸਟ ਪੜ੍ਹ ਕੇ ਬਸ ਪਨ ਕਰਾਂਗੇ। whoever makes any gesture
ਕਿਸੇ ਦੇ ਖਿਲਾਫ ਕੋਈ ਇਦਾਂ ਦਾ ਬਿਹੇਵ ਕਰਨਾ, ਮਤਲਬ ਇਦਾਂ ਦਾ ਆਪਦੇ ਫੇਸ ਦੇ ਇੰਪ੍ਰੈਸ਼ਨਸ ਚੇਂਜ ਕਰ ਲੈਣਾ, ਹਾਵ ਭਾਵ ਬਦਲ ਲੈਣਾ ਆਪਦੇ, ਵੀ ਮੈਂ ਜਿਵੇਂ ਆਪਾਂ ਕਹਿੰਦੇ ਕਿ ਮਾਰੂ ਕੁਸਨ ਮਾਰਾਂਗਾ ਮੁਕੀ ਹੈ, ਦੂਜੇ ਬੰਦੇ ਨੂੰ ਧਮਕਾਉਣਾ, ਡਰਾ ਦੇਣਾ, ਠੀਕ ਹੈ, ਇਹਨੂੰ ਕੀ ਕਹਿੰਦੇ ਅਸੀਂ ਪ੍ਰੈਪਰੇਸ਼ਨ। ਕੋਈ ਆਪਦੇ ਆਪ ਨੂੰ ਇਦਾਂ ਤਿਆਰ ਕਰਕੇ ਦੂਜੇ ਵੱਲ ਮਤਲਬ ਕਿ ਵਧਣਾ, ਤਾਂ ਕਿ ਆਪ ਨੂੰ ਲੱਗੇ ਵੀ ਮੈਨੂੰ ਇਹ ਮਾਰੇਗਾ ਹੁਣ, ਠੀਕ ਹੈ, ਮੇਰੇ ਸਰਟੀਫਿਕੇਟ ਮਾਰੇਗਾ। ਪ੍ਰੈਜ਼ੈਂਟਸ ਟੂ ਐਪਰੀਹੈਂਡ, ਆਪਦੇ ਨੂੰ ਇਦਾਂ ਪ੍ਰੈਜ਼ੈਂਟ ਕਰਨਾ ਤਾਂ ਕਿ ਦੂਜਾ ਜਿਹੜਾ ਬੰਦਾ ਡਰ ਜੇ। ਹੂ ਮੇਕਸ ਦੈਟ ਗੈਸਚਰ, ਜਿਹੜਾ ਕੋਈ ਇਦਾਂ ਦੀ ਕੋਈ ਕਾਰਵਾਈ ਕਰਦਾ ਹੈਗਾ, ਕੋਈ ਇਦਾਂ ਦੇ ਹਾਵ ਭਾਵ ਦੂਜੇ ਪ੍ਰਤੀ ਪੈਦਾ ਕਰਦਾ ਬਣਾਉਂਦਾ ਹੈਗਾ, ਦੂਜੇ ਨੂੰ ਡਰਾ ਮੁੱਕੀ ਵੱਟ ਕੇ ਜਾਂ ਡਰਾਉਣਾ ਧਮਕਾਉਣਾ, ਮਾਰਨ ਦਾ ਇਰਾਦਾ, ਮਾਰਨਾ ਤਾਂ ਹੈ ਨਾ, ਪਰ ਉਹਨੂੰ ਕਹਿਣਾ ਵੀ ਮੈਂ ਮਾਰਾਂਗਾ ਤੇਰੇ, ਠੀਕ ਹੈ, ਇਦਾਂ ਦਾ ਕੋਈ ਜਿਹੜਾ ਹੈਗਾ ਦੂਜੇ ਦੇ ਪ੍ਰਤੀ ਕੋਈ ਐਕਸ਼ਨ ਕ੍ਰੀਏਟ ਕਰਦਾ ਹੈਗਾ ਆਪਦੇ ਆਪ ਨੂੰ। ਹੂ ਮੇਕਸ ਦੈਟ ਗੈਸਚਰ ਔਰ ਪ੍ਰੈਪਰੇਸ਼ਨ ਇਜ਼ ਅਬਾਊਟ ਟੂ ਯੂਜ਼ ਕ੍ਰਿਮੀਨਲ ਫੋਰਸ, ਅਬਾਊਟ ਟੂ ਯੂਜ਼ ਨਹੀਂ ਕੀਤੀ, ਅਬਾਊਟ ਟੂ ਯੂਜ਼, ਡਰਾਇਆ ਸਿਰਫ ਕੱਲਾ, ਠੀਕ ਹੈ, ਕ੍ਰਿਮੀਨਲ ਫੋਰਸ ਤੇ ਨਹੀਂ ਡਰਾਇਆ ਵੀ, ਨਹੀਂ ਤਾਂ ਕ੍ਰਿਮੀਨਲ ਫੋਰਸ ਦੇ ਅਗੇਂਸਟ ਯੂਜ਼ ਹੋਏਗੀ ਪਰ ਕੀਤੀ ਨਹੀਂ ਗਈ। ਇਸ ਨੂੰ ਅਸੀਂ ਕੀ ਕਹਿੰਦੇ ਆ, ਸੈਟ ਟੂ ਕਮਿਟ ਅਸਾਲਟ, ਇਹਨੂੰ ਅਸੀਂ ਅਸਾਲਟ ਕਹਿੰਦੇ ਆ। ਸੱਟ ਨਹੀਂ ਮਾਰੀ, ਮੁੱਕਾ ਨਹੀਂ ਮਾਰਿਆ, ਕਿਸੇ ਨੂੰ ਨਹੀਂ ਮਾਰਿਆ, ਪਰ ਉਸ ਨੂੰ ਮਤਲਬ ਕਿ ਡਰਾਇਆ ਇਸ ਤਰੀਕੇ ਨਾਲ ਕਿ ਮੈਂ ਤੇਰੇ ਇਦਾਂ ਕਰਕੇ ਮਾਰਾਂਗਾ, ਤਾਂ ਕਿ ਵਾਲਾ ਬੰਦਾ ਡਰ ਜਾਵੇ ਮੇਰੇ ਖਿਲਾਫ ਜਿਹੜੀ ਕ੍ਰਿਮੀਨਲ ਫੋਰਸ ਅਪਲਾਈ ਹੋਣੇ ਵਾਲੀ ਹੈ, ਠੀਕ ਹੈ, ਪਰ ਨਹੀਂ ਹੋਈ, ਤਾਂ ਕਿ ਇਸ ਨੂੰ ਅਸੀਂ ਕੀ ਕਹਿੰਦੇ ਆ, ਅਸੀਂ ਅਸਾਲਟ ਕਹਿੰਦੇ ਆ ਇਸ ਨੂੰ। ਇਹਦੀ ਇੱਕ ਐਗਜ਼ਾਮਪਲ ਪੜ੍ਹ ਲਓ, ਫਿਰ ਤੁਹਾਨੂੰ ਹੋਰ ਕਲੀਅਰ ਹੋ ਜਾਏਗਾ। ਐਕਸਪਲੇਨੇਸ਼ਨ ਚ ਕਿਹਾ ਹੈਗਾ, ਕਹਿੰਦਾ ਮੀਰ ਵਰਡਸ ਡੂ ਨਾਟ ਅਮਾਊਂਟ ਟੂ ਐਨ ਅਸਾਲਟ, ਕਹਿੰਦਾ ਜੇਕਰ ਸਿਰਫ ਇਕੱਲੇ ਸ਼ਬਦ ਹੀ ਬੋਲੇ ਨੇ ਉਸਨੇ, ਸੁਪਜੀਵੀ ਸ਼ਬਦ ਬੋਲਤੇ ਕੈਸੇ ਵੀ ਬੋਲ ਦਿੱਤੇ, ਉਹਨੂੰ ਅਸੀਂ ਅਸਾਲਟ ਨਹੀਂ ਕਹਿ ਸਕਦੇ। ਦੂਜੇ ਵਿਅਕਤੀ ਨੂੰ ਲੱਗੇ ਵੀ ਹਾਂ ਇਹ ਮੈਨੂੰ ਹੁਣ ਮਾਰੇਗਾ, ਮੇਰੇ ਕੋਈ ਇਦਾਂ ਦਾ ਕਰੇਗਾ, ਠੀਕ ਹੈ, ਆਪਦਾ ਫੇਸ ਦੇ ਜਿਹੜੇ ਹਾਵ ਭਾਵ ਵੀ ਚੇਂਜ ਕਰਕੇ, ਫੇਸ ਦੇ ਹਾਵ ਭਾਵ ਬਦਲ ਕੇ ਤੇ ਦੂਜੇ ਦੇ ਪ੍ਰਤੀ ਕੋਈ ਉਹਦੇ ਉੱਪਰ ਹਮਲਾ ਕਰਨ ਦੇ ਤਰੀਕੇ ਦੇ ਨਾਲ, ਠੀਕ ਹੈ, ਉਸ ਨੂੰ ਦੂਜੇ ਨੂੰ ਡਰਾਤਾ ਜਾਵੇ, ਉਹਨੂੰ ਅਸੀਂ ਅਸਾਲਟ ਕਹਾਂਗੇ। ਸਿੰਪਲੀ ਮੂੰਹ ਤੇ ਕੋਈ ਵੱਡੇ ਬੋਲੇ ਗਏ ਜਿਹੜੇ ਵਰਡ ਹੈਗੇ ਆ, ਉਸ ਨੂੰ ਅਸੀਂ ਅਸਾਲਟ ਨਹੀਂ ਕਹਿ ਸਕਦੇ। ਇੱਕ ਐਗਜ਼ਾਮਪਲ ਪੜ੍ਹ ਲਓ, ਏ ਸ਼ੇਕਸ ਹਿਜ਼ ਫਿਸਟ, ਏ ਸ਼ੇਕ ਕਰਦਾ ਆਪਣੀ ਫਿਸਟ ਮੇਰਾ ਸ਼ੇਕ ਕਰਦਾ ਹੈ ਇਦਾਂ ਕਰਕੇ ਹੈ, intending or knowing it to be likely that he may thereby cause Z to believe that A is about to strike Z, Z ਨੂੰ ਲੱਗਦਾ ਵੀ ਮੇਰੇ ਹੁਣ ਇਹ ਮਾਰੇਗਾ, ਠੀਕ ਹੈ, ਇਸ ਤਰੀਕੇ ਦੇ ਨਾਲ ਉਹ ਆਪਣੀ ਤਿਆਰੀ ਕਰ ਲੈਂਦਾ ਹੈ। A has committed an assault, ਇੱਥੇ ਅਸੀਂ ਕੀ ਕਹਾਂਗੇ ਵੀ ਜਿਹੜਾ A ਹੈਗਾ ਉਸਨੇ ਅਸਾਲਟ ਕਮਿਟ ਕੀਤਾ ਹੈ, ਬੇਸ਼ੱਕ ਮਾਰਿਆ ਨਹੀਂ ਹੈਗਾ ਪਰ ਉਸਨੇ ਅਸਾਲਟ ਕਮਿਟ ਕੀਤਾ ਹੈ, ਮਤਲਬ ਦੂਜੇ ਨੂੰ ਮਤਲਬ ਕਿ ਡਰਾਵਾ ਦਿੱਤਾ ਹੈਗਾ ਤੇ ਉਹਨੂੰ ਲੱਗਿਆ ਹੈਗਾ ਵੀ ਮੈਨੂੰ ਇਹ ਮਾਰੇਗਾ, ਠੀਕ ਹੈ, ਇਸ ਨੂੰ ਅਸੀਂ ਅਸਾਲਟ ਕਹਿੰਦੇ ਹਾਂ। ਇੱਕ ਐਗਜ਼ਾਮਪਲ ਹੋਰ ਲਿਖ ਲਓ, A takes up a stick saying to Z, एक स्टिक चुक ਲੈਂਦਾ ਹੈਗਾ, Z ਨੂੰ ਕਹਿੰਦਾ I will give you a beating, ਮੈਂ ਤੈਨੂੰ ਮਾਰਾਂਗਾ, ਠੀਕ ਹੈ, ਮਾਰਦਾ ਮੁਰਦਾ ਹੈ ਨਹੀਂ ਗਿਆ, ਇਹਨੂੰ ਅਸੀਂ ਅਸਾਲਟ ਕਹਿੰਦੇ ਹਾਂ। ਜਾਂ ਫਿਰ A begins to unloose the ਮੁਜ਼ੱਲੇ of a ferocious dog, ਕੋਈ ਕਰੂਰ ਨੇਚਰ ਦੇ ਜਿਹੜੇ ਕੁੱਤੇ ਹੁੰਦੇ ਨੇ, ਜਿਹੜੇ ਜ਼ਿਆਦਾ ਮਤਲਬ ਕਿ ਖਤਰਨਾਕ ਜਿਹੇ ਕੁੱਤੇ ਹੁੰਦੇ ਆ, ਉਹਦੀ ਜਿਹੜੀ ਮਾਸਕ ਬੰਨੀ ਹੋਈ ਹੁੰਦੀ ਆਮ ਤੌਰ ਤੇ ਉਹਨਾਂ ਦੇ, ਠੀਕ ਹੈ, ਉਹਦੀ ਮਾਸਕ ਨੂੰ ਉਹਨੂੰ ਖੋਲਣ ਦੀ ਗੱਲ ਕਰਦਾ, ਲੂਜ਼ ਕਰਨ ਦੀ ਗੱਲ ਕਰਦਾ ਹੈਗਾ, ਅਨਲੂਜ਼ ਕਰਦਾ, ਉਹਦੀ ਮਾਸਕ ਨੂੰ ਵੀ ਅਨਲੂਜ਼ ਕਰਦਾ ਤਾਂ ਕਿ ਜਿਹੜਾ ਦੂਜਾ ਬੰਦਾ ਡਰ ਜਾਵੇ ਉਹਨੂੰ ਵਧਾਏਗਾ ਇਸ ਕੁੱਤੇ ਤੋਂ, ਇਹਨੂੰ ਵੀ ਅਸੀਂ ਅਸਾਲਟ ਕਹਿੰਦੇ ਹੈਗੇ। Next is section 352, punishment for the assault or criminal force otherwise than on a grave provocation, ਕਿਸੇ ਨੇ ਕੋਈ grave provocation ਨਹੀਂ ਦਿੱਤੀ, punishment ਕਿੰਨੀ ਹੋਏਗੀ assault ਦੀ, ਉਹ ਹੋਏਗੀ 3 months with fine 500 ਤੱਕ ਜੁਰਮਾਨਾ ਹੋ ਸਕਦੀ ਹੈ। Explanation क्या है, grieve and sudden provocation will not mitigate the punishment for an offence, ਕਹਿੰਦਾ ਜੇ ਕਿਸੇ ਨੇ provocation ਵੀ ਦਿੱਤੀ ਸੀ ਫਿਰ ਵੀ ਜਿਹੜੀ assault ਹੈ ਉਹਦੀ ਜਿਹੜੀ ਸਜ਼ਾ ਹੈਗੀ ਹੈ ਹੋਏਗੀ, if the provocation is given by anything done in obedience to law, ਜੇ ਕਾਨੂੰਨ ਦੇ ਮੁਤਾਬਕ ਨੇ provocation ਦਿੱਤੀ ਹੈਗੀ ਹੈ ਤਦ ਵੀ ਤੁਸੀਂ ਉਹਦੀ ਜਿਹੜੀ assault ਦੀ ਜਿਹੜੀ ਸਜ਼ਾ ਹੈਗੀ ਹੈ ਉਸ ਨੂੰ ਰੋਕ ਨਹੀਂ ਸਕਦੇ। if provocation is given by anything done in the lawful exercise, ਜੇ provocation ਕਿਸੇ ਵਿਅਕਤੀ ਨੇ ਦਿੱਤੀ ਹੈ ਉਹਦੇ ਪ੍ਰਾਈਵੇਟ ਸੈਂਸ ਲਈ ਦਿੱਤੀ ਹੈ ਤਦ ਵੀ ਜਿਹੜੀ ਸਜ਼ਾ ਹੈਗੀ assault ਦੀ ਕੋਈ ਉਹਨੂੰ ਕਰਦਾ ਹੈਗਾ तब भी वो सजा दी जाएगी। फिर where the provocation was grave and sudden enough to mitigate the offence is a question of fact।
ਕਹਿੰਦਾ ਇਹ ਕੁਐਸਚਨ ਆਫ ਫੈਕਟ ਹੈਗਾ ਵੀ ਕੀ ਜਿਹੜੀ ਪ੍ਰੋਵੋਕੇਸ਼ਨ ਸੀਗੀ ਉਹਨੂੰ ਜਿਹੜੀ ਵਧਾਈ ਜਾ ਸਕਦੀ ਹੈ ਜਾਂ ਘਟਾਈ ਜਾ ਸਕਦੀ ਹੈ, ਮਿਟੀਗੇਟ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ, ਇਹ ਹੈਗਾ ਕੇਸ ਟੂ ਕੇਸ ਵੇਰੀ ਕਰਦਾ ਹੈਗਾ। Then ਹੈ 353 assault or criminal force to deter public servant from the discharge of duty। ਜੋ ਕੋਈ ਪਬਲਿਕ ਸਰਵੈਂਟ ਹੈਗਾ ਆਪਣੀ ਡਿਊਟੀ ਕਰ ਰਿਹਾ ਹੈਗਾ, ਠੀਕ ਹੈ, ਉਹਦੇ ਅਗੇਂਸਟ ਕੋਈ ਕ੍ਰਿਮੀਨਲ ਫੋਰਸ ਜਾਂ ਅਸਾਲਟ ਅਪਲਾਈ ਕਰਦਾ, ਕੋਈ ਦੂਜਾ ਵਿਅਕਤੀ ਆ ਕੇ ਉਹਨੂੰ ਡਰਾਉਂਦਾ ਧਮਕਾਉਂਦਾ ਹੈਗਾ, ਉਹਦੀ ਪਬਲਿਕ ਡਿਊਟੀ 'ਚ ਕੋਈ ਵਿਘਨ ਪਾਉਣ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਡਰਾਉਂਦਾ, ਉਹਦੇ ਕੰਮ ਕਰਨ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਕਿ ਉਹ ਡਰ ਜਾਂਦਾ, ਉਹਦੇ ਉੱਪਰ ਹਮਲਾ ਕਰਨ ਦੀ ਦਿਖਾਉਂਦਾ ਮੈਂ ਤੇਰੇ ਉੱਪਰ ਹਮਲਾ ਕਰ ਰਿਹਾ ਪਰ ਕਰਦਾ ਹੈ ਨਹੀਂ, ਪਰ ਫਿਰ ਵੀ ਉਸ ਨੂੰ ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸਰਕਾਰੀ ਪਬਲਿਕ ਸਰਵੈਂਟ ਨੂੰ ਜੇ ਕੋਈ ਇੱਦਾਂ ਦਾ ਅਸਾਲਟ ਉਹਦੇ ਅਗੇਂਸਟ ਕ੍ਰੀਏਟ ਕਰਦਾ ਹੈਗਾ। ਇਸੇ ਤਰੀਕੇ ਜਿਹੜਾ 354 ਹੈਗਾ ਅਸਾਲਟ ਔਰ ਕ੍ਰਿਮੀਨਲ ਫੋਰਸ ਟੂ ਵੂਮਨ ਵਿਦ ਅਟੈਂਟ ਟੂ ਆਊਟਰੇਜ ਹਰ ਮੋਡੈਸਟੀ। ਵੂਮਨ ਅਸਾਲਟਸ ਔਰ ਯੂਜ਼ਸ ਕ੍ਰਿਮੀਨਲ ਫੋਰਸ ਟੂ ਐਨੀ ਵੂਮਨ, whoever ਕਿਸੇ ਵੂਮਨ ਦੇ ਖਿਲਾਫ ਕੋਈ ਅਸਾਲਟ ਕ੍ਰੀਏਟ ਕਰਦਾ ਕਮਿਟ ਕਰਦਾ ਹੈਗਾ intending to outrage or knowing it to be likely that he will thereby outrage her modesty shall be punished। 2 ਸਾਲ ਤੱਕ ਦੀ ਕਿਸੇ ਵੂਮਨ ਦੇ ਖਿਲਾਫ ਕੋਈ ਜਿਹੜੀ ਹੈਗੀ ਹੈ ਅਸਾਲਟ ਕ੍ਰੀਏਟ ਕਰਦਾ ਹੈ ਤੁਹਾਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਹਦੇ ਨਾਲ ਹੀ ਅਸੀਂ ਅੱਜ ਦਾ ਜਿਹੜਾ ਲੈਕਚਰ ਹੈਗਾ ਇੱਥੇ ਖਤਮ ਕਰਾਂਗੇ। ਸਰ ਇੱਕ ਦੱਸਿਓ ਜੀ, ਜਿਹੜਾ ਜਿਸ ਵੇਲੇ ਇੱਕ ਡੈਫੀਨੇਸ਼ਨ ਦਾ ਇੱਕ ਪਨਿਸ਼ਮੈਂਟ ਦਾ ਬਣਾਉਂਦੇ ਤੁਸੀਂ ਨਾਲ, ਜਦੋਂ ਡੈਫੀਨੇਸ਼ਨ ਆ ਗਈ ਫਿਰ ਇਹ ਕੀ ਸਬਸਟੈਂਸ਼ੀਅਲ ਹੋ ਗਿਆ ਵੀ ਆਹ ਡਿਫਾਈਨ ਹੋ ਗਿਆ ਆਹ ਕ੍ਰਾਈਮ ਹੈ। ਹਾਂ ਉਹਦੀ ਪਨਿਸ਼ਮੈਂਟ ਆ ਗਈ ਜਿਸ ਵੇਲੇ ਹਾਂ ਇੱਕ ਮਿੰਟ ਸਰ, ਜਿਸ ਵੇਲੇ ਪੁਲਿਸ ਕੋਈ FIR ਲੌਂਚ ਕਰਦੀ ਫਿਰ ਉਹ ਕਿਹੜੀ ਮਤਲਬ ਧਾਰਾ ਕਿਹੜੀ ਲਾਉਂਦੀ ਆ? ਸਟੇਟ ਦੋਨੋਂ ਲੱਗਦੀ ਆ ਕਿ ਪਨਿਸ਼ਮੈਂਟ ਵਾਲੀ ਲਾਉਂਦੀ? ਡੈਫੀਨੇਸ਼ਨ ਨਹੀਂ ਲੱਗਦੀ, ਡੈਫੀਨੇਸ਼ਨ ਨਹੀਂ ਲੱਗਦੀ, ਪਨਿਸ਼ਮੈਂਟ ਦੀ ਲੱਗਦੀ ਹੈ। ਪਨਿਸ਼ਮੈਂਟ ਵਾਲੀ ਲਾਉਂਦੀ, ਠੀਕ ਹੈ। ਹਾਂ ਡੈਫੀਨੇਸ਼ਨ ਤਾਂ ਆਪਦੀ FIR ਦੱਸਦੇ ਵੀ ਨੇ ਆ ਅਫੈਂਸ ਕਮਿਟ ਕੀਤਾ ਹੈਗਾ ਜੀ, ਜ਼ਿਆਦਾਤਰ ਫਿਰ ਦੋਨੋਂ ਲਗਾਉਂਦੇ ਨਾਲੇ। ਅੱਛਾ ਦੋਨੋਂ ਵੀ ਲਿਖ ਸਕਦੇ, 4-4 ਸੈਕਸ਼ਨ ਨਹੀਂ ਲਗਾਉਂਦੇ, ਕਈ ਵਾਰੀ ਆਪਾਂ ਦੇਖਦੇ ਹਾਂ 3-3 4-4 ਸੈਕਸ਼ਨ ਇਕੱਠੇ ਕਰ ਦਿੰਦੇ ਨੇ, ਉਹਦਾ ਇਹੀ ਕਾਰਨ ਹੁੰਦਾ। ਉਹਦੀ ਇਹ ਜਿੱਦਾਂ ਇੱਕ ਸਰ ਤਿੰਨੇ ਪੜ੍ਹਾਏ ਤੁਸੀਂ, ਫੋਰਸ, ਕ੍ਰਿਮੀਨਲ ਫੋਰਸ ਤੇ ਅਸੌਲਟ, ਇਹਦਾ ਮਤਲਬ ਇਹ ਆ ਕਿ ਡਰ ਪੈਦਾ ਕਰਨਾ ਕਿਸੇ ਦੇ ਅੰਦਰ, ਕਿਸੇ ਦੇ ਵੀ ਅੰਦਰ ਕੋਈ ਡਰ ਪੈਦਾ ਕਰਦੇ ਕਿਸੇ ਵੀ ਕੰਮ ਫੋਰਸ ਨਾਲ ਅਸੌਲਟ ਨਾਲ ਕਰਦੇ ਆ। ਇਹਦੇ ਵਿੱਚ ਇੱਕ ਦੱਸਿਆ ਜਿੱਦਾਂ ਇਹ ਤੁਸੀਂ ਐਗਜ਼ਾਮਪਲ ਪੜ੍ਹਾਈ ਸੀ ਵੀ ਉਹਦਾ ਜ਼ਬਰਦਸਤੀ ਘੁੰਡ ਚੱਕ ਦਿੰਦਾ ਹਨਾ, ਇੱਕ ਤਾਂ ਉਹਦੇ ਅੰਦਰ ਇੱਕ ਡਰ ਪੈਦਾ ਹੋ ਗਿਆ ਤੇ ਨਾਲ ਇਹਦਾ ਸੈਕੰਡ ਫੇਜ਼ ਇੱਜ਼ਤ ਹੱਦ ਤੱਕ ਦੀ ਵੀ ਲਾਉਣਗੇ ਜੇ ਪੁਲਿਸ ਵਾਲਾ ਕੋਈ ਦਰਜ ਕਰੂਗਾ ਇਹਦੀ FIR। ਹਾਂਜੀ, ਜਿਹੜੀ ਮੋਡੈਸਟੀ ਵੂਮਨ ਦੀ ਕੀਤੀ ਹੈਗੀ ਆ ਉਹਦੇ ਨਾਲ ਫਿਰ ਇਹ ਵੀ ਲੱਗੂਗਾ, ਧਾਰਾ ਹੋਰ ਵੀ ਲੱਗੂਗੀ ਨਾਲ। ਦੇਖੋ ਹਰ ਕੇਸ ਅਲੱਗ ਹੈ, ਤਾਂ ਹੀ ਮੈਂ ਕਹਿ ਰਿਹਾ ਵੀ ਤਾਂ 2-3 ਲੱਗ ਜਾਏ ਤਾਂ ਇਹ ਸੈਕਸ਼ਨ ਤਾਂ ਦਿੱਤੇ ਗਏ ਵੀ ਕੋਈ ਚੀਜ਼ ਕਿਸੇ ਗੱਲ ਤੋਂ ਰਹਿ ਨਾ ਜਾਵੇ। ਐਕਟ ਦੇ ਵਿੱਚ ਕੋਈ ਐਕਟ ਦਾ ਇਹ ਬਹਾਨਾ ਨਾ ਲੈ ਲਵੇ ਵੀ ਇਹ ਤਾਂ ਜੀ ਕਿਤੇ ਲਿਖੀ ਨਹੀਂ ਹੈਗਾ ਐਕਟ ਦੇ ਵਿੱਚ। ਸੈਕਸ਼ਨ 2-3 ਤੇ ਵੀ ਲੱਗ ਸਕਦੀਆਂ, ਹੁਣ ਕਿਸੇ ਦੀ ਬਦਨਾਮੀ ਕਰੋਗੇ ਤੁਸੀਂ ਉਹ ਵੀ ਤਾਂ ਲੱਗੇਗੀ ਨਾਲ। ਹਾਂਜੀ ਉਹ ਨਾਲ ਲੱਗੂਗੀ ਇਹਦੇ, ਹਾਂ ਲੱਗੇਗੀ। ਕਿਸੇ ਨੂੰ ਸੋਸ਼ਲੀ ਤੌਰ ਤੇ ਕਿਸੇ ਨੂੰ ਤੁਸੀਂ ਬੇਇੱਜ਼ਤ ਕਰਦੇ ਹੋ, ਠੀਕ ਹੈ ਜੀ, ਉਹ ਵੀ ਤਾਂ ਨਾਲ ਲੱਗੇਗੀ, ਪਰ ਇਹਦੀ ਸਜ਼ਾ ਦੱਸੀ ਗਈ ਹੈ। ਠੀਕ, ਥੈਂਕ ਯੂ। ਇਹ ਫੋਰਸ ਦੀ ਸਜ਼ਾ ਹੋ ਗਈ, ਉਹ ਇੱਕ ਵੱਖਰੀ ਸਜ਼ਾ ਹੋ ਗਈ। ਕਦੀ ਮੈਂ ਆਪਾਂ ਪੜ੍ਹਿਆ ਸੀ ਇਹਦੇ ਵਿੱਚ ਕਿਹੜਾ ਸੈਕਸ਼ਨ ਪੜ੍ਹਿਆ ਜਿੱਥੇ ਐਡੀਸ਼ਨ ਵੀ 2 ਸਾਲ ਤੱਕ ਦੀ ਵੱਖਰੀ, ਜੇ ਕੋਈ ਬੰਦਾ ਸੀਕ੍ਰੇਟ ਰੱਖਦਾ ਹੈਗਾ ਕਿਸੇ ਦੀ ਕਨਫਾਈਨਮੈਂਟ ਨੂੰ, ਕਨਫਾਈਨਮੈਂਟ ਦੇ ਨਾਲ ਜਿੱਦਾਂ ਘਰੋਂ ਚੱਕ ਕੇ ਜਾਂਦਾ, ਕਿਡਨੈਪ ਵੀ ਹੋ ਗਿਆ ਜਾਂ ਕਿਤੇ ਹੋਰ ਚੱਕ ਕੇ ਲੈ ਜਾਂਦਾ, ਉਹ ਕਿਡਨੈਪਿੰਗ ਤਾਂ ਨਾ ਦੇਖੋ ਇਹ ਮਤਲਬ ਡਿਗਰੀ ਦੇਖੀ ਜਾਂਦੀ ਆ ਵੀ ਡਿਗਰੀ ਕੀ ਸੀਗੀ, ਇੰਟੈਂਸ਼ਨ ਕੀ ਸੀਗੀ, ਇਰਾਦਾ ਕੀ ਸੀਗਾ, ਕਾਫੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਸਾਰੀਆਂ ਇਨਕੁਆਇਰੀ 'ਚ ਆ ਜਾਂਦੀਆਂ ਨੇ ਫਿਰ, ਹੈ ਨਾ। ਆਈ ਉਹਨੂੰ ਦੇਖਣਾ ਹੁੰਦਾ ਇਨਕੁਆਇਰੀ ਆਫਿਸਰ ਨੇ ਕੀ ਕਿਹਾ, ਫਿਰ ਬਾਕੀ ਜਾ ਕੇ ਕੋਰਟ ਸਾਬਤ ਹੁੰਦਾ ਕਿਹੜੀ ਪਾਰਟੀ ਕੀ ਮਤਲਬ ਕਿ ਵਿਟਨੈਸ ਦੇ ਸਕਦੀ ਹੈ। ਠੀਕ ਹੈ ਜੀ, ਕਲਾਸ ਇਜ਼ ਓਵਰ। Thank you very much.